कई यूनिवर्सिटियां ने विद्यार्थियों की वड्डी गिणती से सवालिया निशान उन्होंने फार्मां नूं लैके उन्होंने सर्टिफिकेट्स नूं लैके उन्हों का जिस तरीके नाल टैक्नीकल जिहड़ियां प्रॉब्लम्स उन्होंने लैके क्यों आखिर जो इतों इस कदर बच्चे भेजे जाते हैं वड्डा सरमाया जिदा मैं कहना ला के जमीनां जायदादां बेच के किहड़ियां जिहियां समस्यावां हैगियां जिन्हां करके हुण सामना करना पै रहा। बहुत वड्डा सवाल है किसी बच्चे के एडे उत्ते सवालिया निशानां दा लगना। सो ये 5 यूनिवर्सिटियां मेन आ जिन्हां ने कि ਜਿਹੜੀਆਂ ਫਾਲਸ ਜੌਬਸ ਜਾਂ ਫਰਾਡੂਲੈਂਟ ਐਪਲੀਕੇਸ਼ਨ ਨੂੰ ਦੇਖਦੇ ਆ ਉਹ ਵੀ ਪਿੱਛੇ ਜਿਹੜੀਆਂ ਪਹਿਲਾਂ ਲੱਗ ਚੁੱਕੀਆਂ ਉਹਦੇ ਸਾਹਮਣੇ ਤਾਂ ਉਹਨਾਂ ਨੇ ਬੈਨ ਕੀਤੀ। ਸੋ ਉੱਦਾਂ ਉਹਨਾਂ ਦੇ ਜਿਹੜੇ ਅਕੈਡਮਿਕ ਸਟੂਡੈਂਟ ਆ ਵਧੀਆ ਸਟੂਡੈਂਟ ਆ ਉਹਨਾਂ ਲਈ ਹੱਲੇ ਕੋਈ ਬੈਨ ਦੀ ਗੱਲ ਹੈ ਨਹੀਂ। ਸੋ ਇਹਦੇ ਵਿੱਚ ਭਾਜੀ ਅਗਰ ਆਪਾਂ ਦੱਸਦੇ ਆ ਸਾਡੇ ਦੇਖਣ ਵਾਲਿਆਂ ਨੂੰ ਸਟੂਡੈਂਟ ਦਾ ਫਿਊਚਰ ਦੇਖਦੇ ਹੋਏ ਇਹ ਦੇਸ਼ ਕਰਦੇ ਆ ਜੀ, ਕਿਉਂਕਿ ਜਦੋਂ ਖਾਸ ਕਰਕੇ ਜਿਹੜੇ ਫਾਲਸ ਏਜੰਟ ਆ ਫਾਲਸ ਡਾਕੂਮੈਂਟ ਲਾ ਲੈਂਦੇ ਆ, ਫਾਈਨੈਂਸ਼ੀਅਲ ਡਾਕੂਮੈਂਟ ਆਫਰ ਲੈਟਰ ਤੋਂ ਲੈ ਕੇ ਟੋਟਲ ਪ੍ਰੋਸੈਸ ਆ ਜਿਹੜਾ ਇਮੀਗ੍ਰੇਸ਼ਨ ਤੱਕ ਦਾ ਹੋਮ ਅਫੇਅਰਸ ਨੇ ਵੀ ਇਹ ਕਿਹਾ ਵੀ ਸਾਨੂੰ ਲੱਗਦਾ ਆ ਭਾਰਤ ਜਿਹੜੀ ਆ ਉਹ ਇੱਥੇ ਕੰਮ ਕਰਨ ਨੂੰ ਤਰਜੀਹ ਦਿੰਦੀ ਆ, ਬਾਹਰ ਪੈਸੇ ਕਮਾਉਣ ਨੂੰ ਤਰਜੀਹ ਦਿੰਦੀ ਆ ਇਹਨਾਂ ਦੇਸ਼ਾਂ ਚੋਂ। ਨੇਪਾਲ ਵੀ ਉਹਦੇ ਵਿੱਚ ਹੈਗਾ। ਜਿਹੜਾ ਬੱਚਾ ਜਿਹੜਾ ਵਿਦਿਆਰਥੀ ਜੇ 12ਵੀਂ ਤੋਂ ਬਾਅਦ ਜੇ ਬਾਹਰ ਜਾਣਾ ਚਾਹੁੰਦਾ ਇਹ ਕਿ ਗੁਨਾਹ ਇਹ ਪੁੱਛਣਾ ਚਾਹੀਦਾ ਸਾਰਿਆਂ ਨੂੰ। ਇਹਦੇ ਵਿੱਚ ਸਰਕਾਰਾਂ ਵੀ ਆ ਜਾਂਦੀਆਂ ਨੇ, ਇਹਦੇ ਵਿੱਚ ਉਹ ਵੀ ਆ ਜਾਂਦੇ ਨੇ ਜਿਹੜੇ ਬਾਹਰ ਜਾਣ ਤੋਂ ਰੋਕਦੇ ਨੇ। ਜਿੱਦਾਂ ਹੁਣ ਪਿੱਛੇ ਜੇ ਮਾਨ ਸਾਹਿਬ ਨੇ CM ਸਾਹਿਬ ਨੇ ਕਿਹਾ ਸੀਗਾ ਕਿ ਭਾਈ ਅਸੀਂ ਬਾਹਰੋਂ ਬੱਚੇ ਲਿਆ ਕੇ ਇੱਥੇ ਪੜ੍ਹਾਵਾਂਗੇ। ਤੇ ਜਿਹੜਾ ਬੱਚਾ ਇੱਥੋਂ 12ਵੀਂ ਤੋਂ ਬਾਅਦ ਜਿਹੜਾ ਬਾਹਰ ਜਾਣਾ ਚਾਹੁੰਦਾ ਕੋਈ ਗੁਨਾਹ ਤਾਂ ਨਹੀਂ ਕਰਦਾ ਮੇਰੇ ਹਿਸਾਬ ਨਾਲ, ਜਾਂ ਤਾਂ ਫਿਰ ਉਹਨੂੰ ਆਪਾਂ ਇੱਥੇ ਨੌਕਰੀ ਦੇ ਦਈਏ। ਕੋਈ ਜਿਹੜਾ ਬਾਹਰ ਕਾਲਜਾਂ ਦਾ ਬਲੈਕ ਲਿਸਟ ਹੋਣਾ ਜਾਂ ਇੱਥੋਂ ਦੇ ਵਿਦਿਆਰਥੀਆਂ ਦਾ ਬਲੈਕ ਲਿਸਟ ਹੋਣਾ ਇਹ ਇਕੱਲਾ ਇੱਥੋਂ ਤੱਕ ਮਸਲਾ ਨਹੀਂ ਹੈਗਾ ਕਿ ਇੱਥੇ ਰੁਜ਼ਗਾਰ ਨਹੀਂ ਤੇ ਬੱਚੇ ਬਾਹਰ ਜਾ ਰਹੇ ਨੇ। ਇਹ ਇਕੱਲਾ ਇੱਥੋਂ ਤੱਕ ਮਸਲਾ ਨਹੀਂ ਹੈਗਾ ਕਿ ਜਿਹੜਾ ਇੱਥੇ ਐਜੂਕੇਸ਼ਨ ਦਾ ਕੀ ਹਾਲ ਹੈ। ਇਹ ਆਪਣੇ ਆਪ ਦੇ ਵਿੱਚ ਪੂਰੇ ਸਿਸਟਮ ਦੇ ਫੇਲ ਹੋਣ ਦੀ ਗਵਾਹੀ ਭਰਦਾ ਹੈ। ਵੀ ਪਹਿਲੀ ਗੱਲ ਤਾਂ ਇਹ ਕਿ ਸਾਡੇ ਇੱਥੇ ਚਾਹੇ ਜਿਹਦੀਆਂ ਮਰਜ਼ੀਆਂ ਸਰਕਾਰਾਂ ਰਹੀਆਂ ਪਿਛਲੇ ਕਈ ਦਹਾਕਿਆਂ ਤੋਂ ਸਾਡੇ ਇੱਥੇ ਆਪਦੇ ਐਜੂਕੇਸ਼ਨ ਸਿਸਟਮ ਦਾ ਭੱਠਾ ਬੈਠਿਆ ਤੇ ਬਾਹਰ ਯੂਨੀਵਰਸਿਟੀਆਂ ਵੱਲੋਂ ਇੱਥੋਂ ਦੀਆਂ ਡਿਗਰੀਆਂ ਨੂੰ ਬਲੈਕ ਲਿਸਟ ਕਰਨਾ, ਇੱਥੋਂ ਦੇ ਵਿਦਿਆਰਥੀਆਂ ਨੂੰ ਬਲੈਕ ਲਿਸਟ ਕਰਨਾ, ਇਹ ਵੀ ਉਹਦਾ ਨਤੀਜਾ ਨਿਕਲਦਾ ਵੀ ਇਹ ਕੁਆਲੀਫਾਈਡ ਨਹੀਂ ਹੈ, ਹੋਰ ਨਹੀਂ ਹੈ। ਔਰ ਦੂਸਰੀ ਗੱਲ ਜਿੱਥੋਂ ਤੱਕ ਹੈ ਵੀ ਜਿਹੜਾ ਪੜ੍ਹ ਲਿਖ ਜਾਂਦਾ ਵਿਦਿਆਰਥੀ, ਵੈਸੇ ਤਾਂ ਇੱਥੇ ਪੜ੍ਹਦੇ ਹੀ ਬਹੁਤ ਘੱਟ ਨੇ ਕਿਉਂਕਿ ਇੱਥੇ ਵੀ ਸਿੱਖਿਆ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਜਾ ਰਹੀ ਹੈ। ਜੇ ਹੁਣੇ ਆਪਾਂ ਤਾਜ਼ਾ ਗੱਲ ਕਰੀਏ, ਮਾਨ ਸਰਕਾਰ ਇਹ ਦਾਅਵੇ ਕਰਕੇ ਆਈ ਸੀ ਕਿ ਉਹ ਸਿੱਖਿਆ ਲਈ ਬਹੁਤ ਵੱਡਾ ਕੰਮ ਕਰਨਗੇ। ਇਹਨਾਂ ਨੇ ਆਪਣਾ ਦੂਜਾ ਬਜਟ ਪੇਸ਼ ਕੀਤਾ ਪਰ ਸਿੱਖਿਆ ਦੇ ਵਿੱਚ ਕੁਝ ਵੀ ਵਾਧਾ ਨਹੀਂ ਕੀਤਾ। ਵਾਧਾ ਕਰਨ ਦੀ ਥਾਂ ਤੇ ਉਹ ਸਾਰੀ ਪਟਿਆਲਾ ਯੂਨੀਵਰਸਿਟੀ ਦੇ ਅਧਿਆਪਕਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਧਰਨੇ ਤੇ ਬਿਠਾਤਾ ਕਿਉਂਕਿ ਉਹਨਾਂ ਦੀ ਪਹਿਲਾਂ ਨਾਲੋਂ ਵੀ ਗ੍ਰਾਂਟ ਕੱਟਤੀ ਜਿਹੜੀ ਕਰਜ਼ੇ 'ਚ ਬੈਠੀ। ਬਿਲਕੁਲ ਮਿਲਿਆ ਹੈ ਜੀ। ਮੈਂ ਪਹਿਲੀ ਗੱਲ ਦੱਸਾਂ ਕਿ ਮੇਰੀ ਉਮਰ ਚਲੋ ਉਸ ਤਰੀਕੇ ਦੀ ਨਹੀਂ ਹੈ। ਜਦੋਂ USSR ਟੁੱਟਿਆ, ਰਸ਼ੀਆ ਟੁੱਟਿਆ, ਉਸ ਤੋਂ ਪਹਿਲੇ ਠੇਕੇ ਦੇ ਉੱਤੇ ਨੌਕਰੀ ਨਹੀਂ ਸੀ ਪੰਜਾਬ ਦੇ ਵਿੱਚ, ਮੇਰੇ ਖਿਆਲ ਪੂਰੇ ਭਾਰਤ ਦੇ ਵਿੱਚ ਹੈ ਨਹੀਂ ਸੀ ਜੀ। ਉਸ ਤੋਂ 90 ਦੇ ਦਹਾਕੇ ਤੋਂ ਬਾਅਦ ਹੀ ਹੋਇਆ ਕਿ ਇੱਕ ਅਧਿਆਪਕ ਤਾਂ ਲੈਂਦਾ 50,000 ਤੁਹਾਡੇ ਵੱਲ ਲੈਣਾ ਹਨਾ, ਇੱਕ ਅਧਿਆਪਕ 50,000 ਲੈਂਦਾ, ਦੂਜੇ ਨੂੰ ਠੇਕੇ ਤੇ 5,000 ਰੱਖਿਆ ਜਾਂਦਾ। ਇੱਕ ਸਿਕਿਉਰਿਟੀ ਗਾਰਡ ਪੁਲਿਸ ਦੇ ਵਿੱਚ 70,000 ਲੈਂਦਾ, ਦੂਜਾ ਸਿਕਿਉਰਿਟੀ ਗਾਰਡ 7,000 ਤੇ ATM ਦੇ ਬਾਹਰ ਖੜਿਆ। ਉਹ ਜਿਹੜਾ ਜ਼ਮੀਨ ਅਸਮਾਨ ਦਾ ਫਰਕ ਆ ਗਿਆ ਨੌਕਰੀਆਂ ਦੇ ਵਿੱਚ, ਉਸ ਚੱਕਰ ਜਿਹੜੇ ਠੇਕੇਦਾਰੀ ਸਿਸਟਮ ਦੇ ਵਿੱਚ ਜਾਂ ਪ੍ਰਾਈਵੇਟ ਨੌਕਰੀਆਂ ਹੈਗੀਆਂ ਉਹਨਾਂ ਕੋ ਪੈਸਾ ਨਹੀਂ ਮਿਲਦਾ ਕਿ ਬੰਦਾ ਗੁਜ਼ਾਰਾ ਕਰ ਸਕੇ। ਜੇ ਆਪਾਂ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਦੀਆਂ ਗੱਲਾਂ ਕਰਦੇ ਉੱਥੇ ਸਾਰਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ, ਪਰ ਉੱਥੇ ਜੇ ਕੋਈ ਕਿਸੇ ਰੈਸਟੋਰੈਂਟ ਤੇ ਜਾਂ ਮੈਕਡੋਨਲਡ ਤੇ ਕੋਈ 버ਗਰ ਪੀਜ਼ਾ ਵੇਚਦਾ ਤਾਂ ਉਹਦੀ ਸੈਲਰੀ ਇੰਨੀ ਕੁ ਹੈ ਕਿ ਜਿੰਨੀ ਕੁ ਉੱਥੇ ਕੋਈ ਚੰਗੀ ਨੌਕਰੀ ਕਰਨ ਵਾਲਾ। ਉਹ ਜਿਹੜਾ ਫਰਕ ਸਾਡੇ ਪੰਜਾਬ 'ਚ ਜਾਂ ਪੂਰੇ ਇੰਡੀਆ 'ਚ ਹੀ ਹੈਗਾ, ਗੁਜ਼ਾਰਾ ਬਹੁਤਾ ਵਧੀਆ ਨਹੀਂ ਹੁੰਦਾ। ਸੋ ਅਸੀਂ ਇੱਥੇ ਬਿਲਕੁਲ ਨਹੀਂ ਕਹਿ ਸਕਦੇ ਕੋਈ ਡਿਸਕ੍ਰਿਮੀਨੇਸ਼ਨ ਆ, ਪਰ ਹਾਂ ਤੁਹਾਨੂੰ ਮੈਂ ਲਾਸਟਲੀ ਦੱਸ ਦਿਆਂ ਬਹੁਤਾ ਟਾਈਮ ਨਾ ਲੈਂਦਾ ਹੋਇਆ ਕਿ ਇਹ ਪੰਜਾਬੀਆਂ ਨੂੰ ਵੀ ਸੋਚਣਾ ਪੈਣਾ ਕਿ ਤੁਸੀਂ ਇੰਨੀ ਮਿਹਨਤ ਨਾਲ ਪਾਲੇ ਹੋਏ ਆਪਣੇ ਬੱਚੇ, ਇਕਲੌਤੇ ਖਾਸ ਕਰਕੇ ਇਕੱਲੇ ਪਰਿਵਾਰ ਦੇ ਬਹੁਤ ਘੱਟ ਜਿਹੜੇ 1-2 ਦੇ ਵੀ ਹੈਗੇ ਤੇ ਜੇ ਤੁਸੀਂ ਉਹਨਾਂ ਨੂੰ ਇੰਟਰਨੈਸ਼ਨਲ ਪੜ੍ਹਾਈ ਕਰਾਉਣੀ ਆ ਤਾਂ ਤੁਸੀਂ ਪੰਜਾਬ 'ਚ ਵੀ ਜਾਂ ਕਰੋ ਕਰਵਾ ਕੇ ਵੀ ਉੱਥੇ ਵੀ ਸੈੱਟ ਇਸ ਤਰ੍ਹਾਂ ਦਾ ਕੋਈ ਤੁਹਾਨੂੰ ਹੱਲ ਲੱਭਣਾ ਪੈਣਾ ਗੌਰਮੈਂਟਾਂ ਦੀ। ਕੈਨੇਡੀਅਨ ਨੇ 700 ਬੱਚੇ, ਕੈਨੇਡੀਅਨ ਜਿਹੜੀ ਗਵਰਨਮੈਂਟ ਆ 700 ਬੱਚੇ ਉਹਨਾਂ ਨੇ ਵਾਪਸ ਭੇਜਣੇ ਸੀਗੇ ਇੰਡੀਆ ਨੂੰ। ਤੁਹਾਨੂੰ ਪਿੱਛੇ ਯਾਦ ਹੋਊਗਾ ਇਹ ਖਬਰ ਵੀ ਆਈ ਸੀਗੀ। ਮੌਂਟਰੀਅਲ ਨੇ 11 ਤੋਂ 12 ਕਾਲਜ ਬਲੈਕ ਲਿਸਟ ਕਰ ਦਿੱਤੇ ਗਏ ਸੀ। ਹੁਣ ਮੈਨੂੰ ਇੱਕ ਗੱਲ ਦਾ ਇਹ 'ਚ ਜਵਾਬ ਚਾਹੀਦਾ ਸਾਰਿਆਂ ਤੋਂ, ਜਿੰਨੇ ਅਸੀਂ ਇਹ ਮੁਹਿੰਮ ਵੀ ਚਲਾਵਾਂਗੇ ਥੋੜ੍ਹੇ ਆਉਣ ਵਾਲੇ ਦਿਨਾਂ 'ਚ, ਪੰਜਾਬ ਤੋਂ 1.5 ਤੋਂ 2 ਲੱਖ ਬੱਚਾ ਪਰ ਈਅਰ ਬਾਹਰ ਜਾ ਰਿਹਾ। ਸਭ ਤੁਸੀਂ ਹੈਰਾਨ ਹੋਵੋਗੇ, 1.5 ਤੋਂ 2 ਲੱਖ ਬੱਚਾ ਬਾਹਰ ਜਾ ਰਿਹਾ ਤੇ ਸਰਕਾਰਾਂ ਇਹਦੇ ਵਿੱਚ ਹੱਥ ਖੜੇ ਕਰ ਚੁੱਕੀਆਂ ਨੇ। ਸਰਕਾਰਾਂ ਕਹਿੰਦੀਆਂ ਭਾਈ ਬਾਹਰ ਨਾ ਜਾਓ, ਜਦੋਂ ਉਹ ਕਹਿੰਦੀਆਂ ਬਾਹਰ ਨਾ ਜਾਓ ਉਦੋਂ ਇੱਕ ਕੰਧ ਖੜੀ ਹੋ ਜਾਂਦੀ ਹੈ ਬੱਚੇ ਦੇ ਸਾਹਮਣੇ।
ਜੇ ਬਾਹਰ ਨਹੀਂ ਜਾਣਾ ਇੱਥੇ ਨੌਕਰੀਆਂ ਦੇ ਦਿਓ। ਅੱਛਾ, ਸਰਕਾਰਾਂ ਕਹਿੰਦੀਆਂ ਬਾਹਰ ਨਾ ਜਾਓ, ਇੱਥੋਂ ਜਿਹੜੇ ਪ੍ਰਾਈਵੇਟ ਏਜੰਟ ਨੇ, ਬੱਚੇ ਨੇ ਤਾਂ ਬਾਹਰ ਜਾਣਾ ਹੀ ਹੁੰਦਾ। ਹੁਣ ਜਿਹਦਾ ਢਿੱਡ ਪੀੜ ਹੁੰਦਾ, ਜੇ ਉਹਨੂੰ ਕੋਈ ਦਵਾਈ ਨਹੀਂ ਦਊਗਾ, ਉਹਨੇ ਕੋਈ ਹੋਰ ਇਲਾਜ ਤਾਂ ਲੱਭਣਾ ਹੀ ਆ। ਇਦਾਂ ਹੀ ਫਿਰ ਬੱਚੇ ਪ੍ਰਾਈਵੇਟ ਏਜੰਟਾਂ ਕੋਲ ਚਲ ਜਾਂਦੇ ਨੇ। ਹੁਣ ਤੁਸੀਂ ਸਾਰੇ ਇੱਥੇ ਬੈਠੇ ਹੋ ਸੂਝਵਾਨ, ਸਾਰਿਆਂ ਨੂੰ ਪਤਾ ਬਾਹਰ ਜਾਂਦਾ 25 ਲੱਖ ਰੁਪਏ ਲੱਗਦਾ, ਕੈਨੇਡਾ ਦੀ ਵੀ ਫਾਈਲ ਦਾ ਵੀ 25 ਲੱਖ ਰੁਪਏ ਲੱਗਦਾ। ਪਰ ਇਹ 25 ਲੱਖ ਰੁਪਏ ਸਾਡੇ ਦਿਮਾਗ 'ਚ ਪਾਇਆ ਹੀ ਏਜੰਟਾਂ ਨੇ ਕਿ ਭਾਈ ਇਹ ਬਾਹਰ ਜਾਣ ਦਾ 25 ਲੱਖ ਰੁਪਏ ਲੱਗਦਾ, ਲਾਉਣਾ ਹੀ ਲਾਉਣਾ। ਇਹਦੇ ਵਿੱਚ ਅਸੀਂ ਕੋਈ ਪਿੱਛੇ ਕੋਸਟ ਨਹੀਂ ਦੇਖਦੇ। 3 ਕਿੱਲੇ ਪਿਓ ਕੋਲ ਹੁੰਦੇ ਆ, 1 ਕਿੱਲਾ ਵੇਚ ਦਿੰਦਾ, ਪਿੱਛੇ ਚਾਹੇ ਮਾਂ ਮਰੇ ਪਿਓ ਮਰੇ। ਜਦ ਬੱਚਾ ਬਾਹਰ ਚਲ ਜਾਂਦਾ, ਉਹ ਕਹਿੰਦਾ ਬਾਪੂ ਆ ਜਾਵਾਂ, ਮੇਰੀ ਮਾਂ ਮਰ ਗਈ ਮੈਂ ਆ ਜਾਵਾਂ। ਉਹ ਕਹਿੰਦਾ ਭਾਈ ਆਈ ਨਾ, ਪਹਿਲਾਂ ਬੈਂਕ ਵਾਲੇ ਗੇੜੇ ਮਾਰਦੇ ਨੇ, ਪਹਿਲਾਂ ਉਹਨਾਂ ਦਾ ਹੀ ਕਰਜ਼ਾ ਤਾਰ। ਬਹੁਤ ਵੱਡਾ ਦਿਖਾਂਤ ਆ, ਬਹੁਤ ਵੱਡਾ। ਤੇ ਬਾਹਰ ਵੀ ਉਹੀ ਜਾ ਸਕਦਾ ਜਿਹਦੇ ਕੋਲ ਪਹਿਲਾਂ 25-30 ਲੱਖ ਰੁਪਈਆ ਹੈਗਾ, ਤੇ ਉਹ ਬਾਹਰ ਕਿਉਂ ਜਾਂਦਾ ਜਿਹਦੇ ਕੋਲ ਅੱਜ ਇੱਥੇ 25-30 ਲੱਖ ਰੁਪਈਆ ਹੈਗਾ? ਕਿਉਂਕਿ ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਹੈ ਵੀ ਇਹ ਇਦੋਂ ਬਾਅਦ 2-4 ਸਾਲਾਂ ਬਾਅਦ 5-10 ਸਾਲਾਂ ਬਾਅਦ ਇੱਥੇ ਬਣਨਾ ਕੀ ਹੈ? ਨਾ ਤਾਂ ਪੱਕਾ ਰੁਜ਼ਗਾਰ ਹੈ, ਤੇ ਜਿਹੜੇ ਸਰਕਾਰ ਇਹ ਦਾਅਵਾ ਕਰ ਰਹੀ ਸੀ ਕਿ ਅਸੀਂ ਨੌਜਵਾਨਾਂ ਨੂੰ ਬਾਹਰੋਂ ਲੈ ਕੇ ਆਵਾਂਗੇ ਇੱਥੇ ਪੜ੍ਹਨ ਦੇ ਲਈ, ਮਤਲਬ ਇੱਥੇ ਸਾਡੇ ਹਾਲ ਇਹ ਹੈ ਐਜੂਕੇਸ਼ਨ ਦਾ, ਕਿਹੜੇ ਕਾਲਜਾਂ 'ਚ ਤੁਸੀਂ ਲਿਆ ਕੇ ਪੜ੍ਹਾਓਗੇ? ਪੰਜਾਬ ਦੇ ਸਰਕਾਰੀ ਕਾਲਜਾਂ 'ਚ ਪਿਛਲੇ 26 ਸਾਲਾਂ 'ਚ ਇੱਕ ਵੀ ਪ੍ਰੋਫੈਸਰ ਦੀ ਭਰਤੀ ਨਹੀਂ ਹੋਈ। ਪਿਛਲੇ ਸਰਕਾਰ ਦੇ ਵਿੱਚ ਵਿਦਿਆਰਥੀਆਂ ਨੌਜਵਾਨਾਂ ਨੇ ਵੱਡੇ ਸੰਘਰਸ਼ ਕਰਕੇ 1158 ਪ੍ਰੋਫੈਸਰਾਂ ਦੀਆਂ ਭਰਤੀਆਂ ਕਰਾਈਆਂ, ਉਹ ਇਹਨਾਂ ਨੇ ਰੱਦ ਕਰਤੀਆਂ। ਤੇ ਉਹਦੇ 'ਚ ਇਹੋ ਜਿਹੇ ਵਿਦਿਆਰਥੀ ਨੇ, ਇਹੋ ਜਿਹੇ ਭਰਤੀ ਹੋਏ ਟੀਚਰ ਸੀ ਜਿਹੜੇ ਬਾਹਰ ਬਹੁਤ ਚੰਗੀਆਂ ਯੂਨੀਵਰਸਿਟੀਆਂ ਤੋਂ ਮੌਕੇ ਛੱਡ ਕੇ ਆਏ ਕਿ ਅਸੀਂ ਪੰਜਾਬ ਦੇ ਵਿੱਚ ਸੇਵਾਵਾਂ ਦਈਏ, ਇੱਥੇ ਐਜੂਕੇਸ਼ਨ ਦੇ ਵਿੱਚ ਆਪਣੀ ਸੇਵਾ ਦਈਏ। ਪਰ ਉਹ ਅੱਜ 1158 ਜਿਹੜੇ ਰੱਦ ਕੀਤੇ ਪ੍ਰੋਫੈਸਰ, ਉਹ ਡਾਂਗਾ ਖਾ ਰਹੇ ਨੇ। ਤਾਂ ਮਤਲਬ ਮੁੱਖ ਮੰਤਰੀ ਆਪ ਇਹ ਕਹਿ ਰਹੇ ਆ ਕਿ 2100 ਅਸੀਂ ਭਰਤੀਆਂ ਕਰਨੀਆਂ, 10 ਲੱਖ ਨੌਜਵਾਨ ਨੂੰ ਅਸੀਂ ਗਦੀ ਗੇਟ 'ਚ ਰੱਖਣਾ, ਤੇ ਉਹ 2 ਸਾਲ ਤਿਆਰੀ ਕਰੂ, 3 ਸਾਲ ਤਿਆਰੀ ਕਰੂ, ਬਾਅਦ 'ਚ ਡਿਪਰੈਸ਼ਨ 'ਚ ਜਾ ਕੇ ਨਸ਼ਿਆਂ 'ਚ ਜਾਊ, ਜਾਂ ਕਿਤੇ ਬਾਹਰ ਜਾਣ ਦੇ ਲਈ ਏਜੰਟਾਂ ਤੋਂ ਲੁੱਟ ਕਰਾਊਗਾ। ਤੇ ਇਹ ਜਿਹੜਾ ਸਾਡੇ ਸਮਾਜ 'ਚ ਸੰਕਟ ਖੜਾ ਹੋਇਆ ਹੈ ਵੀ ਨਾ ਤਾਂ ਰੁਜ਼ਗਾਰ ਹੈ, ਨਾ ਚੰਗੀ ਪੜ੍ਹਾਈ ਹੈ, ਉੱਤੋਂ ਨਸ਼ਿਆਂ ਤੋਂ ਡਰਦੇ ਆ, ਮਾਪੇ ਵੀ ਡਰਦੇ ਆ, ਤਾਂ ਕਰਕੇ ਐਡਾ ਮਤਲਬ ਕਿ ਜੋਖਮ ਚੱਕਦੇ ਆ ਵੀ ਪੈਸਾ ਲਾ ਕੇ ਬੱਚੇ ਨੂੰ ਬਾਹਰ ਵੀ ਤੋੜ ਦਈਏ। ਤੇ ਤਾਂ ਕਰਕੇ ਇਸ ਸਾਰੇ ਸੰਕਟ ਦਾ ਫਾਇਦਾ ਚੱਕ ਕੇ ਇੱਕ ਪੂਰਾ ਮਤਲਬ ਕਿ ਇੱਕ ਨੈਕਸਸ ਖੜਾ ਹੋਇਆ ਲੁਟੇਰਿਆਂ ਦਾ, ਜਿਹੜਾ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਦੇ ਵਿੱਚ ਬੈਠਾ, ਜਿਹੜਾ 2-2 ਕਮਰਿਆਂ ਦੇ ਵਿੱਚ ਕਾਲਜ ਵੀ ਚਲਾ ਰਿਹਾ, ਯੂਨੀਵਰਸਿਟੀਆਂ ਚਲਾ ਰਿਹਾ, ਜਿਹੜਾ ਨਕਲੀ ਡਿਗਰੀਆਂ ਚਲਾ ਰਿਹਾ, ਨਕਲੀ ਕਾਗਜ਼ ਡਾਕੂਮੈਂਟ ਬਣਾ ਰਿਹਾ, ਤਰ੍ਹਾਂ ਦੇ ਨਾਲ 20-20 25-25 ਲੱਖ ਰੁਪਇਆ ਲਿਆਓ, 30 ਲੱਖ ਰੁਪਇਆ ਲਿਆਓ ਜੀ ਤੁਹਾਨੂੰ ਬਾਹਰ ਭੇਜ ਦਿਆਂਗੇ। ਤੇ ਫਿਰ ਇੱਥੇ ਉੱਧਰ ਜਾ ਕੇ ਧੱਕੇ, ਕੋਈ ਇੱਥੇ ਜਿਹੜਾ ਨਹੀਂ ਪਹੁੰਚਿਆ ਉਹ 10-10 ਲੱਖ ਦੇ ਕੇ ਉਹ ਫਸੇ ਪਏ, ਉਹ ਨੌਜਵਾਨ ਧੱਕਿਆਂ ਦੇ ਵਿੱਚ। ਥੈਂਕ ਯੂ। ਸੰਖੇਪ ਦੇ ਵਿੱਚ ਮੈਂ ਫਿਰ ਕਰਨੈਲ ਜੀ ਤੋਂ ਵੀ ਸਵਾਲ ਲੈਣਾ ਸੀ। ਮੈਂ ਸਿਰਫ ਇੱਕ ਗੱਲ ਕਰਨੀ ਚਾਹੁੰਦਾ ਜੀ, ਪੰਜਾਬ ਦਾ ਨੌਜਵਾਨ ਬਹੁਤ ਜ਼ਿਆਦਾ ਕਾਬਲ ਆ। ਪੰਜਾਬ ਦੇ ਨੌਜਵਾਨ ਕੋਲ ਉਹ ਚੀਜ਼ ਆ ਜਿਹੜਾ ਪੂਰੇ ਭਾਰਤ ਦਾ ਨੌਜਵਾਨ ਇੱਕ ਪਾਸੇ, ਉਹ ਪੰਜਾਬ ਦਾ ਨੌਜਵਾਨ ਇੱਕ ਪਾਸੇ ਹੋ ਜਾਵੇ, ਕਿਉਂਕਿ ਸਾਡੀ ਬਲੱਡ ਲਾਈਨ ਹੀ ਇਦਾਂ ਦੀ ਹੈ। ਜੇ ਅੱਜ ਸਾਨੂੰ ਇੱਥੇ ਤਰਾਸਦੀ ਨਾਲ ਸਾਡੀ ਮਾਵਾਂ ਡੌਂਕੀ ਵੀ ਭੇਜ ਰਹੀਆਂ ਨੇ ਅਰਦਾਸਾਂ ਕਰ ਕਰਕੇ, ਇਹ ਨਹੀਂ ਪਤਾ ਕਿ ਕਦੋਂ ਕਿੱਥੇ ਕੀਨੀਆ 'ਚ ਗੋਲੀ ਮਾਰ ਦੇਣੀ, ਕਦੋਂ ਕਿੱਥੇ ਮੈਕਸੀਕੋ ਦਾ ਬਾਰਡਰ ਟੱਪ ਕੇ ਗੋਲੀ ਮਾਰ ਦੇਣੀ। ਤਾਂ ਪੰਜਾਬ ਦੇ ਵਿੱਚ ਸੋਚੋ ਤਰਾਸਦੀ ਕਿੰਨੀ ਵੱਡੀ ਹੋਣੀ। ਇਹ ਸਾਰੀ ਤਰਾਸਦੀ ਇਕੱਲੀ ਮੈਂ ਮੌਜੂਦਾ ਸਰਕਾਰ ਦੀ ਮੰਨਦਾ, ਪਿਛਲੀ ਸਰਕਾਰਾਂ ਦੀ ਵੀ ਮੰਨਦਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਅੱਜ ਬਹਿਸ ਦਾ ਮੁੱਦਾ ਹੈ ਪੰਜਾਬ ਦਾ ਭਵਿੱਖ। ਕਿਸ ਕਦਰ ਪੰਜਾਬੀਆਂ ਵੱਲੋਂ ਮੱਖਣ ਨਾਲ ਪਾਲੇ ਬੱਚੇ ਜਦੋਂ ਵਿਦੇਸ਼ਾਂ ਨੂੰ ਭੇਜੇ ਜਾਂਦੇ ਆ, ਮਾਪਿਆਂ ਦੇ ਤਾਂ ਇੱਧਰ ਹੰਝੂ ਕਰਦੇ ਹੀ ਕਰਦੇ ਆ, ਤੇ ਵਿਦੇਸ਼ਾਂ 'ਚ ਜਾਣ ਵੇਲੇ ਜਦੋਂ ਉਹਨਾਂ ਲਈ ਉੱਥੇ ਖਤਰੇ ਦੀ ਘੰਟੀ ਵੱਜਦੀ ਹੈ, ਕੈਨੇਡਾ ਦੀ ਗੱਲ ਕਰ ਲਈ, ਹੁਣ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਆਪਾਂ, ਕਿਸ ਕਦਰ ਯੂਨੀਵਰਸਿਟੀਆਂ ਵੱਲੋਂ ਪਾਬੰਦੀਆਂ ਲਾਈਆਂ ਜਾਂਦੀਆਂ, ਕਈ ਤਰ੍ਹਾਂ ਦੇ ਕਾਗਜ਼ਾਤ ਦੇ ਵਿੱਚ ਖਾਮੀਆਂ, ਵਾਪਸ ਆਉਣ ਦਾ ਡਰ, ਖਦਸ਼ਾ, ਵੱਡਾ ਸਰਮਾਇਆ, ਬਹੁਤ ਸਾਰੇ ਮਾਮਲੇ ਹੈ ਜਿਹੜੇ ਸਵਾਲੀਆ ਨਿਸ਼ਾਨ ਖੜੇ ਕਰਦੇ ਆ। ਆਖਰ ਇਸ ਪਿਛੋਕੜ ਦੇ ਪਿੱਛੇ ਕੋਈ ਜਿਹੀਆਂ ਵੱਡੀਆਂ ਧਿਰਾਂ ਵੀ ਆ ਜਿਨ੍ਹਾਂ ਦੇ ਕਾਰੋਬਾਰ, ਇਹ ਗੱਲ ਕਹਿ ਕੇ ਮੈਂ ਆਪਣੇ ਮਹਿਮਾਨਾਂ ਦੀ ਜਾਣ ਪਹਿਚਾਣ ਕਰਾਵਾਂਗਾ, ਉਹ ਸਰਕਾਰਾਂ ਜਿਹੜੀਆਂ ਦਾਅਵਾ ਕਰਦੀਆਂ ਕਿ ਅਸੀਂ ਹੁਣ ਵਿਦੇਸ਼ਾਂ ਨੂੰ ਆਪਣੇ ਬੱਚੇ ਨਹੀਂ ਭੇਜਾਂਗੇ, ਸਗੋਂ ਵਿਦੇਸ਼ਾਂ ਤੋਂ ਇੱਧਰ ਆ ਕੇ ਬੱਚੇ ਪੜ੍ਹਨਗੇ। ਇੱਧਰ ਬੱਚੇ ਆਉਂਦੇ ਆ ਕਿ ਨਹੀਂ ਆਉਂਦੇ, ਪਰ ਸਾਡੇ ਜਿਹੜੇ ਬੱਚੇ ਗਏ ਆ ਉਹਨਾਂ 'ਚੋਂ ਬਹੁਤਿਆਂ ਦੇ ਹੁਣ ਕਈ ਮੁੱਦਿਆਂ ਨੂੰ ਲੈ ਕੇ ਸਵਾਲੀਆ ਨਿਸ਼ਾਨ ਜ਼ਰੂਰ ਨਜ਼ਰ ਆ ਰਹੇ ਆ। ਕੀ ਵਜ੍ਹਾ ਇਹਨਾਂ ਮੁੱਦਿਆਂ ਤੇ ਆਪਾਂ ਕਰਾਂਗੇ ਚਰਚਾ। ਜਿਹੜੀ ਬੇਨਤੀ ਪ੍ਰਵਾਨ ਕਰਕੇ ਪੈਨਲ ਤੇ ਮਹਿਮਾਨ ਆਪਣੇ ਨਾਲ ਜੁੜੇ ਹੈ, ਕਰਨੈਲ ਸਿੰਘ ਜੀ ਆਸਟ੍ਰੇਲੀਆ ਤੋਂ, ਜਾਣੇ ਪਹਿਚਾਣੇ ਚਿਹਰੇ ਆ ਸਾਡੇ,
ਸਾਡੇ ਦਰਸ਼ਕਾਂ ਦੇ। ਈਸ਼ਵਰਪ੍ਰੀਤ ਸਿੰਘ ਜੀ NSUI ਦੇ ਪੰਜਾਬ ਦੇ ਪ੍ਰਧਾਨ ਨੇ। ਅਮਨਦੀਪ ਸਿੰਘ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਹੈ, ਇੱਕ ਤਰ੍ਹਾਂ ਦੇ ਆਪਣੇ ਫੀਲਡ 'ਚ ਕੰਮ ਕਰਨ ਵਾਲਾ ਜਾਣਿਆ ਪਹਿਚਾਣਿਆ ਚਿਹਰਾ। ਸਤਨਾਮ ਸਿੰਘ ਦਾਊ ਸਮਾਜਿਕ ਕਾਰਕੁਨ, ਵੱਡੇ ਮੁੱਦਿਆਂ ਤੇ ਅਕਸਰ ਜਿਹੜੇ ਹੈਗੇ ਆਪਣੇ ਵਿਊਜ਼ ਰੱਖਦੇ ਰਹਿੰਦੇ ਆ। ਸਾਰੇ ਮਹਿਮਾਨਾਂ ਨੂੰ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਆਏ, ਤਹਿ ਦਿਲ ਤੋਂ ਮੈਂ ਉਹਨਾਂ ਨੂੰ ਜੀ ਆਖਦਾ, ਧੰਨਵਾਦ ਕਰਦਾ। ਕਰਨੈਲ ਸਿੰਘ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਕਿਉਂਕਿ ਗੱਲ ਆਪਾਂ ਆਸਟ੍ਰੇਲੀਆ ਦੀ ਕਰਦੇ ਹਾਂ ਤੇ ਆਸਟ੍ਰੇਲੀਆ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਜਿੱਦਾਂ ਮੀਡੀਆ ਦੇ ਅੰਦਰ ਆਇਆ, ਅਸੀਂ ਰਿਪੋਰਟਸ ਦੇਖੀਆਂ ਕਿ ਕਈ ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਤੇ ਸਵਾਲੀਆ ਨਿਸ਼ਾਨ, ਉਹਨਾਂ ਦੇ ਫਾਰਮਾਂ ਨੂੰ ਲੈ ਕੇ, ਉਹਨਾਂ ਦੇ ਸਰਟੀਫਿਕੇਟਸ ਨੂੰ ਲੈ ਕੇ, ਉਹਨਾਂ ਦਾ ਜਿਸ ਤਰੀਕੇ ਨਾਲ ਟੈਕਨੀਕਲ ਜਿਹੜੀਆਂ ਪ੍ਰੋਬਲਮਸ ਉਹਨਾਂ ਨੂੰ ਲੈ ਕੇ, ਕਿਉਂ ਆਖਰ ਜਦੋਂ ਇੱਥੋਂ ਇਸ ਕਦਰ ਬੱਚੇ ਭੇਜੇ ਜਾਂਦੇ ਆ, ਵੱਡਾ ਸਰਮਾਇਆ ਜਿੱਦਾਂ ਮੈਂ ਕਹਿਣਾ ਲਾ ਕੇ, ਜ਼ਮੀਨਾਂ ਜਾਇਦਾਦਾਂ ਵੇਚ ਕੇ, ਤੇ ਕਿਹੜੀਆਂ ਅਜਿਹੀਆਂ ਸਮੱਸਿਆਵਾਂ ਹੈਗੀਆਂ ਜਿਨ੍ਹਾਂ ਕਰਕੇ ਹੁਣ ਸਾਹਮਣਾ ਕਰਨਾ ਪੈ ਰਿਹਾ? ਬਹੁਤ ਵੱਡਾ ਸਵਾਲ ਹੈ ਕਿਸੇ ਦੇ ਬੱਚੇ ਤੇ ਐਡਾਂ ਦੇ ਸਵਾਲੀਆ ਨਿਸ਼ਾਨਾਂ ਦਾ ਲੱਗਣਾ। ਕਰਨੈਲ ਸਿੰਘ ਜੀ, ਕਿਵੇਂ ਦੇਖਦੇ ਹੋ ਇਸ ਮੁੱਦੇ ਤੇ? ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਸਾਡੇ ਪੈਨਲ ਵੱਲੋਂ ਵੀ ਜਿੰਨੇ ਵੀ ਜੁੜੇ ਉਹਨਾਂ ਨੂੰ ਵੀ, ਤੇ ਸਾਰੇ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਜੀ ਥੈਂਕ ਯੂ ਭਾਜੀ। ਤੁਸੀਂ ਇੱਕ ਬਹੁਤ ਵਧੀਆ ਪਹਿਲਾ ਜਿਹੜਾ ਇਹ ਕੁਐਸਚਨ ਕੀਤਾ, ਉਹਦੇ ਵਿੱਚ ਹੀ ਤੁਸੀਂ ਪ੍ਰੋਬਲਮ ਲੈ ਲਈ, ਕਿਉਂਕਿ ਜ਼ਿਆਦਾਤਰ ਮੀਡੀਆ ਇਹ ਜ਼ਿਆਦਾ ਹਵਾ ਖੜਾ ਕਰ ਦਿੰਦਾ ਵੀ ਆਸਟ੍ਰੇਲੀਆ ਨੇ ਬੈਨ ਕਰਤਾ ਜੀ, ਸੁਣਿਆ ਜੀ ਬਲਾਕ। ਸੋ ਇਹ ਬਹੁਤ ਚੰਗੀ ਗੱਲ ਤੁਹਾਡੀ ਭਾਜੀ, ਤੁਹਾਡੀ ਕਾਫੀ ਐਕਸਪਰਟਿਜ਼ ਹੁੰਦੀ ਆ ਤੇ ਪ੍ਰੋਬਲਮਸ ਕਰਕੇ ਹੀ ਬੰਦ ਕੀਤੇ ਆ ਜੀ ਉਹਨਾਂ ਨੇ। ਇਕੱਲਾ ਪੰਜਾਬ ਨਹੀਂ ਭਾਜੀ, ਪੰਜਾਬ ਦੇ ਨਾਲ ਹਰਿਆਣਾ ਵੀ ਆ, ਉੱਤਰ ਪ੍ਰਦੇਸ਼ ਵੀ ਆ, ਰਾਜਸਥਾਨ ਵੀ ਆ, ਇੱਥੇ ਗੁਜਰਾਤ ਵੀ। ਖਾਸ ਕਰਕੇ ਮੈਂ ਦੱਸ ਦਿਆਂ ਇੰਡੀਆ ਦੇ ਵਿੱਚ ਪਾਕਿਸਤਾਨ ਵੀ। ਹਾਂਜੀ, ਸੋ ਭਾਜੀ ਇਹਦੇ ਵਿੱਚ ਜਿਹੜੀ ਤੁਸੀਂ ਬੋਗਸ ਐਪਲੀਕੇਸ਼ਨਸ ਕਹਿੰਦੇ ਬਹੁਤ ਜ਼ਿਆਦਾ ਡਿਪਾਰਟਮੈਂਟਸ ਕਾਫੀ ਕਹਿ ਰਹੇ ਆ। ਇਹਨਾਂ ਵਿੱਚੋਂ 5 ਯੂਨੀਵਰਸਿਟੀਆਂ ਨਿਕਲ ਕੇ ਮੋਹਰੇ ਆਈਆਂ। ਪਹਿਲੀ ਯੂਨੀਵਰਸਿਟੀ ਹੈਗੀ ਜੋ ਹੈਗੀ ਆ ਸਭ ਤੋਂ ਪਹਿਲਾਂ ਵਿਕਟੋਰੀਆ ਦੀ ਮੈਲਬੌਰਨ ਦੀ, ਜਿੱਥੇ ਸਾਨੂੰ ਬਹੁਤ ਪ੍ਰਭਾਵ ਹੈ ਪੰਜਾਬੀ। ਦੂਜੀ ਯੂਨੀਵਰਸਿਟੀ ਐਡਿਥ ਹੈ, ਉਹ ਹੈਗੀ ਆ ਐਡਿਥ ਯੂਨੀਵਰਸਿਟੀ, ਉਹਨਾਂ ਨੇ ਵੀ ਇਹ ਬੈਨ ਲਾਇਆ। ਯੂਨੀਵਰਸਿਟੀ ਵੋਲੋਂਗੋਂਗ, ਟੋਰੰਟੋ ਯੂਨੀਵਰਸਿਟੀ, ਸਾਊਦਰਨ ਯੂਨੀਵਰਸਿਟੀ ਹੈ ਜੀ। ਸੋ ਇਹ 5 ਯੂਨੀਵਰਸਿਟੀਆਂ ਮੇਨ ਆ ਜਿਨ੍ਹਾਂ ਨੇ ਕਿ ਜਿਹੜੀਆਂ ਫਾਲਸ, ਬੌਗਸ ਜਾਂ ਫਰਾਡੂਲੈਂਟ ਐਪਲੀਕੇਸ਼ਨ ਨੂੰ ਦੇਖਦੇ ਆ, ਉਹ ਵੀ ਪਿੱਛੇ ਜਿਹੜੀਆਂ ਪਹਿਲਾਂ ਲੱਗ ਚੁੱਕੀਆਂ ਉਹਦੇ ਸਾਹਮਣੇ, ਤਾਂ ਉਹਨਾਂ ਨੇ ਬੈਨ ਕੀਤਾ। ਸੋ ਉਦਾਂ ਉਹਨਾਂ ਨੇ ਜਿਹੜੇ ਅਕੈਡਮਿਕ ਸਟੂਡੈਂਟ ਆ, ਵਧੀਆ ਸਟੂਡੈਂਟ ਆ, ਉਹਨਾਂ ਲਈ ਹਾਲੇ ਕੋਈ ਬੈਨ ਦੀ ਕੋਈ ਗੱਲ ਹੈ ਨਹੀਂ। ਸੋ ਇਹਦੇ ਵਿੱਚ ਭਾਜੀ ਇਧਰ ਮੈਂ ਦੱਸ ਦਿਆਂ ਸਾਡੇ ਦੇਖਣ ਵਾਲਿਆਂ ਨੂੰ, ਸਟੂਡੈਂਟ ਦਾ ਫਿਊਚਰ ਦੇਖਦੇ ਹੋਏ ਇਹ ਦੇਸ਼ ਕਰਦੇ ਆ ਜੀ ਇੱਦਾਂ। ਕਿਉਂਕਿ ਜਦੋਂ ਖਾਸ ਕਰਕੇ ਜਿਹੜੇ ਫਾਲਸ ਏਜੰਟ ਆ, ਫਾਲਸ ਡਾਕੂਮੈਂਟ ਲਾ ਲੈਂਦੇ ਆ, ਫਾਈਨੈਂਸ਼ੀਅਲ ਡਾਕੂਮੈਂਟ, ਆਫਰ ਲੈਟਰ ਤੋਂ ਲੈ ਕੇ ਟੋਟਲ ਪ੍ਰੋਸੈਸ ਆ ਜਿਹੜਾ ਇਮੀਗ੍ਰੇਸ਼ਨ ਤੱਕ ਦਾ, ਹੋਮ ਅਫੇਅਰਸ ਨੇ ਵੀ ਇਹ ਕਿਹਾ ਵੀ ਸਾਨੂੰ ਲੱਗਦਾ ਆ ਵਕਾਲਤ ਜਿਹੜੀ ਆ ਉਹ ਇੱਥੇ ਕੰਮ ਕਰਨ ਨੂੰ ਤਰਜੀਹ ਦਿੰਦੀ ਆ, ਬਾਹਰ ਪੈਸੇ ਕਮਾਉਣ ਨੂੰ ਤਰਜੀਹ ਦਿੰਦੀ ਆ ਇਹਨਾਂ ਦੇਸ਼ਾਂ ਚੋਂ। ਨੇਪਾਲ ਵੀ ਉਹਦੇ ਵਿੱਚ ਹੈਗਾ, ਬੰਗਲਾਦੇਸ਼ ਦਾ ਵੀ ਨਾਂ ਲਿਆ ਉਹਨਾਂ ਨੇ, ਤੇ ਉਹਦੇ ਵਿੱਚੋਂ ਠੀਕ ਆ ਅਸੀਂ ਪੰਜਾਬ ਨੂੰ ਉਹਨਾਂ ਨੂੰ ਤੇ ਹਰਿਆਣੇ ਨੂੰ ਸਾਨੂੰ ਜ਼ਿਆਦਾ ਹਿੱਟ ਕਰਦਾ ਲੱਗਦਾ ਆ। ਸੋ ਅਸੀਂ ਜਿੰਨੇ ਵੀ ਤੁਹਾਡੇ ਨਾਲ ਦੇ ਪੈਨਲ ਆ, ਯੂਥ ਆ ਜਾਂ ਹੋਰ ਵੀ ਆ, ਜੇ ਕੋਈ ਚਾਹੁੰਦੇ ਕੁਐਸਚਨ ਕਰਨਾ ਭਾਜੀ, ਹੋਰ ਮੈਂ ਦੱਸ ਦਿਆਂ ਕਾਫੀ 4-5 ਸਾਲ ਤੋਂ ਸਾਡੀ ਐਜੂਕੇਸ਼ਨ ਡਿਪਾਰਟਮੈਂਟ ਨਾਲ ਮੀਟਿੰਗ ਹੁੰਦੀ ਆਈ ਆ। ਉਹ ਪਹਿਲਾਂ ਵੀ ਕਹਿੰਦੇ ਰਹੇ ਆ ਵੀ ਤੁਹਾਡਾ ਉੱਥੇ ਦਾ ਜਿਹੜੇ ਫਾਲਸ ਡਾਕੂਮੈਂਟ ਕਾਫੀ ਹੁੰਦੇ ਆ। ਹੁਣ ਮੈਂ ਇੱਥੇ ਇਹ ਵੀ ਦੱਸ ਦਿਆਂ, ਗਲੋਬਲ ਪੰਜਾਬ TV ਵੱਲੋਂ ਅਸੀਂ ਉਦੋਂ ਸਟੂਡੈਂਟਸ ਦਾ ਪੂਰਾ ਹੱਕ ਇੱਥੇ ਜਿਤਾਇਆ ਜਦੋਂ ਕੋਵਿਡ ਦੇ ਵਿੱਚ ਸਟੂਡੈਂਟ ਬਾਹਰ ਫਸ ਗਏ ਸੀ, ਬਾਹਰ ਗਏ ਹੋਏ ਪੰਜਾਬ। ਹਾਂਜੀ, ਉਦੋਂ ਵੀ ਅਸੀਂ ਕਿਹਾ ਵੀ ਉਹਨਾਂ ਨੇ ਸੁਣੀ ਵੀ। ਦੇਖੋ ਸਾਰਿਆਂ ਨੂੰ ਉਹਨਾਂ ਨੇ ਦੁਬਾਰਾ ਸੱਦਿਆ, ਉਸੇ ਵਿਜੇ ਦਿੱਤੇ, ਫ੍ਰੀ ਵਿਜੇ ਵੀ ਬਿਨਾਂ ਫੀਸ ਤੋਂ ਵੀ ਦੁਨੀਆ ਨੂੰ ਐਕਸਟੈਂਡ ਕਰ ਦਿੱਤੇ ਗਏ। ਸੋ ਅਸੀਂ ਇੱਥੇ ਬਿਲਕੁਲ ਨਹੀਂ ਕਹਿੰਦਾ ਕਿ ਇਹ ਕੋਈ ਡਿਸਕ੍ਰਿਮੀਨੇਸ਼ਨ ਆ, ਪਰ ਹਾਂ ਤੁਹਾਨੂੰ ਮੈਂ ਲਾਸਟਲੀ ਦੱਸ ਦਿਆਂ, ਬਹੁਤਾ ਟਾਈਮ ਨਾ ਲੈਂਦਾ ਹੋਇਆ, ਵੀ ਇਹ ਪੰਜਾਬੀਆਂ ਨੂੰ ਵੀ ਸੋਚਣਾ ਪੈਣਾ ਵੀ ਤੁਸੀਂ ਇੰਨੀ ਮਿਹਨਤ ਨਾਲ ਪਾਲੇ ਹੋਏ ਆਪਣੇ ਬੱਚੇ, ਇਕਲੌਤੇ, ਖਾਸ ਕਰਕੇ ਇਕੱਲੇ ਪਰਿਵਾਰ ਦੇ ਬਹੁਤ ਘੱਟ ਗਏ, 1-2 ਦੇ ਹੀ ਹੈਗੇ ਜ਼ਿਆਦਾਤਰ, ਤੇ ਜੇ ਤੁਸੀਂ ਉਹਨਾਂ ਨੂੰ ਇੰਟਰਨੈਸ਼ਨਲ ਪੜ੍ਹਾਈ ਕਰਾਉਣੀ ਆ ਤਾਂ ਤੁਸੀਂ ਪੰਜਾਬ 'ਚ ਵੀ ਜਾਂ ਇੱਧਰੋਂ ਕਰਵਾ ਕੇ ਵੀ ਉੱਥੇ ਵੀ ਸੈੱਟ ਇਸ ਤਰ੍ਹਾਂ ਦਾ ਕੋਈ ਤੁਹਾਨੂੰ ਹੱਲ ਲੱਭਣਾ ਪੈਣਾ ਗਵਰਨਮੈਂਟਾਂ ਦੀ ਹੈਲਪ ਦੇ ਨਾਲ। ਹਾਂਜੀ ਭਾਜੀ। ਕਰਨੈਲ ਜੀ, ਇੱਕ ਸਵਾਲ ਛੋਟਾ ਜਿਹਾ ਮੈਂ ਅੱਗੇ ਮਹਿਮਾਨਾਂ ਕੋਲ ਜਾਣ ਤੋਂ ਪਹਿਲਾਂ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ। ਜਿੱਦਾਂ ਤੁਸੀਂ ਕਿਹਾ ਕਿ ਫਾਸਟ ਡਾਕੂਮੈਂਟਸ ਦੀ ਆਪਾਂ ਗੱਲ ਕਰਦੇ ਹਾਂ,
ਆਖਰ ਜਦੋਂ ਇਦਾਂ ਦੇ ਜਾਲੀ ਡਾਕੂਮੈਂਟ ਲਾਏ ਜਾਂਦੇ ਆ ਤਾਂ ਜਿਹੜਾ ਪੁਣ ਛਾਣ ਦਾ ਇੱਕ ਪ੍ਰੋਸੈਸ ਹੁੰਦਾ ਹੈ, ਉਦੋਂ ਕਿਉਂ ਨਹੀਂ ਇਹ ਗੱਲਾਂ ਹੁਣ ਜਦੋਂ ਕਿ ਉਹ ਵਿਦਿਆਰਥੀ ਹੈ ਆਪਣੀਆਂ ਫੀਸਾਂ ਵੀ ਦੇ ਚੁੱਕੇ ਆ, ਪੜ੍ਹਾਈ ਵੀ ਕਰ ਰਿਹਾ, ਕਈਆਂ ਨੇ ਕੰਪਲੀਟ ਕਰ ਲਈ ਹੋਏਗੀ, ਹੁਣ ਇਹ ਸਵਾਲ ਕਿਉਂ ਉੱਠ ਰਿਹਾ ਹੈ? ਆਖਰਕਾਰ ਸ਼ੁਰੂਆਤੀ ਜਿਹੜਾ ਇੱਕ ਪ੍ਰੋਸੈਸ ਆ ਉਹਦੇ 'ਚ ਕਿਉਂ ਨਹੀਂ ਇਹ ਗੱਲਾਂ ਸਾਹਮਣੇ ਆਉਂਦੀਆਂ ਕਿ ਇਹ ਫਿਰ ਸਾਰਾ ਕੁਝ ਮਿਲਿਆ ਆਪਸ ਵਿੱਚ ਜਿਹੜਾ ਹੈਗਾ ਰਲਿਆ ਮਿਲਿਆ ਕੰਮ ਚੱਲਦਾ ਕਿ ਇਸ ਸਟੇਜ ਤੇ ਆ ਕੇ ਵਿਰੋਧ ਹੋ ਰਿਹਾ ਜਦੋਂ ਕਿ ਸਾਰਾ ਕੁਝ ਫੀਸਾਂ ਭਰ ਚੁੱਕੇ ਆ, ਸਾਰੇ ਖਰਚੇ ਕਰ ਚੁੱਕੇ ਆ? ਦੇਖੋ ਭਾਜੀ ਜਗਤਾਰ ਜੀ, ਤੁਸੀਂ ਬਹੁਤ ਹੀ ਐਕਸਪਰਟਿਜ਼ ਹੋ ਪੰਜਾਬ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ। ਤੁਸੀਂ ਸਕ੍ਰਿਪਟ ਵੀ ਲਿਖਦੇ ਰਹੇ ਆ, ਤੁਹਾਨੂੰ ਪਤਾ ਹੀ ਆ। ਜਦੋਂ ਇਹ ਨਿਊਜ਼ ਵੀ ਦਿੱਤੀ ਜਾਂਦੀ ਆ, ਜਦੋਂ ਇਹ ਆਈ ਆ, ਜਦੋਂ ਪ੍ਰੋਬਲਮ ਸਾਹਮਣੇ ਆਈ ਆ, ਉਦੋਂ ਹੀ ਹੁੰਦਾ। ਤੁਹਾਡਾ ਕੁਐਸਚਨ ਵੀ ਬਹੁਤ ਹੀ ਵਧੀਆ ਆ, ਕਿਉਂਕਿ ਇਹ ਲੋੜੀਂਦਾ ਵੀ ਆ। ਕਿਉਂ ਇਹ ਬਾਅਦ ਵਿੱਚ ਆਉਂਦਾ ਆ? ਉਹ ਇਦਾਂ ਹੀ ਆਉਂਦਾ ਭਾਜੀ। ਪਹਿਲਾਂ 4-5 ਸਾਲ ਪਹਿਲਾਂ ਆਫਰ ਲੈਟਰ ਇੱਕ ਹੁੰਦੀ ਸਭ ਤੋਂ ਪਹਿਲਾਂ ਜੀ ਕਿਸੇ ਵੀ ਯੂਨੀਵਰਸਿਟੀ ਚੋਂ। ਜਦੋਂ ਆਫਰ ਲੈਟਰ ਪਹਿਲਾਂ ਸਾਰੇ ਆਰਾਮ ਨਾਲ ਦੇ ਦਿੰਦੇ ਸੀ, ਈਜ਼ੀ ਹੁੰਦੀ ਸੀ, 3 ਦਿਨ ਚ ਆਫਰ ਲੈਟਰ ਮਿਲ। ਆਫਰ ਲੈਟਰ ਤੋਂ ਬਾਅਦ ਹੁੰਦਾ ਕੰਮ ਜੀ ਯੂਨੀਵਰਸਿਟੀ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਦਾ, ਇਦਾਂ ਹੀ ਹੋਮ ਅਫੇਅਰ ਦਾ। ਉਹਨਾਂ ਨੇ ਫਿਰ ਜਦੋਂ ਵੀਜ਼ੇ ਦਿੱਤੇ, ਜਦੋਂ ਪਰਮਾਨੈਂਟ ਲਾਉਣ ਲੱਗੇ ਜਾਂ ਆ ਕੇ ਉਹ ਸਟੱਡੀ ਨੂੰ ਕੰਟੀਨਿਊ ਨਹੀਂ ਕਰ ਪਾ ਸਕੇ ਇੱਥੇ ਦੇ ਲੈਵਲ ਦੇ ਹਿਸਾਬ ਨਾਲ, ਆਸਟ੍ਰੇਲੀਆ ਦੇ ਲੈਵਲ ਦੇ ਹਿਸਾਬ ਨਾਲ। ਜਿੱਦਾਂ ਆਪਾਂ ਕਹਿ ਦਈਏ ਇਹ ਸਾਡੇ ਨਾਲ ਇੱਥੇ ਵੀ ਇੰਡੀਆ ਵੀ ਹੋਇਆ ਸੀ। ਜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਕੋਈ ਪੜ੍ਹਿਆ ਹੋਵੇ, ਇੱਥੇ ਕੋਈ ਕੁਆਲੀਫਿਕੇਸ਼ਨ ਅਸੈਸ ਕਰਾਉਂਦਾ ਸੀਗਾ, ਤਾਂ ਉਹਨੂੰ ਇਕੁਇਵਲੈਂਟ ਟੂ MA ਮਿਲ ਜਾਂਦੀ ਸੀ, ਮਾਸਟਰ। ਪਰ ਜਿਹੜੀ ਬਾਕੀ ਯੂਨੀਵਰਸਿਟੀਆਂ ਭਾਜੀ ਇੱਥੇ ਉਹਨੂੰ ਕਹਿੰਦੇ ਸੀ ਗ੍ਰੈਜੂਏਸ਼ਨ, ਇਹ 2 ਸਾਲ ਥੱਲੇ ਕਰਦਾ ਸੀ। ਏਦਾਂ ਆ। ਸੋ ਇਹਨਾਂ ਦਾ ਜਿਹੜਾ ਲੈਵਲ ਹੈ, ਇਹਦੀ ਮਿਹਨਤ ਹੁੰਦੀ ਹੈ ਜਿਹੜੀ ਆਪਣੀ ਸੰਸਥਾਵਾਂ ਦੀ, ਜਿਹਦਾ DAV ਕਾਲਜ ਵਾਲਿਆਂ ਦਾ ਆਪਣਾ ਆ, ਸਾਡੇ ਰਾਮਗੜ੍ਹੀਆ ਕਾਲਜ। ਮੈਂ ਐਗਜ਼ਾਮਪਲ ਦਿੰਦਾ, ਉਹ ਇਸੇ ਤਰਜ਼ ਦੇ ਉੱਤੇ ਆਫਰ ਲੈਟਰ ਪਹਿਲਾਂ ਜਦੋਂ ਦਿੰਦੇ ਰਹੇ, ਗਲਤੀ ਹੋਈ ਉੱਥੋਂ ਏਜੰਟਾਂ ਵੀ ਤੇ ਬੰਦਿਆਂ ਦੀ ਵੀ, ਜਿਹੜੀਆਂ ਥੱਲੇ ਯੂਨੀਵਰਸਿਟੀਆਂ ਉਹਨਾਂ ਦੀ ਵੀ ਛੋਟੀਆਂ ਜਿਹੜੀਆਂ ਹੁੰਦੀਆਂ ਪ੍ਰਾਈਵੇਟ, ਜਿਹੜੀਆਂ ਅਕੈਡਮੀਆਂ ਖੋਲੀਆਂ, ਤਾਂ ਕੈਨੇਡਾ ਦੀ ਤਰਜ਼ ਤੇ ਕੈਨੇਡਾ 'ਚ ਵੀ ਹੋਇਆ ਨਾ। ਹੁਣ ਜਦੋਂ ਛਾਣਬੀਨ ਹੁੰਦੀ ਆ, ਉਹਨਾਂ ਦੀ ਸਕਰੀਨ ਵੀ ਕੋਈ ਸਾਹਮਣੇ ਆਈ, ਇੱਥੇ ਸਟੂਡੈਂਟ ਆ ਵੀ ਗਏ ਔਨ ਸ਼ੋਰ ਜਾਂ ਉੱਥੋਂ ਹੁਣੇ ਆਉਂਦੇ ਸੀ। ਉਹ ਜਦੋਂ ਪੂਰਾ ਪ੍ਰੋਸੈਸ ਕਰਦੀ ਆ, ਉਹ ਜਦੋਂ ਡਬਲ ਚੈੱਕ ਕਰਦੀ ਯੂਨੀਵਰਸਿਟੀਆਂ ਨਾਲ, ਉਹ ਫਿਰ ਉਹਦੀਆਂ ਡਿਗਰੀਆਂ ਕਈਆਂ ਦੀ ਪਾਸ ਨਿਕਲੀਆਂ, ਕਈਆਂ ਦੇ ਲੈਵਲ ਪੜ੍ਹੇ ਨਹੀਂ, ਜਾਂ ਇੱਕ ਦਾ ਸਬਜੈਕਟ ਪਿੱਛੇ ਰਹਿ ਗਿਆ। ਇਹਦੇ ਵਿੱਚ ਭਾਈ ਥੋੜਾ ਜਿਹਾ ਟਾਈਮ ਦੇ ਵਿੱਚ ਦੱਸਣਾ ਬਹੁਤ ਹੀ ਮੁਸ਼ਕਿਲ ਆ। ਜਦੋਂ ਇਹ ਰੈਲੇਵੈਂਟ ਸਬਜੈਕਟ ਹੋ ਗਿਆ, ਉਹ IT ਨੇ ਹੈ ਨਹੀਂ, ਉਹਨੇ ਪਹਿਲਾਂ ਸਟੱਡੀ ਨਹੀਂ ਕੀਤੀ, ਉਹ ਏਜੰਟ ਨੇ ਉਹਨੂੰ ਧੱਕੇ ਨਾਲ MBA ਉਧਰ ਪਾ ਦਿੱਤਾ। ਉਹ ਇਸ ਕਰਕੇ ਅੱਗੋਂ ਚੱਲ ਨਹੀਂ ਪਾਇਆ ਆਪਣੀ ਉਸ ਦੇ ਵਿੱਚ, ਭਾਵੇਂ ਉਹਦੇ IELTS ਦੇ ਵਿੱਚ 8 ਬੈਂਡ ਵੀ ਹੋਣ, ਜਦ ਕਿ ਆਪਣੀ ਸਕਿੱਲ ਦੇ ਵਿੱਚ ਚੱਲ ਨਹੀਂ ਪਾ ਰਿਹਾ। ਉਹ ਫਿਰ ਸਟੱਡੀ ਵਿੱਚ ਛੱਡ ਦਿੰਦੇ ਆ। ਉਹ ਬੱਚੇ ਸਟ੍ਰੈਸ 'ਚ ਵੀ ਆਉਂਦੇ ਆ, ਉਹ ਤੰਗ ਵੀ ਹੁੰਦੇ ਆ। ਉਹਦੀ ਸੇਫਟੀ ਦੀ ਖਾਤਰ ਇਹ ਦੇਸ਼, ਮੈਂ ਨਹੀਂ ਕਹਿੰਦਾ ਮੈਂ ਇੱਥੇ ਰਹਿੰਦਾ ਕਰਕੇ, ਜੋ ਯੂਨੀਵਰਸਿਟੀ ਤੋਂ ਸਿੱਖਿਆ ਆ, ਉਹ ਦੇਖਦੇ ਆ ਸਾਡੇ ਬੱਚਿਆਂ ਦਾ। ਜਦੋਂ ਔਨ ਸ਼ੋਅ ਸਾਡੇ ਕੋਲ ਬੱਚਾ ਉੱਤਰ ਕੇ ਆ ਜਾਂਦਾ, ਇਹਨਾਂ ਦੀ ਸਮਾਈਲ ਤੇ ਖੁਸ਼ੀ ਹੁੰਦੀ ਇਹਨਾਂ ਨੂੰ ਵੀ ਸਾਡੇ ਕੋਲ ਤੁਸੀਂ ਆਏ ਹੋ, ਤੁਸੀਂ ਸਾਡੇ ਹੀ ਆ। ਵਰਕ ਪਰਮਿਟ ਬਾਅਦ ਦੇ ਦਿੰਦੇ ਆ ਜੀ। ਥੈਂਕ ਯੂ ਭਾਜੀ। ਬਿਲਕੁਲ ਜਿਹੜਾ ਸਮੱਸਿਆਵਾਂ ਜਿਹੜੀਆਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਵੀ ਆਉਂਦੀਆਂ, ਪਰ ਤੁਸੀਂ ਜਿਸ ਕਦਰ ਉਹਨਾਂ ਨੂੰ ਸੰਭਾਲਦੇ ਹੋ ਇਹ ਵੀ ਬਹੁਤ ਵੱਡੀ ਗੱਲ ਹੈ। ਇਸ ਮੁੱਦੇ ਤੇ ਬਣੇ ਰਹੋ, ਆਪਾਂ ਫੇਰ ਆਉਂਦੇ ਹਾਂ ਤੁਹਾਡੇ ਨਾਲ, ਇਸੇ ਮੁੱਦੇ ਤੇ ਆਪਾਂ ਗੱਲ ਕਰਦੇ ਹਾਂ। ਸਿੱਧੂ ਜੀ, ਤੁਸੀਂ NSU ਦੇ ਪੰਜਾਬ ਦੇ ਪ੍ਰਧਾਨ ਵੀ ਹੋ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਦੇਖੋ ਬਹੁਤ ਵੱਡੀ ਸਮੱਸਿਆ ਹੈ। ਵੱਡੀ ਗਿਣਤੀ 'ਚ ਹੁਣ ਤਾਂ ਉਹ ਗੱਲ ਹੀ ਨਹੀਂ ਰਹੇਗੀ, ਚਾਹੇ ਮਾਲਵਾ, ਮਾਝਾ ਜਾਂ ਦੁਆਬਾ ਹੈ, ਕਿਸ ਕਦਰ ਜਿਹੜਾ ਸਾਡਾ ਭਵਿੱਖ ਵਿਦੇਸ਼ਾਂ ਨੂੰ ਜਾ ਰਿਹਾ, ਜਿਹਦੀ ਗੱਲ ਕਰਨੈਲ ਸਿੰਘ ਜੀ ਨੇ ਵੀ ਕੀਤੀ ਹੈ। ਆਸਟ੍ਰੇਲੀਆ ਦੀ ਗੱਲ ਕਰ ਲਈ, ਕੈਨੇਡਾ ਦੀ, ਦੂਜੇ ਮੁਲਕਾਂ ਦੀ। ਆਖਰ ਕਿਉਂ ਅਜਿਹੀ ਸਥਿਤੀ ਬਣ ਰਹੀ ਹੈ ਕਿ ਇੱਥੇ ਸਾਰਾ ਕੁਝ ਵੇਚ ਵੱਟ ਕੇ ਮਾਪੇ ਉਹਨਾਂ ਨੂੰ ਵਿਦੇਸ਼ਾਂ 'ਚ ਭੇਜਦੇ ਆ, ਤੇ ਫਿਰ ਬਾਹਰ ਜਾ ਕੇ ਫਿਰ ਸਵਾਲੀਆ ਨਿਸ਼ਾਨ, ਜਿਹੜਾ ਏਜੰਟਾਂ ਦੀ ਠੱਗੀ, ਯੂਨੀਵਰਸਿਟੀਆਂ ਦੇ ਧੱਕੇ, ਇਹ ਸਾਰਾ ਕੁਝ ਕਿਹੜੀ ਮਜਬੂਰੀ ਦੇ ਨੂੰ ਵਾਪਰ ਰਿਹਾ ਪੰਜਾਬ ਦੇ ਅੰਦਰ? ਕਿਉਂ ਲੁੱਟਿਆ ਜਾ ਰਿਹਾ ਪੰਜਾਬ? ਸਿੱਧੂ ਜੀ ਦੇਖੋ ਜੀ, ਇਹ ਤੁਹਾਡਾ ਬਹੁਤ ਹੀ ਵਧੀਆ ਇਹ ਵਿਸ਼ੇ ਆ ਜਿਹੜਾ ਤੁਸੀਂ ਅੱਜ ਇੱਥੇ ਚੱਕਿਆ ਆ, ਕਿਉਂਕਿ 70% ਬੱਚਿਆਂ ਦੀ ਇਹੀ ਪ੍ਰੋਬਲਮ ਹੈ। ਤੇ ਇਹਦੇ ਵਿੱਚ 2 ਸਵਾਲ ਖੜੇ ਹੁੰਦੇ ਆ ਜੀ, ਜਿਹੜੇ ਪੰਜਾਬ ਦੇ ਵਿੱਚ ਜਿਹੜੇ ਵਿਦਿਆਰਥੀ ਨੇ 70% ਇਹੀ ਪ੍ਰੋਬਲਮ ਹੈ, ਤੇ 2 ਸਵਾਲ ਖੜੇ ਹੁੰਦੇ ਆ ਜੀ। ਪਹਿਲਾ ਸਵਾਲ ਕਿ ਬਾਹਰ ਜਾਣਾ ਕੋਈ ਗੁਨਾਹ ਆ? ਜਿਹੜਾ ਬੱਚਾ, ਜਿਹੜਾ ਵਿਦਿਆਰਥੀ ਜੇ 12ਵੀਂ ਤੋਂ ਬਾਅਦ ਜੇ ਬਾਹਰ ਜਾਣਾ ਚਾਹੁੰਦਾ, ਇਹ ਕਿ ਗੁਨਾਹ ਹੈ? ਇਹ ਪੁੱਛਣਾ ਚਾਹੀਦਾ ਸਾਰਿਆਂ ਨੂੰ। ਇਹਦੇ ਵਿੱਚ ਸਰਕਾਰਾਂ ਵੀ ਆ ਜਾਂਦੀਆਂ ਨੇ, ਇਹਦੇ ਵਿੱਚ ਉਹ ਵੀ ਆ ਜਾਂਦੇ ਨੇ ਜਿਹੜੇ ਬਾਹਰ ਜਾਣ ਤੋਂ ਰੋਕਦੇ ਨੇ। ਜਿੱਦਾਂ ਹੁਣ ਪਿੱਛੇ ਜੇ ਮਾਨ ਸਾਹਿਬ ਨੇ, CM ਸਾਹਿਬ ਨੇ ਕਿਹਾ ਸੀਗਾ ਕਿ ਭਾਈ ਅਸੀਂ ਬਾਹਰੋਂ ਬੱਚੇ ਲਿਆ ਕੇ ਇੱਥੇ ਪੜ੍ਹਾਵਾਂਗੇ। ਤੇ ਜਿਹੜਾ ਬੱਚਾ ਇੱਥੋਂ 12ਵੀਂ ਤੋਂ ਬਾਅਦ ਜਿਹੜਾ ਬਾਹਰ ਜਾਣਾ ਚਾਹੁੰਦਾ, ਕੋਈ ਗੁਨਾਹ ਤਾਂ ਨਹੀਂ ਕਰਦਾ ਮੇਰੇ ਹਿਸਾਬ ਨਾਲ। ਜਾਂ ਤਾਂ ਫਿਰ ਉਹਨੂੰ ਆਪਾਂ ਇੱਥੇ ਨੌਕਰੀ ਦੇ ਦਈਏ, ਨੌਕਰੀ ਦੇ ਕੇ, ਕਿਉਂਕਿ ਹੁਣ ਦੇਖੋ ਪੁਲਿਸ ਦੀ ਨੌਕਰੀਆਂ ਵੀ ਬੰਦ ਨੇ, ਫੌਜ ਦੀਆਂ ਨੌਕਰੀਆਂ ਵੀ, ਅਗਨੀਵੀਰ ਕਰਕੇ ਇਹਨਾਂ ਨੇ ਸਕੀਮ ਚਲਾਈ ਸੀਗੀ, ਉਹ ਵੀ ਰਿਟਾਇਰ ਕਰ ਦਿੰਦੇ ਨੇ। ਕੋਈ BMW ਕੰਪਨੀ ਇੱਥੇ ਵੱਡੀ ਨਹੀਂ ਆਈ ਪੰਜਾਬ ਦੇ ਵਿੱਚ ਜੋ ਕਿ ਵਿਦਿਆਰਥੀ ਜਿਹੜਾ ਕਿ ਹੈਗਾ BA ਤੋਂ ਬਾਅਦ ਜਾਂ ਕਿ ਨੌਕਰੀ ਕਰ ਸਕਦਾ। ਦੇਖੋ ਜਿਹੜੀ ਸਾਡੀ ਉਮਰ ਹੈ ਜੀ 18 ਤੋਂ ਲੈ ਕੇ 27-28 ਸਾਲ ਤੱਕ ਦੀ, ਇਹ ਉਮਰ ਦੇ ਵੱਲ ਕੋਈ ਦੇਖਦਾ ਨਹੀਂ ਹੈਗਾ।
ਇਹਨੂੰ ਆਪਾਂ ਮੰਡੀਰ ਹੀ ਕਹਿ ਦਿੰਦੇ ਆ। ਜਿੰਨੇ ਤੁਸੀਂ ਵੱਡੇ ਆਪਾਂ ਬੁੱਧੀਜੀਵ ਜਿਹੜਾ ਵੱਡੀਆਂ ਉਮਰਾਂ ਦੇ ਨੇ 60 ਤੋਂ 70 ਸਾਲ ਵਾਲੇ, ਇਹਨਾਂ ਨੂੰ ਹਮੇਸ਼ਾ ਦਰਕਿਨਾਰ ਕੀਤਾ ਜਾਂਦਾ ਸਾਨੂੰ। ਜੇ ਆਪਾਂ ਆਨੰਦਪੁਰ ਸਾਹਿਬ ਮੱਥਾ ਵੀ ਟੇਕਣ ਚੱਲ ਜਾਈਏ ਜਾਂ ਫਿਰ ਕਿਤੇ ਹੋਰ ਧਾਰਮਿਕ ਸਥਾਨ ਤੇ ਮੱਥਾ ਟੇਕਣ ਚੱਲ ਜਾਈਏ, ਸਾਨੂੰ ਕਹੀ ਜਾਂਦਾ ਭਾਈ ਮੰਡੀਰ ਆ, ਇਹ ਮੰਡੀਰ ਆ ਗਈ। ਬਿਲਕੁਲ ਇੱਕ ਗਿਣਿਆ ਮਿਥਿਆ ਸ਼ਬਦ ਆ ਮੰਡੀਰ ਜਿਹੜਾ ਤੇ ਵਰਤਿਆ ਜਾਂਦਾ ਹੈ। ਸਰ ਇਹ ਸ਼ਬਦ ਜਿਹੜਾ ਆ ਇਹ ਇੰਨੇ ਕੁ ਡਰੈਸਟੀਕਲ ਤਰੀਕੇ ਨਾਲ ਸਾਡੇ ਤੇ ਵਰਤਿਆ ਜਾਂਦਾ ਕਿ ਸਾਡੇ ਕੋਲ ਸਾਡੀ એનર્ਜੀ ਨਹੀਂ ਚੈਨਲਾਈਜ਼ ਕੀਤੀ ਜਾਂਦੀ। ਜਿਹੜਾ ਯੂਥ ਹੈ, ਯੂਥ ਦੇ ਵਿੱਚ ਸਭ ਤੋਂ ਵੱਧ એનર્ਜੀ ਆ ਜਿਹੜੀ ਆ 18 ਤੋਂ ਲੈ ਕੇ 27 28 ਸਾਲ ਦੀ ਉਮਰ ਆ। ਤੇ ਮੈਂ ਮੁੜ ਕੇ ਇਹ ਵਿਸ਼ੇ ਤੇ ਆਵਾਂ, ਦੇਖੋ ਜਿੱਦਾਂ ਕਿ ਆਸਟ੍ਰੇਲੀਆ ਨੇ ਕਾਲਜਸ ਬਲੈਕਲਿਸਟ ਕੀਤੇ ਆ, ਜੇ ਆਸਟ੍ਰੇਲੀਆ ਕਹਿ ਰਿਹਾ ਕਿ ਅਸੀਂ ਪੰਜਾਬ ਤੇ ਹਰਿਆਣੇ ਦੇ ਬੱਚਿਆਂ ਨੂੰ ਨਹੀਂ ਇੱਥੇ ਆਉਣ ਦੇ ਰਹੇ, ਇੱਦਾਂ ਹੀ ਮੈਂ ਥੋੜ੍ਹਾ ਜਿਹਾ ਪਿੱਛੇ ਚੱਲ ਜਾਵਾਂ, ਦੱਸਣਾ ਚਾਹੁੰਦਾ ਕੈਨੇਡੀਅਨ ਨੇ 700 ਬੱਚੇ, ਕੈਨੇਡੀਅਨ ਜਿਹੜੀ ਗਵਰਨਮੈਂਟ ਆ 700 ਬੱਚੇ ਉਹਨਾਂ ਨੇ ਵਾਪਸ ਭੇਜਣੇ ਸੀਗੇ ਇੰਡੀਆ ਨੂੰ। ਤੁਹਾਨੂੰ ਪਿੱਛੇ ਯਾਦ ਹੋਊਗਾ ਇਹ ਖਬਰ ਵੀ ਆਈ ਸੀਗੀ। ਜੀ ਬਿਲਕੁਲ। ਮੌਂਟਰੀਅਲ ਨੇ 11 ਤੋਂ 12 ਕਾਲਜ ਬਲੈਕਲਿਸਟ ਕਰ ਦਿੱਤੇ ਗਏ ਸੀਗੇ। ਹੁਣ ਮੈਨੂੰ ਇੱਕ ਗੱਲ ਦਾ ਇਹ 'ਚ ਜਵਾਬ ਚਾਹੀਦਾ ਸਾਰਿਆਂ ਤੋਂ, ਜਿੰਨੇ ਅਸੀਂ ਇਹ ਮੁਹਿੰਮ ਵੀ ਚਲਾਵਾਂਗੇ ਥੋੜੇ ਆਉਣ ਵਾਲੇ ਦਿਨਾਂ 'ਚ, ਪੰਜਾਬ ਤੋਂ 1.5 ਤੋਂ 2 ਲੱਖ ਬੱਚਾ ਪਰ ਈਅਰ ਬਾਹਰ ਜਾ ਰਿਹਾ। ਸਭ ਤੁਸੀਂ ਹੈਰਾਨ ਹੋਵੋਗੇ, 1.5 ਤੋਂ 2 ਲੱਖ ਬੱਚਾ ਬਾਹਰ ਜਾ ਰਿਹਾ ਤੇ ਸਰਕਾਰਾਂ ਇਹਦੇ ਵਿੱਚ ਹੱਥ ਖੜੇ ਕਰ ਚੁੱਕੀਆਂ ਨੇ। ਸਰਕਾਰਾਂ ਕਹਿੰਦੀਆਂ ਭਾਈ ਬਾਹਰ ਨਾ ਜਾਓ, ਜਦੋਂ ਉਹ ਕਹਿੰਦੀਆਂ ਬਾਹਰ ਨਾ ਜਾਓ ਉਦੋਂ ਇੱਕ ਕੰਧ ਖੜੀ ਹੋ ਜਾਂਦੀ ਹੈ ਬੱਚੇ ਦੇ ਸਾਹਮਣੇ, ਜੇ ਬਾਹਰ ਨਹੀਂ ਜਾਣਾ ਇੱਥੇ ਨੌਕਰੀਆਂ ਦੇ ਦਿਓ। ਅੱਛਾ ਸਰਕਾਰਾਂ ਕਹਿੰਦੀਆਂ ਬਾਹਰ ਨਾ ਜਾਓ, ਇੱਥੋਂ ਜਿਹੜੇ ਪ੍ਰਾਈਵੇਟ ਏਜੰਟ ਨੇ, ਬੱਚੇ ਨੇ ਤਾਂ ਬਾਹਰ ਜਾਣਾ ਹੀ ਹੁੰਦਾ। ਹੁਣ ਜਿਹਦਾ ਢਿੱਡ ਪੀੜ ਹੁੰਦਾ, ਜੇ ਉਹਨੂੰ ਕੋਈ ਦਵਾਈ ਨਹੀਂ ਦਊਗਾ ਉਹਨੇ ਕੋਈ ਹੋਰ ਇਲਾਜ ਤਾਂ ਲੱਭਣਾ ਹੀ ਆ। ਇੱਦਾਂ ਹੀ ਫਿਰ ਬੱਚੇ ਪ੍ਰਾਈਵੇਟ ਏਜੰਟਾਂ ਕੋਲ ਚਲ ਜਾਂਦੇ ਨੇ। ਹੁਣ ਤੁਸੀਂ ਸਾਰੇ ਇੱਥੇ ਬੈਠੇ ਹੋ ਸੂਝਵਾਨ, ਸਾਰਿਆਂ ਨੂੰ ਪਤਾ ਬਾਹਰ ਜਾਂਦਾ 25 ਲੱਖ ਰੁਪਏ ਲੱਗਦਾ, ਕੈਨੇਡਾ ਦੀ ਵੀ ਫਾਈਲ ਦਾ ਵੀ 25 ਲੱਖ ਰੁਪਏ ਲੱਗਦਾ। ਪਰ ਇਹ 25 ਲੱਖ ਰੁਪਏ ਸਾਡੇ ਦਿਮਾਗ 'ਚ ਪਾਇਆ ਹੀ ਏਜੰਟਾਂ ਨੇ ਆ ਕਿ ਭਾਈ ਇਹ ਬਾਹਰ ਜਾਣ ਦਾ 25 ਲੱਖ ਰੁਪਏ ਲੱਗਦਾ, ਲਾਉਣਾ ਹੀ ਲਾਉਣਾ। ਇਹਦੇ ਵਿੱਚ ਅਸੀਂ ਕੋਈ ਪਿੱਛੇ ਕੋਸਟ ਨਹੀਂ ਦੇਖਦੇ। 3 ਕਿੱਲੇ ਪਿਓ ਕੋਲ ਹੁੰਦੇ ਆ, 1 ਕਿੱਲਾ ਵੇਚ ਦਿੰਦਾ, ਪਿੱਛੇ ਚਾਹੇ ਮਾਂ ਮਰੇ ਪਿਓ ਮਰੇ। ਜਦ ਬੱਚਾ ਬਾਹਰ ਚਲ ਜਾਂਦਾ ਉਹ ਕਹਿੰਦਾ ਬਾਪੂ ਆ ਜਾਵਾਂ, ਮੇਰੀ ਮਾਂ ਮਰ ਗਈ ਮੈਂ ਆ ਜਾਵਾਂ। ਉਹ ਕਹਿੰਦਾ ਭਾਈ ਆਈ ਨਾ, ਪਹਿਲਾਂ ਬੈਂਕ ਵਾਲੇ ਗੇੜੇ ਮਾਰਦੇ ਨੇ, ਪਹਿਲਾਂ ਉਹਨਾਂ ਦਾ ਕਰਜ਼ਾ ਤਾਰ। ਬਹੁਤ ਵੱਡਾ ਦਿਖਾਂਤ ਆ, ਬਹੁਤ ਵੱਡਾ ਸਭ ਇਹ ਦਿਖਾਂਤ ਵੀ ਆ। ਅੱਜ ਕੱਲ੍ਹ ਰਿਸ਼ਤੇ ਵੀ ਇਦਾਂ ਹੋਣੇ ਲੱਗ ਗਿਆ ਕਿ ਸਾਡੀ ਕੁੜੀ ਨੇ 8 ਬੈਂਡ ਕਰੇ ਆਈਲੈਟਸ ਦੇ। ਮੈਨੂੰ ਨਹੀਂ ਪਤਾ ਕਿਉਂਕਿ ਮੈਂ ਧਰਾਤਲ ਤੋਂ ਆਉਂਦਾ, ਮੇਰਾ ਕੋਈ ਫਾਦਰ ਕੋਈ MLA MP ਨਹੀਂ ਹੈਗਾ। ਜੇ ਮੈਂ ਅੱਜ ਪ੍ਰਧਾਨ ਬਣਿਆ NSUA ਦਾ, ਮੈਂ ਮਿਹਨਤ ਕਰਕੇ ਬਣਿਆ ਤੇ ਥੱਲੇ ਉੱਠ ਕੇ ਆਇਆ। ਅੱਜ ਕੱਲ੍ਹ ਪੰਜਾਬ ਦੇ ਵਿੱਚ ਰਿਸ਼ਤੇ ਹੋਣ ਲੱਗ ਗਏ ਕਿ ਸਾਡੀ ਕੁੜੀ ਨੇ 8 ਬੈਂਡ ਕਰੇ ਆ, ਮੁੰਡੇ ਵਾਲੇ ਜੀ ਪੈਸੇ ਲਾ ਦਿਓ, ਅਸੀਂ ਆਪਣੀ ਕੁੜੀ ਨੂੰ ਬਾਹਰ ਘੱਲ ਦਿੰਦੇ ਹਾਂ, ਮੁੜ ਕੇ ਤੁਹਾਡਾ ਮੁੰਡਾ ਬੁਲਾ ਲਵਾਂਗੇ। ਜਦ ਕੁੜੀ ਬਾਹਰ ਜਾਂਦੀ ਆ ਉਹ ਨਾ ਪਿੱਛੇ ਮੁੰਡਾ ਬੁਲਾਉਂਦੀ ਆ, ਮੁੜ ਕੇ ਮੁੰਡਾ ਸੁਸਾਈਡ ਕਰਦਾ ਆ। ਮੁੜ ਕੇ ਜਿਹੜਾ 25-30 ਲੱਖ ਰੁਪਏ ਏਜੰਟ ਕੁੜੀ ਨੂੰ ਬਾਹਰ ਭੇਜਣ ਦਾ ਲਵਾਉਂਦੇ ਆ, ਉਹ ਉਹਨਾਂ ਦਾ ਕੰਮ ਖਰਾਬ ਹੋ ਜਾਂਦਾ। ਬਹੁਤ ਸਾਰੇ ਕੇਸ ਹੋਏ ਨੇ ਪਿੱਛੇ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ 2 ਸਵਾਲ ਖੜੇ ਹੁੰਦੇ ਨੇ। ਪਹਿਲੀ ਗੱਲ ਤਾਂ ਜੀ ਕਿ ਬਾਹਰ ਜਾਣਾ ਅਪਰਾਧ ਆ। ਜੇ ਤੁਸੀਂ ਆਮ ਪਿੰਡਾਂ ਦੇ ਜਦ ਇੱਥੇ ਤੱਕ ਨੌਬਤ ਪਹੁੰਚ ਗਈ ਕਿ ਰਿਸ਼ਤੇ 8 ਬੈਂਡ ਤੇ ਹੋਣ ਲੱਗ ਗਏ। ਅੱਜ ਕੱਲ੍ਹ ਕੋਈ ਨਹੀਂ ਦੇਖਦਾ ਜ਼ਮੀਨਾਂ ਜਾਇਦਾਦ, ਤਾਂ ਅੱਜ ਕੱਲ੍ਹ ਦੇਖਦੇ ਆ ਕਿ ਭਾਈ ਸਾਡੀ ਕੁੜੀ ਪੜ੍ਹੀ ਲਿਖੀ 8 ਬੈਂਡ, ਕਿਉਂਕਿ ਸਾਡੇ ਪੰਜਾਬ ਦੇ ਨੌਜਵਾਨ ਪਿੰਡਾਂ ਵਾਲੇ ਹੱਥੀਂ 10 ਨੋਹਾਂ ਦੀ ਕਮਾਈ ਕਰਕੇ ਖਾਣ ਵਾਲੇ ਨੇ, ਮਿਹਨਤ ਕਰਦੇ ਨੇ ਪੜ੍ਹਾਈ 'ਚੋਂ। ਚਲੋ ਹੋ ਸਕਦਾ ਥੋੜ੍ਹੇ ਜਿਹੇ ਪਿੱਛੇ ਹੋਣ, ਪਰ ਸਾਡੇ 'ਚ ਕੋਈ ਇੱਦਾਂ ਕੋਈ ਕਮੀ ਨਹੀਂ ਹੈਗੀ ਹਾਰਡ ਵਰਕ ਦੀ। ਬਿਲਕੁਲ ਠੀਕ। ਤਾਂ ਇਹ ਸਭ ਤੋਂ ਵੱਡਾ ਮੁੱਦਾ ਆ ਕਿ ਉਹ ਏਜੰਟਾਂ ਨੂੰ ਕਿ ਫਾਲਸ ਡਾਕੂਮੈਂਟ ਲਾਉਣਾ, ਜਿੱਦਾਂ ਉਹ ਪਹਿਲਾਂ ਮੇਰੇ ਤੋਂ ਭਾਜੀ ਹੁਣੀ ਕਹਿੰਦੇ ਸੀ ਕਿ ਫਾਲਸ ਡਾਕੂਮੈਂਟ ਲਾ ਕੇ ਭੇਜ ਦਿੰਦੇ ਆ। ਉਹ ਫਾਲਸ ਡਾਕੂਮੈਂਟ ਲਾਉਣ ਤੋਂ ਕੋਈ ਰੋਕ ਹੀ ਨਹੀਂ ਹੈਗੀ। ਜਦੋਂ ਕਿਸੇ ਨੂੰ ਕੋਈ ਬਿਮਾਰੀ ਆ, ਜਦੋਂ ਕਿਸੇ ਦਾ ਕੋਈ ਢਿੱਡ ਪੀੜ ਹੁੰਦੀ ਆ, ਉਹ ਤਾਂ ਆਪਣਾ ਇਲਾਜ ਤਾਂ ਕਰੂਗਾ ਹੀ। ਜਦੋਂ ਬੱਚੇ ਨੂੰ ਇੱਥੇ ਨੌਕਰੀ ਨਹੀਂ ਮਿਲ ਰਹੀ, ਸਾਡੀ એનર્ਜੀ ਚੈਨਲਾਈਜ਼ ਨਹੀਂ ਹੋ ਰਹੀ। ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ, ਦੇਖੋ ਜੀ ਹਰਿਆਣੇ 'ਚ ਬੱਚੇ ਖੇਡਾਂ ਵਾਲੇ ਪ੍ਰਮੋਟ ਹੁੰਦੇ ਆ। ਹਿਮਾਚਲ ਦੇ ਜਿੰਨੇ ਬੱਚੇ ਤੁਸੀਂ ਦੇਖ ਲਓ, ਉਹ ਚਾਹੇ ਹੋਟਲ ਮੈਨੇਜਮੈਂਟ ਨੇ ਜਾਂ ਫਿਰ ਇੱਥੇ ਪੰਜਾਬ 'ਚ ਆ ਕੇ ਨੌਕਰੀਆਂ ਕਰਦੇ ਨੇ। ਹਰਿਆਣੇ ਦੇ ਵਿੱਚ ਜੇ ਇੱਕ ਬੱਚਾ 골ਡ ਮੈਡਲ ਜਿੱਤਦਾ 7 ਤੋਂ 8 ਕਰੋੜ ਰੁਪਏ ਉਹਨੂੰ ਦਿੱਤਾ ਜਾਂਦਾ। ਪਿੱਛੇ ਜੇ ਸਾਗਰ ਅਲਾਵਤ ਮੁੰਡਾ ਆਇਆ ਹਰਿਆਣੇ ਦਾ, ਕਾਮਨਵੈਲਥ ਤੋਂ ਮੈਡਲ ਜਿੱਤ ਕੇ ਆਇਆ ਸੀਗਾ, ਅਸੀਂ ਉਹਦਾ ਸਨਮਾਨ ਕੀਤਾ। ਪਰ ਪੰਜਾਬ ਦੇ ਵਿੱਚ ਨਾ ਤਾਂ ਖੇਡਾਂ ਪ੍ਰਮੋਟ ਹੋ ਰਹੀਆਂ ਨੇ। ਜਿਹੜੀ ਸਾਡੀ ਮਾਂ ਖੇਡਾਂ ਨੇ, ਜਿੱਦਾਂ ਕਬੱਡੀ ਹੋ ਗਈ, ਕਬੱਡੀ ਨੂੰ ਤੁਸੀਂ ਐਂ ਦੇਖ ਲਓ ਸ਼ਰੇਆਮ ਕਬੱਡੀ ਪਲੇਅਰ ਮਾਰੇ ਜਾਂਦੇ ਆ। ਜੇ ਬੱਚਾ ਬਾਹਰੋਂ ਪੜ੍ਹ ਕੇ ਵੀ ਤਰੱਕੀ ਕਰਕੇ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ, ਉਹਨੂੰ ਵੀ ਗੋਲੀਆਂ ਨਾਲ ਸਿੱਧੂ ਮੂਸੇਵਾਲੇ ਦੇ ਤਰ੍ਹਾਂ ਭੁੰਨ ਦਿੱਤਾ ਜਾਂਦਾ। ਇਹ ਪਤਾ ਨਹੀਂ। ਹੁਣ ਪੰਜਾਬ ਦੀ ਨੌਜਵਾਨ ਪਹਿਲੀ ਸਟੇਟ ਇੱਦਾਂ ਦੀ ਆ, ਮਹਾਰਾਜ ਅਸੀਂ ਦੁਨੀਆ ਜਿੱਤੇ ਬੈਠੇ ਹਾਂ। ਦੇਖੋ ਹੁਣ ਸਾਡੇ ਭਾਜੀ ਹੁਣੀ ਆਸਟ੍ਰੇਲੀਆ 'ਚ ਨੇ, ਤੁਹਾਡਾ ਗਲੋਬਲ ਜੇ ਪੰਜਾਬ ਆਪਾਂ ਚੈਨਲ ਦਾ ਨਾਮ ਲਿਖਾ, ਮਤਲਬ ਗਲੋਬਲੀ ਚੱਲਦਾ ਹੋਣਾ ਇਹ ਗੱਲ ਸਹੀ ਕਿ ਗਲਤ ਹੈ ਜੀ? ਪੂਰੇ ਗਲੋਬਲ 'ਚ ਤਾਂ ਪੰਜਾਬੀ ਬੈਠੇ ਤਾਂ ਹੀ ਸੁਣਦੇ ਹੋਣੇ ਇਹ। ਅਸੀਂ ਪੂਰਾ ਵਰਲਡ ਜਿੱਤੀ ਬੈਠੇ ਹਾਂ, ਪਰ ਆਪਣੇ ਪੰਜਾਬ ਤੋਂ ਹਾਰ ਗਏ। ਆਪਣੀ ਆਪਣੀ ਸਟੇਟ ਤੋਂ ਹੀ ਅਸੀਂ ਹਾਰੇ ਬੈਠੇ ਹਾਂ। ਕਿੰਨੀ ਵੱਡੀ ਇਹ ਤਰਾਸਦੀ ਆ, ਬਹੁਤ ਵੱਡਾ ਇਸ਼ੂ ਹੈ। ਸਿੱਧੂ ਜੀ ਫਿਰ ਮੈਂ ਆਵਾਂਗਾ ਇਸੇ ਮੁੱਦੇ ਨੂੰ ਲੈ ਕੇ। ਅਮਨ ਇਸ ਮਾਮਲੇ ਤੇ ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਜਿੱਦਾਂ ਬਾਕੀ ਆਪਾਂ ਗੱਲ ਕਰਦੇ ਹਾਂ, ਇੱਕ ਬੜਾ ਨਾਮ ਉਸ ਯੂਨੀਵਰਸਿਟੀ ਦਾ ਜਿਹਦੇ ਤੁਸੀਂ ਵਿਦਿਆਰਥੀ ਹੋ, ਅਜਿਹੀ ਸਥਿਤੀ ਕਿਉਂ ਬਣੀ ਹੈ? ਜਿੱਦਾਂ
ਸਿੱਧੂ ਜੀ ਨੇ ਵੀ ਕਿਹਾ, ਇਹ ਤੋਂ ਪਹਿਲਾਂ ਕਰਨੈਲ ਜੀ ਕਹਿ ਰਹੇ ਸੀ ਕਿ ਸਾਰਾ ਕੁਝ ਵੇਚ ਵੱਟ ਕੇ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਿੰਦੇ, ਬਾਹਰ ਜਾ ਕੇ ਫਿਰ ਸਵਾਲੀਆ ਨਿਸ਼ਾਨ ਉਹਨਾਂ ਦੇ ਭਵਿੱਖ ਤੇ ਲੱਗਦਾ ਹੈ। ਇੱਧਰਲੀਆਂ ਸਰਕਾਰਾਂ ਵੀ ਦਾਅਵੇ ਬੜੇ ਕਰਦੀਆਂ ਪਰ ਜ਼ਮੀਨੀ ਹਕੀਕਤਾਂ ਕਿਤੇ ਉਹਦੇ ਨਾਲ ਮੇਲ ਨਹੀਂ ਖਾਂਦੀਆਂ। ਅਮਨ ਜੀ ਕਿਵੇਂ ਦੇਖਦੇ ਇਸ ਮੁੱਦੇ ਤੇ? ਬਹੁਤ ਵੱਡਾ ਸੰਜੀਦਾ ਤੇ ਤਰਾਸਦੀ ਵਾਲਾ ਮਾਮਲਾ ਹੈ। ਜੀ ਬਿਲਕੁਲ, ਜਿਹੜਾ ਬਾਹਰ ਕਾਲਜਾਂ ਦਾ ਬਲੈਕਲਿਸਟ ਹੋਣਾ ਜਾਂ ਇੱਥੋਂ ਦੇ ਵਿਦਿਆਰਥੀਆਂ ਦਾ ਬਲੈਕਲਿਸਟ ਹੋਣਾ, ਇਹ ਇਕੱਲਾ ਇੱਥੋਂ ਤੱਕ ਮਸਲਾ ਨਹੀਂ ਹੈਗਾ ਕਿ ਇੱਥੇ ਰੁਜ਼ਗਾਰ ਨਹੀਂ ਤੇ ਬੱਚੇ ਬਾਹਰ ਜਾ ਰਹੇ ਨੇ। ਇਹ ਇਕੱਲਾ ਇੱਥੋਂ ਤੱਕ ਮਸਲਾ ਨਹੀਂ ਹੈਗਾ ਕਿ ਜਿਹੜਾ ਇੱਥੇ ਐਜੂਕੇਸ਼ਨ ਦਾ ਕੀ ਹਾਲ ਹੈ। ਇਹ ਆਪਣੇ ਆਪ ਦੇ ਵਿੱਚ ਪੂਰੇ ਸਿਸਟਮ ਦੇ ਫੇਲ ਹੋਣ ਦੀ ਗਵਾਹੀ ਭਰਦਾ ਹੈ। ਵੀ ਪਹਿਲੀ ਗੱਲ ਤਾਂ ਇਹ ਕਿ ਸਾਡੇ ਇੱਥੇ ਚਾਹੇ ਜਿਹਦੀਆਂ ਮਰਜ਼ੀਆਂ ਸਰਕਾਰਾਂ ਰਹੀਆਂ ਪਿਛਲੇ ਕਈ ਦਹਾਕਿਆਂ ਤੋਂ, ਸਾਡੇ ਇੱਥੇ ਆਪਦੇ ਐਜੂਕੇਸ਼ਨ ਸਿਸਟਮ ਦਾ ਭੱਠਾ ਬੈਠਿਆ ਤੇ ਬਾਹਰ ਯੂਨੀਵਰਸਿਟੀਆਂ ਵੱਲੋਂ ਇੱਥੋਂ ਦੀਆਂ ਡਿਗਰੀਆਂ ਨੂੰ ਬਲੈਕਲਿਸਟ ਕਰਨਾ, ਇੱਥੋਂ ਦੇ ਵਿਦਿਆਰਥੀਆਂ ਨੂੰ ਬਲੈਕਲਿਸਟ ਕਰਨਾ, ਇਹ ਵੀ ਉਹਦਾ ਨਤੀਜਾ ਨਿਕਲਦਾ ਵੀ ਇਹ ਕੁਆਲੀਫਾਈਡ ਨਹੀਂ ਹੈ, ਹੋਰ ਨਹੀਂ ਹੈ। ਔਰ ਦੂਸਰੀ ਗੱਲ ਜਿੱਥੋਂ ਤੱਕ ਹੈ ਵੀ ਜਿਹੜਾ ਪੜ੍ਹ ਲਿਖ ਜਾਂਦਾ ਵਿਦਿਆਰਥੀ, ਵੈਸੇ ਤਾਂ ਇੱਥੇ ਪੜ੍ਹਦੇ ਹੀ ਬਹੁਤ ਘੱਟ ਨੇ ਕਿਉਂਕਿ ਇੱਥੇ ਵੀ ਸਿੱਖਿਆ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਜਾ ਰਹੀ ਹੈ। ਜੇ ਹੁਣੇ ਆਪਾਂ ਤਾਜ਼ਾ ਗੱਲ ਕਰੀਏ, ਮਾਨ ਸਰਕਾਰ ਇਹ ਦਾਅਵੇ ਕਰਕੇ ਆਈ ਸੀ ਕਿ ਉਹ ਸਿੱਖਿਆ ਲਈ ਬਹੁਤ ਵੱਡਾ ਕੰਮ ਕਰਨਗੇ। ਇਹਨਾਂ ਨੇ ਆਪਣਾ ਦੂਜਾ ਬਜਟ ਪੇਸ਼ ਕੀਤਾ ਪਰ ਸਿੱਖਿਆ ਦੇ ਵਿੱਚ ਕੁਝ ਵੀ ਵਾਧਾ ਨਹੀਂ ਕੀਤਾ। ਵਾਧਾ ਕਰਨ ਦੀ ਥਾਂ ਤੇ ਉਹ ਸਾਰੀ ਪਟਿਆਲਾ ਯੂਨੀਵਰਸਿਟੀ ਦੇ ਅਧਿਆਪਕਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਧਰਨੇ ਤੇ ਬਿਠਾਤਾ ਕਿਉਂਕਿ ਉਹਨਾਂ ਦੀ ਪਹਿਲਾਂ ਨਾਲੋਂ ਵੀ ਗ੍ਰਾਂਟ ਕੱਟਤੀ ਜਿਹੜੀ ਕਰਜ਼ੇ 'ਚ ਬੈਠੀ ਸੀ ਯੂਨੀਵਰਸਿਟੀ। ਬਿਲਕੁਲ ਠੀਕ। ਤਾਂ ਇਹੋ ਜਿਹੇ ਹਾਲਾਤ ਜਿਹੜੇ ਸਾਡੇ ਯੂਨੀਵਰਸਿਟੀਆਂ ਦੇ ਆ ਵੀ ਪੜ੍ਹਾਈ ਮਹਿੰਗੀ ਹੋ ਰਹੀ ਹੈ, ਵਿਦਿਆਰਥੀ ਪੜ੍ਹ ਨਹੀਂ ਪਾ ਰਹੇ, ਬਹੁਤ ਛੋਟਾ ਤਬਕਾ ਜਿਹੜਾ ਇੱਥੇ ਪੜ੍ਹਦਾ ਹੈ। ਤੇ ਫਿਰ ਇੱਕ ਪੰਜਾਬ ਦੇ ਵਿੱਚ ਪਿਛਲੇ 10 ਕੁ ਸਾਲਾਂ ਦੇ ਵਿੱਚ ਇਹ ਚੱਲ ਗਿਆ ਵੀ ਜੀ ਇੱਥੇ ਵੀ 10-10 ਲੱਖ ਰੁਪਏ 'ਚ ਡਿਗਰੀਆਂ ਕਰਨੀਆਂ ਤੇ ਉਸ ਤੋਂ ਬਾਅਦ 'ਚ ਬਾਹਰ ਹੀ ਜਾਣਾ ਹੈ, ਤਾਂ ਇਹਦੇ ਨਾਲੋਂ ਚੰਗਾ ਵੀ ਬਾਹਰ ਜਾ ਕੇ ਪਹਿਲਾਂ ਹੀ ਡਿਗਰੀਆਂ ਕਰ ਲਓ। ਤੇ ਮਤਲਬ ਇਹ ਐਡਾ ਵੱਡਾ ਕ੍ਰਾਈਸਿਸ ਕਿਉਂ ਖੜਾ ਹੁੰਦਾ ਹੈ? ਮਤਲਬ ਅਸੀਂ ਇਹ ਦੇਖਦੇ ਹਾਂ ਸਾਡੇ ਨੌਜਵਾਨ ਡੌਂਕੀਆਂ ਲਾ ਕੇ ਵੀ ਬਾਹਰ ਜਾਂਦੇ ਆ, ਕਿੰਨੇ ਲੋਕ ਮਾਰੇ ਜਾਂਦੇ ਆ, ਏਜੰਟਾਂ ਵੱਲੋਂ ਕਿੰਨੇ ਲੋਕ ਲੁੱਟੇ ਜਾਂਦੇ ਆ, ਫਿਰ ਵੀ ਮਤਲਬ ਭੀੜ ਲੱਗੀ ਪਈ ਆ ਨੌਜਵਾਨਾਂ ਦੀ ਕਿ ਅਸੀਂ ਬਾਹਰ ਚੱਲ ਜਾਈਏ। ਕਿਉਂ? ਮਤਲਬ ਸੀਰੀਆ ਵਰਗੇ ਮੁਲਕਾਂ ਦੇ ਵਿੱਚ ਜਦੋਂ ਹਮਲੇ ਹੋਏ, ਉੱਥੇ ਜੰਗਾਂ ਥੋਪੀਆਂ ਗਈਆਂ, ਉੱਥੇ ਲੋਕ ਜਿਹੜੇ ਆਪਦੀ ਜਾਨ ਬਚਾਉਣ ਦੇ ਲਈ ਮਤਲਬ ਰਬੜ ਦੀਆਂ ਕਿਸ਼ਤੀਆਂ ਦੇ ਵਿੱਚ ਬਹਿ ਕੇ ਵੀ ਕਾਫੀ ਪੈਸਾ ਦੇ ਕੇ ਜਾਣ ਲਈ ਮਜਬੂਰ ਹੋਏ। ਉੱਥੇ ਤਾਂ ਸਮਝ ਆਉਂਦਾ, ਸਿੱਧਾ ਦੀਂਦਾ ਉਹਨਾਂ ਲੋਕਾਂ ਦੇ ਜਾਨ ਤੇ ਬਣੀ ਹੋਈ ਆ ਤੇ ਉਹ ਉੱਥੋਂ ਭੱਜਣ ਲਈ ਜਾਨ ਦਾ ਖਤਰਾ ਵੀ ਚੱਕਣ ਲਈ ਤਿਆਰ ਨੇ। ਪੰਜਾਬ 'ਚ ਇਹੋ ਜਿਹਾ ਕੀ ਹੈ? ਕਿਉਂਕਿ ਇੱਥੇ ਬਾਹਰ ਵੀ ਉਹੀ ਜਾ ਸਕਦਾ ਜਿਹਦੇ ਕੋਲ ਪਹਿਲਾਂ 25-30 ਲੱਖ ਰੁਪਈਆ ਹੈਗਾ, ਤੇ ਉਹ ਬਾਹਰ ਕਿਉਂ ਜਾਂਦਾ ਜਿਹਦੇ ਕੋਲ ਅੱਜ ਇੱਥੇ 20-25-30 ਲੱਖ ਰੁਪਈਆ ਹੈਗਾ? ਕਿਉਂਕਿ ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਹੈ ਵੀ ਇਹ ਇਦੋਂ ਬਾਅਦ 2-4 ਸਾਲਾਂ ਬਾਅਦ 5-10 ਸਾਲਾਂ ਬਾਅਦ ਇੱਥੇ ਬਣਨਾ ਕੀ ਹੈ? ਨਾ ਤਾਂ ਪੱਕਾ ਰੁਜ਼ਗਾਰ ਹੈ, ਤੇ ਜਿਹੜੇ ਸਰਕਾਰ ਇਹ ਦਾਅਵਾ ਕਰ ਰਹੀ ਸੀ ਕਿ ਅਸੀਂ ਨੌਜਵਾਨਾਂ ਨੂੰ ਬਾਹਰੋਂ ਲੈ ਕੇ ਆਵਾਂਗੇ ਇੱਥੇ ਪੜ੍ਹਨ ਦੇ ਲਈ, ਮਤਲਬ ਇੱਥੇ ਸਾਡੇ ਹਾਲ ਇਹ ਹੈ ਐਜੂਕੇਸ਼ਨ ਦਾ, ਕਿਹੜੇ ਕਾਲਜਾਂ 'ਚ ਤੁਸੀਂ ਲਿਆ ਕੇ ਪੜ੍ਹਾਓਗੇ? ਪੰਜਾਬ ਦੇ ਸਰਕਾਰੀ ਕਾਲਜਾਂ 'ਚ ਪਿਛਲੇ 26 ਸਾਲਾਂ 'ਚ ਇੱਕ ਵੀ ਪ੍ਰੋਫੈਸਰ ਦੀ ਭਰਤੀ ਨਹੀਂ ਹੋਈ। ਪਿਛਲੇ ਸਰਕਾਰ ਦੇ ਵਿੱਚ ਵਿਦਿਆਰਥੀਆਂ, ਨੌਜਵਾਨਾਂ ਨੇ ਵੱਡੇ ਸੰਘਰਸ਼ ਕਰਕੇ 1158 ਪ੍ਰੋਫੈਸਰਾਂ ਦੀਆਂ ਭਰਤੀਆਂ ਕਰਾਈਆਂ, ਉਹ ਇਹਨਾਂ ਨੇ ਰੱਦ ਕਰਤੀਆਂ। ਤੇ ਉਹਦੇ 'ਚ ਇਹੋ ਜਿਹੇ ਵਿਦਿਆਰਥੀ ਨੇ, ਇਹੋ ਜਿਹੇ ਭਰਤੀ ਹੋਏ ਟੀਚਰ ਸੀ ਜਿਹੜੇ ਬਾਹਰ ਬਹੁਤ ਚੰਗੀਆਂ ਯੂਨੀਵਰਸਿਟੀਆਂ ਤੋਂ ਮੌਕੇ ਛੱਡ ਕੇ ਆਏ ਕਿ ਅਸੀਂ ਪੰਜਾਬ ਦੇ ਵਿੱਚ ਸੇਵਾਵਾਂ ਦਈਏ, ਇੱਥੇ ਐਜੂਕੇਸ਼ਨ ਦੇ ਵਿੱਚ ਆਪਣੀ ਸੇਵਾ ਦਈਏ। ਪਰ ਉਹ ਅੱਜ 1158 ਜਿਹੜੇ ਰੱਦ ਕੀਤੇ ਪ੍ਰੋਫੈਸਰ, ਉਹ ਡਾਂਗਾ ਖਾ ਰਹੇ ਨੇ ਇਸ ਸਰਕਾਰ ਹੇਠ। ਅਮਨ ਜੀ, ਇੱਕ ਸਵਾਲ ਮੈਂ ਤੁਹਾਡੇ ਤੋਂ ਲੈਣਾ ਚਾਹਾਂਗਾ। ਜਿੱਦਾਂ ਤੁਸੀਂ ਕਹਿ ਰਹੇ ਕਿ ਡਾਂਗਾ ਖਾ ਰਹੇ ਜਿਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਹੈਗਾ, ਪਰ ਜਦੋਂ ਆਪਾਂ ਮਾਨ ਸਰਕਾਰ ਦੀ 1 ਸਾਲ ਦਾ ਉਹਨਾਂ ਦਾ ਸਮਾਂ ਵੀ ਪੂਰਾ ਹੋ ਗਿਆ, ਇਹਨਾਂ ਵੱਲੋਂ ਵੱਡਾ ਦਾਅਵਾ ਦੋ ਹੀ ਮੁੱਦਿਆਂ ਤੇ ਦੇਖੋ ਜ਼ਿਆਦਾਤਰ ਜਿਹੜਾ ਦਾਅਵੇ ਕਰਦੇ ਆ, ਇਹ ਗੱਲ ਕਰਦੇ ਆ ਕਿ ਅਸੀਂ ਜਿਹੜਾ ਹੈਗਾ ਸਿੱਖਿਆ ਖੇਤਰ ਦੀ, ਦੂਜੀ ਸਿਹਤ ਖੇਤਰ ਦੀ। ਤੁਸੀਂ ਕਹਿੰਦੇ ਹੋ ਕਿ ਦਾਅਵਾ ਜਿਹੜਾ ਹੈਗਾ ਸਿੱਖਿਆ ਖੇਤਰ ਵਾਲਾ ਬਿਲਕੁਲ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦਾ। ਹਾਂਜੀ, ਬਾਕੀ ਰੁਜ਼ਗਾਰ ਦਾ ਵੀ ਤੁਸੀਂ ਦੇਖੋ, ਮਤਲਬ ਇਹਨਾਂ ਨੇ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਤੇ ਹੁਣ ਸੱਤਾ 'ਚ ਆਉਣ ਤੋਂ ਬਾਅਦ ਇੱਕ ਨੈਸ਼ਨਲ ਮੀਡੀਆ ਨੂੰ ਇੰਟਰਵਿਊ ਦੇ ਵਿੱਚ ਭਗਵੰਤ ਮਾਨ ਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਨਸ਼ਿਆਂ ਤੋਂ ਕਿਵੇਂ ਹੱਲ ਕਰੋਗੇ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ, ਤਾਂ ਉਹ ਜਵਾਬ ਜਿਹੜਾ ਮੁੱਖ ਮੰਤਰੀ ਦਿੰਦੇ ਆ ਉਹ ਸੋਚਣ ਵਾਲਾ ਹੈ। ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਅਸੀਂ ਹਰ ਸਾਲ 2100 ਬੰਦਾ ਪੁਲਿਸ 'ਚ ਭਰਤੀ ਕਰਨਾ ਹੈ, ਤੇ ਉਹਦੇ ਲਈ ਕਹਿੰਦੇ 10 ਲੱਖ ਨੌਜਵਾਨ ਜਿਹੜਾ ਤਿਆਰੀ ਕਰੂਗਾ ਜਨਵਰੀ ਤੋਂ ਲੈ ਕੇ ਅਕਤੂਬਰ ਤੱਕ ਉਹਨੂੰ ਅਸੀਂ ਤਿਆਰੀ ਦੇ ਵਿੱਚ ਰੱਖਾਂਗੇ, ਤੇ ਐਂ ਕਰਕੇ ਉਹ ਦੁਬਾਰੇ ਫੇਰ ਹਰ ਸਾਲ ਪੇਪਰ ਦੀ ਤਿਆਰੀ ਦੇ ਲਈ ਉਹ ਨਸ਼ਿਆਂ ਤੋਂ ਦੂਰ ਹੋ, ਕਿਉਂਕਿ ਫਿਜ਼ੀਕਲ ਫਿਟਨੈਸ ਚਾਹੀਦੀ, ਅਸੀਂ ਡੋਪ ਟੈਸਟ ਕਰਾਂਗੇ। ਤਾਂ ਮਤਲਬ ਮੁੱਖ ਮੰਤਰੀ ਆਪ ਇਹ ਕਹਿ ਰਹੇ ਆ ਕਿ 2100 ਅਸੀਂ ਭਰਤੀਆਂ ਕਰਨੀਆਂ, 10 ਲੱਖ ਨੌਜਵਾਨ ਨੂੰ ਅਸੀਂ ਗਦੀ ਗੇਟ 'ਚ ਰੱਖਣਾ ਹੈ, ਤੇ ਉਹ 2 ਸਾਲ ਤਿਆਰੀ ਕਰੂ, 3 ਸਾਲ ਤਿਆਰੀ ਕਰੂ, ਬਾਅਦ 'ਚ ਡਿਪਰੈਸ਼ਨ 'ਚ ਜਾ ਕੇ ਨਸ਼ਿਆਂ 'ਚ ਜਾਊ ਜਾਂ ਕਿਤੇ ਬਾਹਰ ਜਾਣ ਦੇ ਲਈ ਏਜੰਟਾਂ ਤੋਂ ਲੁੱਟ ਕਰਾਊਗਾ। ਤੇ ਇਹ ਜਿਹੜਾ ਸਾਡੇ ਸਮਾਜ 'ਚ ਸੰਕਟ ਖੜਾ ਹੋਇਆ ਹੈ ਵੀ ਨਾ ਤਾਂ ਰੁਜ਼ਗਾਰ ਹੈ, ਨਾ ਚੰਗੀ ਪੜ੍ਹਾਈ ਹੈ, ਉੱਤੋਂ ਨਸ਼ਿਆਂ ਤੋਂ ਡਰਦੇ ਆ, ਮਾਪੇ ਵੀ ਡਰਦੇ ਆ, ਤਾਂ ਕਰਕੇ ਐਡਾ ਮਤਲਬ ਕਿ ਜੋਖਮ ਚੱਕਦੇ ਆ ਵੀ ਪੈਸਾ ਲਾ ਕੇ ਬੱਚੇ ਨੂੰ ਬਾਹਰ ਵੀ ਤੋੜ ਦਈਏ।
ਤੇ ਤਾਂ ਕਰਕੇ ਇਹ ਸਾਰੇ ਸੰਕਟ ਦਾ ਫਾਇਦਾ ਚੱਕ ਕੇ ਇੱਕ ਪੂਰਾ ਮਤਲਬ ਕਿ ਇੱਕ ਨੈਕਸਸ ਖੜਾ ਹੋਇਆ ਹੈ ਲੁਟੇਰਿਆਂ ਦਾ, ਜਿਹੜਾ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਦੇ ਵਿੱਚ ਬੈਠਾ, ਜਿਹੜਾ 2-2 ਕਮਰਿਆਂ ਦੇ ਵਿੱਚ ਕਾਲਜ ਵੀ ਚਲਾ ਰਿਹਾ, ਯੂਨੀਵਰਸਿਟੀਆਂ ਚਲਾ ਰਿਹਾ, ਜਿਹੜਾ ਨਕਲੀ ਡਿਗਰੀਆਂ ਚਲਾ ਰਿਹਾ, ਨਕਲੀ ਕਾਗਜ਼ ਡਾਕੂਮੈਂਟ ਬਣਾ ਰਿਹਾ, ਤਰ੍ਹਾਂ ਦੇ ਨਾਲ 20-20 25-25 ਲੱਖ ਰੁਪਇਆ ਲਿਆਓ, 30 ਲੱਖ ਰੁਪਇਆ ਲਿਆਓ ਜੀ ਤੁਹਾਨੂੰ ਬਾਹਰ ਭੇਜ ਦਿਆਂਗੇ, ਤੇ ਫਿਰ ਇੱਥੇ ਉੱਧਰ ਜਾ ਕੇ ਧੱਕੇ, ਕੋਈ ਇੱਥੇ ਜਿਹੜਾ ਨਹੀਂ ਪਹੁੰਚਿਆ ਉਹ 10-10 ਲੱਖ ਦੇ ਕੇ ਉਹ ਫਸੇ ਪਏ, ਉਹ ਨੌਜਵਾਨ ਧੱਕਿਆਂ ਦੇ ਵਿੱਚ। ਥੈਂਕ ਯੂ। ਮੈਂ ਥੋੜਾ ਜਿਹਾ ਨਾ ਇਹ ਚ ਐਡ ਕਰਨਾ ਚਾਹੁੰਦਾ ਜੀ, ਤੁਸੀਂ ਕਿਹਾ ਸੀਗਾ ਨਾ ਪਿੱਛੇ ਆਹ ਕਿ ਆਪਣਾ ਜਿਹੜਾ ਟੀਚਰਸ ਨੇ, ਕਿ ਟੀਚਰਸ ਦੇ ਵਿੱਚ ਜਿਹੜੇ ਉਹਨਾਂ ਨੇ ਵੀ ਧਰਨੇ ਤੇ ਬੈਠੇ ਨੇ। ਤੁਸੀਂ ਇਹ ਦੇਖੋ, ਜਦ ਇਹਨਾਂ ਦੀ ਸਰਕਾਰ ਬਣਨੀ ਸੀਗੀ, ਟੀਚਰ ਸਾਡੇ ਮੋਹਾਲੀ ਦੇ ਵਿੱਚ ਹੀ ਸਿੰਘ ਸ਼ਹੀਦਾਂ ਗੁਰਦੁਆਰਾ, ਉਸ ਤੋਂ ਥੋੜੀ ਦੂਰ ਹੀ ਟੈਂਕੀ ਹੈ ਪਾਣੀ ਦੀ, ਉਸ ਟੀਚਰ ਵਿਚਾਰੇ ਚੜੇ ਹੋਏ ਸੀਗੇ ਟੈਂਕੀਆਂ ਤੇ ਇਹ ਅਰਵਿੰਦ ਕੇਜਰੀਵਾਲ ਜੀ ਆਪ ਉਹਨਾਂ ਨੂੰ ਆ ਕੇ ਕਹਿ ਕੇ ਆਏ ਸੀ, ਤੁਸੀਂ ਸਾਡੀ ਭੈਣਾਂ ਹੋ, ਤੁਸੀਂ ਥੱਲੇ ਆ ਜਾਓ। ਜਿੱਦਣ ਹੀ ਸਾਡੀ ਸਰਕਾਰ ਬਣੀ, ਐਜੂਕੇਸ਼ਨ ਤੇ ਦੌਰ ਤੇ ਹੀ ਆਪਾਂ ਜਿਹੜਾ ਪੰਜਾਬ ਦਾ ਦਿੱਲੀ ਮਾਡਲ ਕਰਾਂਗੇ। ਜਿਹੜਾ ਦਿੱਲੀ ਮਾਡਲ ਸਾਡਾ ਦਿੱਲੀ 'ਚ ਜਿਹੜਾ ਫਲੋਪ ਹੋਇਆ, ਉਹਨੂੰ ਪੰਜਾਬ 'ਚ ਵੀ ਆਪਾਂ ਲਾ ਕੇ ਦੇਖਦੇ ਹਾਂ ਕੀ ਬਣੂਗਾ। ਇਹ ਫਲੋਪ ਹੀ ਆ ਸਾਰਾ ਕੁਝ। ਤੁਸੀਂ ਕਿੱਡੀ ਵੱਡੀ ਤਰਾਸਦੀ ਆ, ਉਹ ਟੀਚਰ ਹਾਲੇ ਵੀ ਡਾਂਗਾਂ ਹੀ ਖਾ ਰਹੀਆਂ ਨੇ, ਸੰਗਰੂਰ ਬੈਠੀਆਂ ਭਗਵੰਤ ਮਾਨ ਜੀ ਦੇ ਘਰ ਦੇ ਬਾਹਰ। ਬਿਲਕੁਲ ਵੱਡਾ ਸਵਾਲ ਅੱਜ ਸਮੁੱਦੇ ਦਾ। ਬਿਲਕੁਲ ਜੀ, ਫਰਕ ਸਿਰਫ ਇੰਨਾ ਹੈ, ਪਹਿਲਾਂ ਉਹ ਕਦੇ ਚੰਨੀ ਦੇ ਘਰ ਦੇ ਬਾਹਰ ਡਾਂਗਾ ਖਾਂਦੇ ਸੀ ਜਾਂ ਕੈਪਟਨ ਦੇ ਘਰ ਦੇ ਕੋਠੀ ਦੇ ਬਾਹਰ ਡਾਂਗਾ ਖਾਂਦੇ ਸੀ, ਅੱਜ ਕੱਲ ਉਹ ਮਤਲਬ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਡਾਂਗਾ ਖਾਂਦੇ ਆ ਜਾਂ ਇਹਨਾਂ ਦੇ ਸਿਰ ਮੀਤ। ਸੁਖਵੀਰ ਭੁੱਲ ਗਏ ਬਾਈ ਤੁਸੀਂ, ਸੁਖਵੀਰ। ਥੈਂਕ ਯੂ ਵੈਰੀ ਮਚ। ਬਿਲਕੁਲ, ਜਿਹੜਾ ਹੈਗਾ ਮੁੱਖ ਮੰਤਰੀ ਤੇ ਨੇਤਾ ਬਦਲਿਆ, ਡਾਂਗਾ ਖਾਣ ਵਾਲੇ ਉਹੀ ਆ, ਉਦੋਂ ਵੀ ਡਾਂਗਾ ਖਾ ਰਹੇ ਸੀ ਤੇ ਹੁਣ ਵੀ ਡਾਂਗਾ ਖਾ ਰਹੇ। ਤਾਂ ਉਸ ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਦੇਖੋ ਜਦੋਂ ਸਿਸਟਮ ਦੀ ਗੱਲ ਆਉਂਦੀ ਹੈ, ਸਰਕਾਰਾਂ ਦੀ ਗੱਲ ਆਉਂਦੀ ਹੈ, ਜਿੱਦਾਂ ਅਮਨ ਜੀ ਨੇ ਗੱਲ ਕੀਤੀ ਹੈ, ਸਿੱਧੂ ਉਹਨਾਂ ਨੇ ਗੱਲ ਕੀਤੀ ਹੈ, ਕਿੱਦਾਂ ਸਿਸਟਮ ਤਰਾਸਦੀ ਹੈ, ਫੇਲ ਹੋਇਆ। ਪਰ ਇਹ ਵੀ ਹੈ ਲੁੱਟ ਖਸੁੱਟ ਦੀ ਜਦੋਂ ਗੱਲ ਆਉਂਦੀ ਹੈ, ਵੱਡੇ ਤੁਸੀਂ ਸਮਾਜਿਕ ਕਾਰਕੁਨ ਦੇ ਤੌਰ ਤੇ ਬਹੁਤ ਸਾਰੇ ਮਾਮਲੇ ਪਿਛਲੇ ਸਮੇਂ ਦੇਖਦੇ ਰਹੇ ਹੋ, ਕਿੱਡਾ ਵੱਡਾ ਇਹ ਤੰਦੂਆ ਜਾਲ ਫੈਲਿਆ ਵਾ, ਏਜੰਟਾਂ ਤੋਂ ਲੈ ਕੇ ਜਿੱਦਾਂ ਅਮਨ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਤੱਕ। ਕੀ ਵਜ੍ਹਾ ਹੈਗੀ ਹੈ ਕਿ ਕੀ ਐਡੀ ਮਿਲੀ ਭੁਗਤ ਹੈ? ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਜਿਹੜਾ ਗੈਰ ਕਾਨੂੰਨੀ ਕੁਝ ਹੋਣ ਨਹੀਂ ਦੇਣਾ, ਰਹਿਣ ਨਹੀਂ ਦੇਣਾ, ਅਸੀਂ ਦਾਅਵੇ ਕਰਦੇ ਹਾਂ ਕਿ ਪੰਜਾਬ ਨੂੰ ਅਫਗਾਨਿਸਤਾਨ ਨਹੀਂ ਬਣ ਦੇਣਾ, ਤੇ ਫਿਰ ਲੁੱਟ ਦਾ ਅੱਡਾ ਕਿਉਂ ਬਣਿਆ ਹੋਇਆ ਪੰਜਾਬ? ਜੀ ਪਿਛਲੇ 5-7 ਸਾਲ 'ਚ ਨਾ ਅਸੀਂ ਲੱਖਾਂ ਉਹ ਲੋਕ ਦੇਖੇ ਆ ਜਿਹੜੇ ਠੱਗ ਟਰੈਵਲ ਏਜੰਟਾਂ ਕੋਲ ਫਸੇ ਸੀਗੇ। ਅਸੀਂ ਉਹਨਾਂ ਤੋਂ ਪੈਸੇ ਕਢਵਾਏ ਲਗਭਗ 150-200 ਕਰੋੜ ਦੇ ਕਰੀਬ, ਹਜ਼ਾਰਾਂ ਲੋਕਾਂ ਦੇ, ਤੇ ਕੁਝ ਸੈਂਕੜੇ ਜਿਹੜੇ ਠੱਗ ਇਮੀਗ੍ਰੇਸ਼ਨ ਏਜੰਟ ਜੇਲ੍ਹਾਂ 'ਚ ਬੈਠੇ ਆ ਸਾਡੀ ਬਦੌਲਤ। ਤੇ ਅਸੀਂ ਜਿਹੜਾ ਦੇਖਿਆ ਕਿ ਇਹਦੇ 'ਚ ਬਹੁਤਾ ਕਸੂਰ ਲੋਕਾਂ ਦਾ, ਕਿਉਂਕਿ ਜਿਹੜੀ ਸਰਕਾਰ ਲਾਇਸੈਂਸ ਜਾਰੀ ਕਰਦੀ ਹੈ, ਮੈਂ ਸਰਕਾਰ ਦਾ ਪੱਖ ਨਹੀਂ ਬੋਲਦਾ, ਲਾਇਸੈਂਸ ਤਾਂ ਜਾਰੀ ਕਰਦੀ ਨਹੀਂ, ਲਾਇਸੈਂਸ ਜਾਰੀ ਕੀਤਾ ਜਾਂਦਾ ਸਿਰਫ ਸਲਾਹ ਦੇਣ ਦੀ ਫੀਸ ਦਾ। ਉਹ ਸਲਾਹ ਦੇ ਸਕਦੇ ਆ ਏਜੰਟ, ਪੇਪਰ ਦੇਖ ਸਕਦੇ, ਫਾਈਲ ਜਮ੍ਹਾਂ ਕਰਾਉਣ ਵਾਸਤੇ ਗਾਈਡ ਕਰ ਸਕਦੇ ਕਿਸੇ ਐਮਬੈਸੀ 'ਚ। ਉਹ ਫੀਸ ਕਿੰਨੀ ਹੈ? 10,000, 15,000, 20,000, 25,000, 30,000। ਜਿਨ੍ਹਾਂ ਬੱਚਿਆਂ 'ਚ ਕਾਬਲੀਅਤ ਹੈ, ਜਿਹੜੇ ਦੇ ਮਾਂ-ਬਾਪ ਸਮਝਦਾਰ ਹੈ, ਉਹ ਏਜੰਟ ਦੀ ਸਿਰਫ ਸਲਾਹ ਲੈਣੇ ਕਿ ਮੈਂ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਣਾ। ਏਜੰਟ ਨੂੰ ਪੁੱਛ ਕੇ ਆ ਕਿ ਮੇਰੇ ਡਾਕੂਮੈਂਟ ਚੈੱਕ ਕਰ ਤੇ ਮੇਰੀ ਫਾਈਲ ਬਣਾ, ਮੇਰੇ ਸਕੋਰ ਕਿੰਨੇ ਬਣਦੇ ਤੇ ਫਾਈਲ ਮੈਂ ਸਬਮਿਟ ਜਾ ਕਰਾ ਕੇ ਬਾਇਓਮੈਟ੍ਰਿਕ ਕਰਾ ਲਾਂ। ਉਹਦੀ ਫੀਸ ਹੈ 20 ਤੋਂ 25,000 ਰੁਪਏ। ਜਿਹੜੇ ਬੱਚੇ 'ਚ ਕਾਬਲੀਅਤ ਹੈ, ਬਹੁਤ ਵੱਡੀ ਧਿਰ ਅਜਿਹੀ ਹੈ ਪੰਜਾਬ ਦੇ ਵਿੱਚ ਜਿਨ੍ਹਾਂ 'ਚ ਕਾਬਲੀਅਤ ਹੈ ਨਹੀਂ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ, ਵੈਬਸਾਈਟ ਤੇ ਦੇਖਣਾ ਵੀ ਨਹੀਂ ਆਉਂਦਾ, ਕਿਸੇ ਦੇਸ਼ ਦੀ ਵੈਬਸਾਈਟ ਖੋਲ ਕੇ ਚੈੱਕ ਕਰ ਸਕਣ ਫਾਰਮੈਲਿਟੀ ਕਿਵੇਂ ਪੂਰੀ ਕਰਨੀਆਂ। ਉਹ ਕਹਿੰਦੇ ਮੈਂ ਤਾਂ ਜਾਣਾ ਹੀ ਜਾਣਾ, ਜਿਵੇਂ ਮਰਜ਼ੀ ਭੇਜ। ਤੇ ਉਹਨਾਂ ਨਾਲ ਵੱਡੀ ਸਮੱਸਿਆ ਆਉਂਦੀ ਹੈ, ਠੱਗੀ ਜ਼ਿਆਦਾ ਉਹਨਾਂ ਨਾਲ ਹੁੰਦੀ ਹੈ। ਉਹ 15,000, 15 ਲੱਖ, 20 ਲੱਖ, 25 ਲੱਖ ਰੁਪਏ ਲੈ ਕੇ ਏਜੰਟ ਜੀ ਦਾ ਹੁਣੇ ਦੱਸ ਕੇ ਹਟਿਆ ਸਿੱਧੂ ਸਾਹਿਬ, ਏਜੰਟ ਨੇ ਦੱਸਿਆ ਹੁੰਦਾ 20-25 ਲੱਖ ਰੁਪਏ ਲੱਗਣਾ। ਉਹਨੇ ਦਿਮਾਗ 'ਚ ਇੱਕੋ ਗੱਲ ਹੈ ਕਿ ਜੇ ਮੇਰੇ ਮਾਂ-ਬਾਪ 20-25 ਲੱਖ ਰੁਪਏ ਦਾ ਇੰਤਜ਼ਾਮ ਕਰ ਲੈਣ, ਮੈਂ ਵੀ ਕੈਨੇਡਾ, ਅਮਰੀਕਾ ਚਲਾ ਜਾਵਾਂਗਾ। ਉਹਨਾਂ ਦਾ ਮਕਸਦ ਪੜ੍ਹਾਈ ਕਰਨਾ ਨਹੀਂ ਹੁੰਦਾ, ਉਹਨਾਂ ਦਾ ਮਕਸਦ ਸਿਰਫ ਔਰ ਸਿਰਫ ਕੋਈ ਨਾ ਕੋਈ ਕੰਮ ਧੰਦਾ ਲੱਭਣਾ ਹੁੰਦਾ ਤੇ ਉੱਥੇ ਕੰਮ ਕਰਨਾ ਹੁੰਦਾ। ਉਹਨੂੰ ਕੋਈ ਮਤਲਬ ਨਹੀਂ ਹੈ ਉਹ ਮੈਡੀਕਲ ਲਾਈਨ ਜਾਏ ਜਾਂ ਕਿਸੇ ਹੋਰ ਲਾਈਨ ਜਾਏ। ਉਹ ਕਹਿੰਦੇ ਸਿਰਫ ਜਹਾਜ਼ ਚੜ੍ਹਨਾ ਤੇ ਉਸ ਦੇਸ਼ 'ਚ ਉਤਰਨਾ, ਭਾਵੇਂ ਨਾਲੀਆਂ ਸਾਫ਼ ਕਰਨ ਲਗਾ ਦਿਓ, ਭਾਵੇਂ ਸੀਵਰੇਜ ਸਾਫ਼ ਕਰਨ ਲਗਾ ਦਿਓ। ਉਹਨਾਂ ਦਾ ਮਕਸਦ ਕੋਈ ਪੜ੍ਹਾਈ ਨਹੀਂ ਹੁੰਦਾ। ਜ਼ਿਆਦਾ ਠੱਗੀ ਉਹਨਾਂ ਨਾਲ ਹੁੰਦੀ ਹੈ। ਹੁਣ ਜੀ ਜਦੋਂ ਸੌਰੀ ਵਿੱਚ ਟੋਕਣ ਲੱਗੇ, ਜਦੋਂ ਆਪਾਂ ਠੱਗੀ ਦੀ ਗੱਲ ਕਰਦੇ ਹਾਂ, ਦੇਖੋ ਲੋਕ ਜਿਹੜੇ ਵੱਡੀ ਗਿਣਤੀ 'ਚ ਉਹ ਲੋਕ ਹੁੰਦੇ ਜਿਹੜੇ ਭੋਲੇ ਭਾਲੇ ਹੁੰਦੇ ਆ, ਆਪਣੇ ਬੱਚਿਆਂ ਨੂੰ ਰੁਜ਼ਗਾਰ ਦੀ, ਜਿੱਦਾਂ ਆਪਾਂ ਸਾਰੇ ਡਿਸਕਸ ਕਰ ਰਹੇ ਹਾਂ ਕਿ ਉਹਨਾਂ ਨੇ ਬੱਚੇ ਲਈ ਰੁਜ਼ਗਾਰ ਲਈ ਕਰਨਾ ਹੀ ਹੁੰਦਾ। ਉਹ ਜਿਵੇਂ ਆਉਂਦੇ ਕਿ ਕਿਤੋਂ ਵੀ ਆਪਣਾ ਘਰ ਫੂਕ ਕੇ ਤਮਾਸ਼ਾ ਦੇਖਦੇ ਆ। ਪਰ ਜਿਹੜੀਆਂ ਸਰਕਾਰਾਂ ਹੈਗੀਆਂ, ਜਦੋਂ ਇੰਨੀ ਵੱਡੀ ਗਿਣਤੀ ਠੱਗੀਆਂ ਹੁੰਦੀਆਂ, ਕਿ ਕਦਰ ਬਾਹਰ ਜੋ ਕੁਝ ਵਾਪਰਿਆ, ਫਿਰ ਸਰਕਾਰਾਂ ਵੀ ਤਾਂ ਕਿਧਰੇ ਭੂਮਿਕਾ ਬਣਦੀ ਹੈ ਨਾ ਉਹਨਾਂ ਦੀ, ਕਿ ਕਿਉਂ ਨਹੀਂ ਇਹਨਾਂ ਏਜੰਟਾਂ ਨੂੰ, ਠੱਗਾਂ ਨੂੰ ਨੱਥ ਪਾਈ ਜਾਂਦੀ? ਜਾਂ ਕਿਧਰੇ ਲੱਗਦਾ ਕਿ ਸਾਡਾ ਪੋਲੀਟੀਕਲ ਜਿਹੜਾ ਹੈਗਾ ਠੱਗ ਸਿਸਟਮ ਹੈਗਾ, ਉਹ ਵੀ ਨਾਲ ਮਿਲਿਆ ਹੋਇਆ ਇਹਨਾਂ ਦੇ? ਹਾਂਜੀ ਬਿਲਕੁਲ ਮਿਲਿਆ ਹੈ ਜੀ। ਮੈਂ ਪਹਿਲੀ ਗੱਲ ਦੱਸਾਂ ਕਿਉਂਕਿ ਮੇਰੀ ਉਮਰ ਚਲੋ ਉਸ ਤਰੀਕੇ ਦੀ ਨਹੀਂ ਹੈ। ਜਦੋਂ USSR ਟੁੱਟਿਆ, ਰਸ਼ੀਆ ਟੁੱਟਿਆ, ਉਸ ਤੋਂ ਪਹਿਲੇ ਠੇਕੇ ਦੇ ਉੱਤੇ ਨੌਕਰੀ ਨਹੀਂ ਸੀ ਪੰਜਾਬ ਦੇ ਵਿੱਚ, ਮੇਰੇ ਖਿਆਲ ਪੂਰੇ ਭਾਰਤ ਦੇ ਵਿੱਚ ਹੈ ਨਹੀਂ ਸੀ। ਉਸ ਤੋਂ 90 ਦੇ ਦਹਾਕੇ ਤੋਂ ਬਾਅਦ ਹੀ ਹੋਇਆ ਕਿ ਇੱਕ ਅਧਿਆਪਕ ਤਾਂ ਲੈਂਦਾ 50,000, ਤੁਹਾਡੇ ਵੱਲ ਲੈਣਾ ਹਨਾ, ਇੱਕ ਅਧਿਆਪਕ 50,000 ਲੈਂਦਾ, ਦੂਜੇ ਨੂੰ ਠੇਕੇ ਤੇ 5,000 ਰੱਖਿਆ ਜਾਂਦਾ।
ਇੱਕ ਸਿਕਿਉਰਿਟੀ ਗਾਰਡ ਪੁਲਿਸ ਦੇ ਵਿੱਚ 70000 ਲੈਂਦਾ, ਦੂਜਾ ਸਿਕਿਉਰਿਟੀ ਗਾਰਡ 7000 ਤੇ ATM ਦੇ ਬਾਹਰ ਖੜਿਆ। ਉਹ ਜਿਹੜਾ ਜ਼ਮੀਨ ਅਸਮਾਨ ਦਾ ਫਰਕ ਆ ਗਿਆ ਨੌਕਰੀਆਂ ਦੇ ਵਿੱਚ, ਉਸ ਚੱਕਰ ਜਿਹੜੇ ਠੇਕੇਦਾਰੀ ਸਿਸਟਮ ਦੇ ਵਿੱਚ ਜਾਂ ਪ੍ਰਾਈਵੇਟ ਨੌਕਰੀਆਂ ਹੈਗੀਆਂ ਉਨਾ ਕੁ ਪੈਸਾ ਨਹੀਂ ਮਿਲਦਾ ਕਿ ਬੰਦਾ ਗੁਜ਼ਾਰਾ ਕਰ ਸਕੇ। ਜੇ ਆਪਾਂ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਦੀਆਂ ਗੱਲਾਂ ਕਰਦੇ ਹਾਂ, ਉੱਥੇ ਸਾਰਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ, ਪਰ ਉੱਥੇ ਜੇ ਕੋਈ ਕਿਸੇ ਰੈਸਟੋਰੈਂਟ ਤੇ ਜਾਂ ਮੈਕਡੋਨਲਡ ਤੇ ਕੋਈ 버ਗਰ ਪੀਜ਼ਾ ਵੇਚਦਾ ਤਾਂ ਉਹਦੀ ਸੈਲਰੀ ਇੰਨੀ ਕੁ ਹੈ ਕਿ ਜਿੰਨੀ ਕੁ ਉੱਥੇ ਕੋਈ ਚੰਗੀ ਨੌਕਰੀ ਕਰਨ ਵਾਲਾ। ਉਹ ਜਿਹੜਾ ਫਰਕ ਸਾਡੇ ਪੰਜਾਬ 'ਚ ਜਾਂ ਪੂਰੇ ਇੰਡੀਆ 'ਚ ਹੀ ਹੈਗਾ। ਗੁਜ਼ਾਰਾ ਬਹੁਤਾ ਵਧੀਆ ਨਹੀਂ ਹੁੰਦਾ, ਪਰ ਜਿਹੜੇ ਕੰਮਾਂ 'ਚ ਗੁਜ਼ਾਰਾ ਹੁੰਦਾ ਉਹ ਕੰਮ ਕਰਕੇ ਰਾਜੀ ਨਹੀਂ, ਜਿਹਦੇ 'ਚ ਕਾਬਲੀਅਤ ਹੈ ਨਹੀਂ। ਜੇ 20-25 ਲੱਖ ਰੁਪਏ ਲੈ ਕੇ ਕੋਈ ਜਾਂਦਾ ਹੈ, 20-25-30 ਲੱਖ ਰੁਪਏ ਲੈ ਕੇ ਕੋਈ ਜਾਂਦਾ ਹੈ, ਤੇ ਮੈਂ ਨਹੀਂ ਦੇਖਿਆ ਉਹ 'ਚੋਂ ਜਿਹੜਾ ਘਲਾੜੀ ਲਗਾ ਕੇ ਗੁੜ ਕੱਢਦਾ ਹੋਵੇ ਤੇ ਉਹ ਵੇਚ ਕੇ ਹੋ ਸਕਦਾ ਉਸ ਤੋਂ ਜ਼ਿਆਦਾ ਕਮਾਉਂਦਾ ਹੋਵੇ। ਸਾਡੇ ਬਹੁਤ ਸਾਰੇ ਦੋਸਤ ਕਮਾ ਰਹੇ ਆ। ਖੇਤੀਬਾੜੀ ਦੇ ਵਿੱਚ ਮੈਂ ਦੇਖਿਆ ਜਿਹਦੇ ਕੋਲ 10-15 5 ਤੋਂ ਲੈ ਕੇ 20 ਕਿੱਲੇ ਤੱਕ ਹੈਗੇ ਆ, ਉਹ 500 ਰੁਪਏ ਦਾ ਪੈਟਰੋਲ ਫੂਕ ਕੇ ਲੇਬਰ ਦਾ ਲੱਭਣ ਜਾਂਦਾ ਯੂਪੀ ਬਿਹਾਰ ਦੇ ਨੂੰ ਰੇਲਵੇ ਸਟੇਸ਼ਨ ਤੇ, ਪਰ ਆਪ ਖੁਦ ਖੇਤ 'ਚ ਕੰਮ ਨਹੀਂ ਕਰਦਾ। ਦੁੱਧ ਦੀ ਜਿਹੜੀ ਪ੍ਰੋਡਕਸ਼ਨ ਹੈ ਪੰਜਾਬ ਦੇ ਵਿੱਚ, ਉਹ ਜੇ ਆਪਾਂ ਗੱਲ ਕਰੀਏ ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਆਇਆ, ਜਿਹੜੇ ਸਹਾਇਕ ਧੰਦੇ ਆ ਦੁੱਧ ਦੀ ਪ੍ਰੋਡਕਸ਼ਨ ਹੈ ਪੰਜਾਬ ਦੀ ਜਿਹੜੀ ਯੂਥ ਹੈ ਉਸ ਪਾਸੇ ਕੋਈ ਧਿਆਨ ਨਹੀਂ ਹੈਗਾ। ਉਹਦੇ ਵਿੱਚ ਵੀ ਜਿਹੜੇ ਲੋਕ ਜਾ ਰਹੇ ਆ ਤੇ ਪੈਸੇ ਚੰਗੇ ਕਮਾ ਰਹੇ ਆ, ਜਿੰਨੇ ਸਹਾਇਕ ਧੰਦਿਆਂ ਵੱਲ ਕੋਈ ਧਿਆਨ ਨਹੀਂ ਹੈ। ਇਹ ਵੀ ਇੱਕ ਕਾਰਨ ਹੈਗਾ ਕਿ ਜਿਹੜੇ ਨਾ ਕਾਬਲ ਲੋਕ ਹੈ, ਜਿਨ੍ਹਾਂ ਕੋਲ ਕਾਬਲੀਅਤ ਪੂਰੀ ਨਹੀਂ ਹੈ, ਉਹ ਜ਼ਿਆਦਾ ਠੱਗੀ ਦਾ ਸ਼ਿਕਾਰ ਹੁੰਦੇ ਆ। ਥੈਂਕ ਯੂ ਵੈਰੀ ਮਚ, ਥੈਂਕ ਯੂ ਸਿੱਧੂ ਜੀ। ਸੰਖੇਪ ਦੇ ਵਿੱਚ ਮੈਂ ਫਿਰ ਕਰਨੈਲ ਜੀ ਤੋਂ ਵੀ ਸਵਾਲ ਲੈਣਾ ਇਸ ਮੁੱਦੇ ਤੇ। ਮੈਂ ਸਿਰਫ ਇੱਕ ਗੱਲ ਕਰਨੀ ਚਾਹੁੰਦਾ ਜੀ, ਪੰਜਾਬ ਦਾ ਨੌਜਵਾਨ ਬਹੁਤ ਜ਼ਿਆਦਾ ਕਾਬਲ ਆ। ਪੰਜਾਬ ਦੇ ਨੌਜਵਾਨ ਕੋਲ ਉਹ ਚੀਜ਼ ਆ ਜਿਹੜਾ ਪੂਰੇ ਭਾਰਤ ਦਾ ਨੌਜਵਾਨ ਇੱਕ ਪਾਸੇ, ਉਹ ਪੰਜਾਬ ਦਾ ਨੌਜਵਾਨ ਇੱਕ ਪਾਸੇ ਹੋ ਜਾਵੇ, ਕਿਉਂਕਿ ਸਾਡੀ ਬਲੱਡ ਲਾਈਨ ਹੀ ਇੱਦਾਂ ਦੀ ਆ। ਜੇ ਅੱਜ ਸਾਨੂੰ ਇੱਥੇ ਤਰਾਸਦੀ ਨਾਲ ਸਾਡੀ ਮਾਵਾਂ ਡੌਂਕੀ ਵੀ ਭੇਜ ਰਹੀਆਂ ਨੇ ਅਰਦਾਸਾਂ ਕਰ ਕਰਕੇ, ਇਹ ਨਹੀਂ ਪਤਾ ਕਿ ਕਦੋਂ ਕਿੱਥੇ ਕੀਨੀਆ 'ਚ ਗੋਲੀ ਮਾਰ ਦੇਣੀ, ਕਦੋਂ ਕਿੱਥੇ ਮੈਕਸੀਕੋ ਦਾ ਬਾਰਡਰ ਟੱਪ ਕੇ ਗੋਲੀ ਮਾਰ ਦੇਣੀ, ਤਾਂ ਪੰਜਾਬ ਦੇ ਵਿੱਚ ਸੋਚੋ ਤਰਾਸਦੀ ਕਿੰਨੀ ਵੱਡੀ ਹੋਣੀ ਹੈ। ਇਹ ਸਾਰੀ ਤਰਾਸਦੀ ਇਕੱਲੀ ਮੈਂ ਮੌਜੂਦਾ ਸਰਕਾਰ ਦੀ ਮੰਨਦਾ, ਪਿਛਲੀ ਸਰਕਾਰਾਂ ਦੀ ਵੀ ਮੰਨਦਾ। ਇਹੋ ਜਿਹੀ ਗੱਲ ਨਹੀਂ ਹੈਗੀ ਕਿ ਮੈਂ ਪਿਛਲੀ ਸਰਕਾਰਾਂ ਨੂੰ ਨਹੀਂ ਕਹਿੰਦਾ, ਪਰ ਸਾਰੇ ਇਤਰਾਜ਼ ਦੀ ਆ। ਪਰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ, ਜੇ ਕਿਸੇ ਦਾ ਪੁੱਤ ਇੱਥੇ ਹੀ ਜੇ ਕਿਸੇ ਨੂੰ ਨੌਕਰੀ ਮਿਲ ਜਾਵੇ, ਤਾਂ ਜੇ ਉਹ ਨੌਕਰੀ ਕਰਦਾ ਕਿ ਉਹ ਸੇਫ ਐਂਡ ਸਾਊਂਡ ਆ ਪਿੱਛੇ ਜੇ ਸਾਡੇ ਉੱਥੇ ਗੋਲੀਆਂ ਮਾਰ ਗਏ ਆ ਮੁੰਡੇ ਨੂੰ, ਵਿਚਾਰਾ ਰੇੜੀ ਲਾਉਂਦਾ ਸੀਗਾ ਇਹਦੀਆਂ ਸੇਬ ਦੀਆਂ, ਉਹ ਸ਼ਰੇਆਮ ਨੂੰ ਗੋਲੀਆਂ ਮਾਰ ਗਏ। ਉਹ ਅਖਬਾਰ 'ਚ ਵੀ ਆ। ਕਿੱਦਾਂ ਕੀ ਪੰਜਾਬ ਦਾ ਲਾਅ ਐਂਡ ਆਰਡਰ ਇਹ ਸਾਨੂੰ ਦੱਸਦਾ ਆ ਕਿ ਤੁਸੀਂ ਇੱਥੇ ਰਹਿ ਕੇ ਨੌਜਵਾਨ ਲੜੋ। ਵੱਡੀ ਗੱਲ ਹੈਗੀ ਆ ਕਿ ਇੱਥੇ ਵੀ ਸਥਿਤੀ ਜਿਹੜੀ ਕਿੱਦਾਂ ਦੀ ਸੁਰੱਖਿਆ ਦੀ ਭਾਵਨਾ ਸਥਿਤੀ ਬਣਾਈ ਗਈ ਆ ਸਰ, ਸਥਿਤੀ ਬਣਾਈ ਗਈ। ਨੌਜਵਾਨਾਂ ਵਾਸਤੇ ਕੋਈ ਅੱਗੇ ਰਾਹ ਹੀ ਹੈ ਨਹੀਂਗਾ। ਥੈਂਕ ਯੂ ਵੈਰੀ ਮਚ। ਕਰਨੈਲ ਸਿੰਘ ਜੀ, ਇਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਜਿੱਦਾਂ ਆਸਟ੍ਰੇਲੀਆ ਦਾ ਜ਼ਿਕਰ ਕੀਤਾ, ਆਪਾਂ ਦੂਜੇ ਕੈਨੇਡਾ ਦੂਜੇ ਮੁਲਕਾਂ ਦੀ ਗੱਲ ਕਰ ਰਹੇ ਹਾਂ। ਇੱਕ ਆਸਟ੍ਰੇਲੀਆ ਦੇ ਅੰਦਰ ਜਿਹੜਾ ਵੱਡਾ ਸਵਾਲ ਇਹ ਵੀ ਹੈ ਕਿ ਵਿਦਿਆਰਥੀ ਕਿਸ ਕਦਰ ਜਿਹੜਾ ਹੈਗਾ ਪੜ੍ਹਾਈ ਦੇ ਨਾਂ ਤੇ ਜਾਂਦੇ ਆ, ਫਿਰ ਅੱਗੇ ਰੁਜ਼ਗਾਰ ਵਾਲੇ ਪਾਸੇ ਵੱਲ ਨੂੰ ਤੁਰ ਪੈਂਦੇ ਆ। ਤੁਹਾਡੇ ਉੱਥੇ ਜਿਹੜੇ ਸਥਾਨਕ ਲੋਕ ਹੈਗੇ ਆ, ਚਾਹੇ ਕਾਰੋਬਾਰੀ ਆ, ਦੂਜੇ ਕੰਮ ਧੰਦੇ ਕਰਨ ਵਾਲੇ ਆ, ਉਹਨਾਂ 'ਚ ਵੀ ਕਿਤੇ ਅਨਰੈਸਟ ਇਸ ਮਾਮਲੇ ਤੇ ਹੁੰਦੀ ਹੈ ਕਿ ਦੇਖੋ ਜੀ ਪੜ੍ਹਾਈ ਲਈ ਆਉਂਦੇ ਆ ਤੇ ਸਾਡੇ ਹੱਕ ਵੀ ਖੋਏ ਜਾ ਰਹੇ ਆ। ਕਿਤੇ ਇਦਾਂ ਦਾ ਇਸ਼ੂ ਵੀ ਉੱਥੇ ਬਣਿਆ ਵਾ ਕਰਨੈਲ ਸਿੰਘ ਜੀ? ਨਹੀਂ, ਇਹ ਬਿਲਕੁਲ ਨਹੀਂ ਹੈ ਜੀ। ਇੱਥੇ ਤਾਂ ਸ਼ਾਰਟੇਜ ਹੀ ਇੰਨੀ ਹੈ ਨਾ ਲੇਬਰ ਦੀ। ਮੈਂ ਖਾਸ ਕਰਕੇ ਪਹਿਲਾਂ ਤਾਂ ਮੈਂ ਅੱਜ ਬੜਾ ਮੈਂ ਮਾਣ ਮਹਿਸੂਸ ਕੀਤਾ। ਸਾਡੇ ਜਿੰਨਾ ਵੀ ਯੂਥ ਆ, ਇੰਨਾ ਇਹ ਆ ਦੇਖੋ ਚੇਤਨ ਹੋ ਚੁੱਕਾ, ਖਾਸ ਕਰਕੇ ਈਸ਼ਰਪ੍ਰੀਤ ਸਿੰਘ ਤੇ ਅਮਨ ਤੇ ਸਿੱਧੂ ਜੀ ਤੇ ਸਾਰਿਆਂ ਦੇ ਜਿੰਨੇ ਵੀ ਕੁਐਸਚਨ ਆ ਉਹ ਇੰਨੇ ਵਧੀਆ ਆ। ਔਰ ਇਹ ਗਵਰਨਮੈਂਟਾਂ ਵੀ ਦੇਖਦੀਆਂ ਜਿਹੜਾ ਸਾਡਾ ਯੂਥ ਆ, ਜਿਹੜੇ ਸਾਡੇ ਬੱਚੇ ਆ, ਸਾਡਾ ਫਿਊਚਰ ਹੁੰਦਾ। ਇਨਵੈਸਟ ਕਰੋ ਇੱਥੇ, ਇਹਨਾਂ ਤੇ ਇਨਵੈਸਟ ਕਰੋ ਜਿੰਨਾ ਕਰ ਹੁੰਦਾ। ਜਿਹੜੀਆਂ ਇਹਨਾਂ ਨੇ ਗਾਲਾਂ ਦੱਸੀਆਂ, ਇਹਨਾਂ ਨੂੰ ਇਦਾਂ ਦੇ ਬੋਲੇ ਜਾਂਦੇ ਆ, ਇਦਾਂ ਕਰੇ ਜਾਂਦੇ ਆ, ਡਿਸਕਰੇਜ ਇਹਨਾਂ ਨੂੰ ਕੀਤਾ ਜਾਂਦਾ, ਇਹ ਤੁਹਾਡਾ ਸਰਮਾਇਆ ਆ। ਕਹਿੰਦੇ ਹੁੰਦੇ ਜੇ ਫਾਦਰ ਦਾ ਉਹਦਾ ਪਿਓ ਤੋਂ ਵੱਧ ਬੁਲਾਉਂਦੇ ਆ। ਪੰਜਾਬੀਆਂ ਦੀ ਜਿਹੜੀ ਇਹਨਾਂ ਨੇ ਗੱਲ ਕੀਤੀ ਆ, ਇੱਥੇ ਬੌਬ ਗੈਟਰ ਆ, ਬਹੁਤ ਸਾਰੇ MP ਆ, ਉਹਨਾਂ ਦਾ ਇਹ ਕਹਿਤਾ ਵੀ ਇਹਨਾਂ ਲਈ ਟੋਟਲੀ ਵਿਜੇ ਖੋਲ ਦਿਓ। ਐਗਰੀਕਲਚਰ ਜੇ ਇੰਨੇ ਮਾਰ ਆ, ਇੰਨੇ ਇੱਥੇ ਚੰਗੇ ਆ, ਮਤਲਬ ਕੰਮ ਕਰਦੇ ਆ, ਦਿੰਦੇ ਵੀ ਰੁਜ਼ਗਾਰ। ਟਰੱਕਿੰਗ ਆ, ਚਾਹੇ ਟਰਾਂਸਪੋਰਟ ਆ, ਚਾਹੇ ਆਰਮੀ ਆ, ਕਿਤੇ ਵੀ। ਤੇ ਆਨੈਸਟੀ ਵੀ, ਪੰਜਾਬੀਆਂ ਦਾ ਕ੍ਰਾਈਮ ਰੇਟ ਵੀ ਬਹੁਤ ਘੱਟ ਆ। ਭਾਵੇਂ ਨਿਊਜ਼ ਆਉਂਦੀਆਂ ਕਿਤੇ ਵੀ ਕੁਛ ਏਦਾਂ ਦੀਆਂ ਪ੍ਰੋਬਲਮ ਆ ਰਹੀਆਂ ਚੋਂ, ਪਰ ਤੁਸੀਂ ਭਾਜੀ ਗੱਲ ਕੀਤੀ ਇੱਥੇ ਇਦਾਂ ਦਾ ਹੈ ਨਹੀਂ। ਸਗੋਂ ਆਸਟ੍ਰੇਲੀਆ ਨੂੰ ਕਈ ਵਾਰੀ ਹੈਗਾ ਆ, ਉਹਨਾਂ ਦੇ ਗੋਰੇ ਜਿਹੜੇ ਆ ਆਸਟ੍ਰੇਲੀਅਨ ਫਸਟ, ਪਰ ਉਹਨਾਂ ਕੋਲ ਸਾਡੇ ਬਰਾਬਰ ਇੱਥੇ ਦੀ ਡਿਪਾਰਟਮੈਂਟ 'ਚ ਵੀ ਜਾਂਦਾ। ਮਿਨਿਸਟਰਾਂ ਨੂੰ ਪਿਛਲੀ ਵਾਰੀ ਕਿਹਾ ਸੀ ਵੀ ਇਹਨਾਂ ਨੂੰ ਵਿਜੇ ਦੇ ਕੇ ਵਾਪਸ ਲਿਆਂਦਾ ਜਾਵੇ, ਪਰ ਉਹਨਾਂ ਜੋ ਸਾਰਿਆਂ ਨੂੰ ਜਿਹੜੀ ਇਹਨਾਂ ਨੇ ਇੱਕ ਆਪਣੀ ਇੱਛਾ ਵੀ ਇੰਟਰਨੈਸ਼ਨਲ ਲੈਵਲ ਦੀ ਸਟੱਡੀ ਕਰਕੇ ਪੰਜਾਬ ਦੇ ਵਿੱਚ ਅਪਲਾਈ ਕਰੀਏ। 5 ਸਾਲ ਪਹਿਲਾਂ ਭਾਜੀ ਇੱਕ ਕਰਾ ਚੁੱਕਾ, ਮੈਨੂੰ ਇੱਥੇ ਤੁਹਾਡੇ ਬੰਦਿਆਂ ਨੇ ਜਾਂਦੇ ਉਹ ਦਫ਼ਤਰ ਤੋਂ ਵਿੱਚੋਂ ਆਪਣੇ ਮੇਰੀ ਬਾਹਰ ਕੱਢ ਦਿੰਦੇ ਸੀ। ਕਹਿੰਦੇ 5-7 ਲੱਖ ਦਾ ਬੰਦਾ ਜਾ ਹੀ ਨਹੀਂ ਸਕਦਾ, ਅਸੀਂ 25 ਲੱਖ ਲੈਂਦੇ, ਸਾਡਾ ਕੰਮ ਖਰਾਬ ਕਰਨਾ ਆ ਸਾਰਾ, ਏਦਾਂ ਕਹਿੰਦੇ ਸੀ। ਔਰ ਇਕੱਲੀ ਯੂਨੀਵਰਸਿਟੀ ਫੀਸ ਹੁੰਦੀ ਆ, ਬੱਚਾ ਆਪ ਹੀ ਅਪਲਾਈ ਕਰ ਸਕਦਾ। $5,000, $5 ਲੱਖ, $10,000, $20,000 ਚ ਕੋਰਸ ਸ਼ੁਰੂ ਹੋ ਜਾਂਦੇ ਆ।
ਹੋਰ ਤਾਂ ਕੁਝ ਮੰਗਦੀਆਂ ਨਹੀਂ ਯੂਨੀਵਰਸਿਟੀਆਂ। ਪੇਪਰ ਸਹੀ ਹੋਣੇ ਚਾਹੀਦੇ, ਡਾਕੂਮੈਂਟ ਸਹੀ ਹੋਣੇ ਚਾਹੀਦੇ, ਇਹ ਬੱਚੇ ਆਪ ਵੀ ਅਪਲਾਈ ਕਰ ਸਕਦੇ। ਇਹਨਾਂ ਨੂੰ ਸਕੂਲਿੰਗ ਦੇ ਵਿੱਚ ਕੋਈ ਗਾਈਡੈਂਸ ਹੈ, ਪੰਜਾਬੀ ਭੋਲੇ ਆ ਪਿਆਰ ਨਾਲ ਏਜੰਟ ਨੂੰ ਉਹਦੇ ਪੇਰੈਂਟਸ ਵੀ ਕਹਿੰਦੇ ਜਿਹੜੇ ਡਾਕੂਮੈਂਟ ਜਿੱਥੇ ਲਾਉਣੇ ਲਾ ਦਿਓ। ਇਹਨਾਂ ਦੀ ਛਾਣਬੀਨ ਵਿਚਾਲੇ ਹੋਣੀ ਚਾਹੀਦੀ ਆ, ਕਿਹੜੀ ਬਿਊਰੋਕ੍ਰੇਸੀ ਆ, ਉਹ ਡਾਕੂਮੈਂਟ ਜਿੱਥੋਂ ਮਰਜ਼ੀ ਬੱਚੇ ਨੂੰ ਪੁੱਛੀਦਾ ਵੀ ਆ ਕਿ ਕਿਉਂ ਸਰ ਸਾਨੂੰ ਪਤਾ ਹੀ ਨਹੀਂ ਏਜੰਟ ਨੇ ਕਿਹੜੇ ਡਾਕੂਮੈਂਟ ਲਾਏ। ਯੂਨੀਵਰਸਿਟੀਆਂ ਜਦੋਂ ਗੱਲ ਕਰਦੀਆਂ ਇੱਥੇ ਅਸੀਂ ਯੂਨੀਵਰਸਿਟੀਆਂ ਨਾਲ ਐਜੂਕੇਸ਼ਨ ਪ੍ਰੋਵਾਈਡਰ ਨਾਲ ਹੀ ਇਹੀ ਗੱਲ ਹੁੰਦੀ ਆ, ਉਹ ਵੀ ਕਹਿੰਦੇ ਆ ਵੀ ਇਹ ਬੰਦੇ ਬੱਚੇ ਬਹੁਤ ਸਹੀ ਆ। ਔਰ ਆ ਕੇ ਭਾਜੀ ਉਹ ਪੁਲਿਸ ਦੇ 50-60 ਮੁੰਡੇ ਪੁਲਿਸ ਦੇ ਵਿੱਚ ਆ ਗਏ ਜਿਹੜੇ ਸਟੂਡੈਂਟ ਆਏ ਸੀ, ਇੰਨੇ ਵਧੀਆ ਬੈਲ ਸੈਟ ਲਿਆ ਐਪਰੀਸ਼ੀਏਟ ਆ, ਚਾਹੇ ਰੇਲਵੇ ਦਾ ਡਿਪਾਰਟਮੈਂਟ ਹੈ, ਚਾਹੇ ਬੱਸ ਚਲਾ ਰਹੇ ਆ, ਚਾਹੇ ਕੋਈ ਕਰੈਕਟਰ ਸਰਵਿਸ ਦਾ, ਐਗਰੀਕਲਚਰ ਦੀ ਯੂਨੀਵਰਸਿਟੀ ਨੂੰ ਤੁਸੀਂ ਲੈ ਲਓ, ਉੱਥੋਂ ਇੰਨੇ ਕੋਰਸਸ ਆ, ਕਾਮਰਸ ਗਰੋਮਰਸ ਦੀ ਬਹੁਤ ਲੋੜ ਆ, ਫੂਡ ਪਿਕਰ ਦੀ ਲੋੜ ਆ ਇੱਥੇ, ਜਿਹੜੇ ਕਿ ਵਰਕ ਪਰਮਿਟ ਤੇ ਆ ਰਹੇ ਹਨ। ਔਰ ਵਾਪਸ ਜਾਣਾ ਤੁਸੀਂ ਵਾਪਸ ਜਾਓ, ਆਪਣੀ खेती ਸ਼ੁਰੂ ਕਰ ਦਿਓ, ਮਸ਼ਰੂਮਾਂ ਦੇ ਫਾਰਮ ਆ ਤੁਸੀਂ ਇੱਥੇ ਸ਼ੁਰੂ ਕਰ ਦਿਓ। ਬਹੁਤ ਥੋੜੇ ਨਿੱਕੇ ਨਿੱਕੇ ਡੱਬਾ ਬੰਦ ਜਿੱਥੇ ਮਰਜ਼ੀ ਤੁਸੀਂ ਭੇਜੋ, ਜੂਸ ਬਣਾ ਲਓ, ਜੂਸ ਦੀਆਂ ਮਸ਼ੀਨਾਂ ਬੰਦ ਕਰਕੇ 6-6 ਮਹੀਨਿਆਂ ਦੀ ਉਹਨਾਂ ਦੀ ਮਿਆਦ ਆ। ਚਾਰ ਡੈਰੀਆਂ ਦੇ ਦੁੱਧ ਦੇ ਡੱਬੇ ਆ, ਬਹੁਤ ਸਾਰੀ ਇੰਡਸਟਰੀ ਜਿਹੜੀ ਪੰਜਾਬ ਤੋਂ ਤੁਸੀਂ ਇੰਗਲੈਂਡ ਬਣਾ ਦਿੱਤੀ। ਇਹ ਬੱਚਿਆਂ 'ਚ ਜੋ ਮੈਂ ਦੇਖ ਰਿਹਾ ਜਿੰਨਾ ਇਹਨਾਂ ਦੇ ਵਿੱਚ ਆਹ ਕਰਨਾ ਆਪਣੇ ਪੰਜਾਬ ਲਈ, ਕਿਉਂਕਿ ਇੱਕ ਹੋਰ ਪ੍ਰੋਬਲਮ ਭਾਜੀ ਇਹ ਖੜਦੀ ਜਾਂਦੀ ਆ, ਜਿਸ ਕੁੜੀ ਦੇ 8 ਬੈਂਡ ਆ ਜਾਂਦੇ ਆ, ਸੌਦੇ ਹੋ ਗਏ ਉਹ ਤੋਂ ਆ ਕੇ ਪ੍ਰੋਬਲਮ ਆਉਂਦੀ, ਉਹ ਕਹਿੰਦਾ ਤੂੰ ਫੀਸ ਦਿਓ ਉਹਦੇ, ਇੱਥੇ ਇਹ ਪ੍ਰੋਬਲਮ ਜ਼ਰੂਰ ਆ ਰਹੀਆਂ, ਉਹ ਸਾਨੂੰ ਸੋਲਵ ਕਰਨੀਆਂ ਬੜੀਆਂ ਮੁਸ਼ਕਲ ਹੋ ਰਹੀਆਂ। ਉਹ ਸਾਨੂੰ ਦੇਖ ਕੇ ਤਰਸ ਆਉਂਦਾ ਉਹਨਾਂ ਨੂੰ। ਉਹ ਕੁੜੀਆਂ ਵਿਚਾਰੇ ਤੇ ਵੀ 2-2 ਜੌਬਾਂ ਵੀ ਕਰਦੀਆਂ ਆ, ਲੀਨਿੰਗ ਵੀ ਕਰਦੀਆਂ, ਠੀਕ ਹੈ। ਸਿੰਘ ਜੀ ਇੱਕ ਸਵਾਲ ਜਿਹੜਾ ਮੈਂ ਤੁਹਾਡੇ ਤੋਂ ਸੌਰੀ ਟੋਕਣ ਲੱਗਿਆ, ਜਿੱਦਾਂ ਤੁਸੀਂ 2-2 ਜੌਬਾਂ ਦੀ ਗੱਲ ਕੀਤੀ ਹੈ, ਕਿਧਰੇ ਇਹ ਵੀ ਹੈ ਜਦੋਂ ਇੱਧਰੋਂ ਬੱਚਿਆਂ ਨੂੰ ਭੇਜਿਆ ਜਾਂਦਾ ਹੈ, ਪੰਜਾਬੀ ਜਦੋਂ ਆਪਣੇ ਬੱਚਿਆਂ ਨੂੰ ਭੇਜਦੇ ਹੈ ਤਾਂ ਉਧਰ ਜਾ ਕੇ ਫੀਸਾਂ ਤੇ ਹੋਰ ਸਾਰਾ ਵੱਡੇ ਖਰਚੇ ਜਿਹੜੇ ਹੁੰਦੇ, ਉਸ ਤੋਂ ਬਾਅਦ 'ਚ ਲੱਗਦਾ ਕਿ ਸ਼ਾਇਦ ਇੱਧਰੋਂ ਉਸ ਤਰ੍ਹਾਂ ਦੀ ਜਿਹੜੀ ਫਾਈਨੈਂਸ਼ੀਅਲ ਹੈਲਪ ਨਹੀਂ ਕੀਤੀ ਜਾਂਦੀ। ਇੱਕ ਮਜਬੂਰੀ ਬਣ ਜਾਂਦੀ ਹੈ ਉੱਥੋਂ ਦੇ ਵਿਦਿਆਰਥੀਆਂ ਲਈ ਕਿ ਪੜ੍ਹਾਈ ਦੇ ਨਾਲ ਨਾਲ ਜਿਹੜੀ ਜੌਬਾਂ ਵੱਲ ਕੰਮ ਕਰਨਾ। ਬਿਲਕੁਲ ਸਹੀ ਹੈ, ਮੈਂ ਸ਼ਾਰਟਕਟ ਹੀ ਜਵਾਬ ਦਿੰਦਾ। ਉੱਥੋਂ ਪੇਰੈਂਟਸ ਇਹ ਕਹਿੰਦੇ ਹੁਣ ਜੋ ਮਰਜ਼ੀ ਕਰ, ਇੱਥੇ ਜਾ ਕੇ ਤੂੰ ਹੀ ਕਿਹਾ ਸੀ। ਉਹ ਬੱਚਿਆਂ ਤੇ ਹੋਰ ਉਹਨਾਂ ਦੇ ਦਿਮਾਗ ਤੇ ਬੰਬ ਡਿੱਗਦਾ ਇੱਕ ਕਿਸਮ ਦਾ, ਅਸੀਂ ਹੁਣ ਕੀ ਕਰੀਏ, ਨਾ ਪਿੱਛੇ ਜਾ ਸਕਦੇ ਨਾ ਉੱਧਰ ਜਾ ਸਕਦੇ ਆ। ਉਹ ਇੰਨੇ ਸਟ੍ਰੈਸ ਦੇ ਵਿੱਚ ਆਉਂਦੇ ਆ, ਉਹ ਸਗੋਂ ਕਹਿੰਦੇ ਹੁਣ ਛੋਟੇ ਦਾ ਵੀ ਕੁਛ ਕਰ, ਮੇਰਾ ਨਹੀਂ ਤੂੰ ਕੁਛ ਕਰਦਾ। ਵੱਡੀ ਤਰਾਸਦੀ ਬਿਲਕੁਲ ਜਿਹੜਾ ਹੈਗਾ। ਮੈਂ ਫੇਰ ਆਵਾਂਗਾ ਤੁਹਾਡੇ ਵੱਲ, ਆਪਾਂ ਬਾਕੀ ਮਹਿਮਾਨਾਂ ਤੋਂ ਸਵਾਲ ਇਸ ਤੋਂ ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ। ਇੱਕ ਵੱਡਾ ਸਵਾਲ ਇਹ ਵੀ ਹੈ, ਦੇਖੋ ਸਰਕਾਰਾਂ ਦੀ ਜ਼ਿੰਮੇਵਾਰੀ ਆਪਣੀ ਜਗ੍ਹਾ ਤੇ, ਇਹ ਕਿਹਾ ਜਾਂਦਾ ਹੈ ਕਿ ਪੰਜਾਬ 'ਚ ਵੱਡੀਆਂ ਕੰਪਨੀਆਂ, ਵੱਡੀ ਇੰਡਸਟਰੀ ਆਉਂਦੀ ਨਹੀਂ, ਉਹ ਸਕਿੱਲ ਨਹੀਂ ਹੈਗੀ ਕਿਧਰੇ। ਇਹ ਵੀ ਬਹੁਤ ਵੱਡੀ ਇੱਕ ਕੰਟਰਾਡਿਕਸ਼ਨ ਹੈਗੀ ਹੈ, ਕਿਉਂਕਿ ਪੰਜਾਬ 'ਚ ਵੱਡੀ ਇੰਡਸਟਰੀ ਨਹੀਂ ਆਉਂਦੀ ਤਾਂ ਇੱਥੇ ਜਿਹੜਾ ਕਾਲਜਾਂ ਦੀ ਗੱਲ ਕਰ ਲਈਏ, ਸਕੂਲਾਂ ਦੀ ਗੱਲ ਕਰ ਲਈਏ, ਉਸ ਤਰ੍ਹਾਂ ਦੀ ਸਕਿੱਲ ਡਿਵੈਲਪ ਨਹੀਂ ਹੁੰਦੀ ਜਿਹੜੀ ਰੁਜ਼ਗਾਰ ਮੁਖੀ ਹੋਵੇ। ਕਿਤੇ ਇਹ ਵੀ ਬਹੁਤ ਵੱਡਾ ਇਸ਼ੂ ਬਣਿਆ ਵਾ ਇਸ ਵੇਲੇ। ਸਰਕਾਰਾਂ ਦਾਅਵਾ ਜ਼ਰੂਰ ਕਰਦੀਆਂ, ਪਿਛਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ, ਜਿੱਦਾਂ ਤੁਸੀਂ ਕਿਹਾ ਕਿ ਜੀ ਵੱਡੀ ਇੰਡਸਟਰੀ ਆ ਰਹੀ ਹੈ, ਪਰ ਜੋ ਸਥਿਤੀ ਬਣੀ ਹੋਈ, ਕਿਉਂ ਸਾਡੇ ਬੱਚਿਆਂ ਨੂੰ ਫਿਰ ਬਾਹਰ ਜਾਣਾ ਪੈਂਦਾ ਹੈ? ਕਿਉਂਕਿ ਸਕਿੱਲ ਵੱਲ ਕੋਈ ਧਿਆਨ ਨਹੀਂ ਹੈਗਾ ਤੇ ਨਾ ਹੀ ਉਹਨਾਂ ਨੂੰ ਅੱਗੇ ਕੋਈ ਸੋਰਸੇਜ ਆ ਜਿੱਥੇ ਉਹ ਜਾ ਕੇ ਰੁਜ਼ਗਾਰ ਮੰਗ ਸਕਦੇ ਆ। ਦੇਖੋ ਸਰ, ਮੈਂ ਇੱਕ ਗੱਲ ਇਹ 'ਚ ਐਡ ਕਰਨੀ ਚਾਹੁੰਦਾ, ਸਕਿੱਲ ਆਪਣੇ ਬੱਚਿਆਂ ਕੋਲ ਬਹੁਤ ਆ। ਜੇ ਤੁਸੀਂ ਸਾਡੀ ਪੀੜ੍ਹੀ 'ਚ ਦੇਖੋ, ਸਕਿੱਲ ਹੀ ਸਕਿੱਲ, ਜੇ ਆਪਾਂ ਸਕਿੱਲ ਉਹਨੂੰ ਦਿਖਾਉਂਦੇ ਕਦੋਂ ਆ? ਆਪਾਂ ਜੇ ਮਕੈਨੀਕਲ ਦੀ ਵੀ ਗੱਲ ਕਰ ਲਓ, ਜਿਹੜੀ ਪੜ੍ਹਾਈ ਹੁੰਦੀ ਹੈ, ਉਹ ਪਾਨਾ ਚਾਬੀ ਤਾਂ ਉਦੋਂ ਫੜਦਾ ਜਦੋਂ ਉਹ ਜੌਬ ਕਰਨ ਜਾਂਦਾ। ਬਾਕੀ ਤਾਂ ਸਾਰੀ ਪੜ੍ਹਾਈਆਂ ਤਾਂ ਉਹ ਕਿਤਾਬੀ ਪੜ੍ਹਾਈਆਂ ਨੇ, ਉਹਨੂੰ ਦੱਸੀ ਜਾਂਦੇ। ਇਹ ਜਿਹੜੇ ਬਾਹਰਲੇ ਲੋਕ ਨੇ, ਉਹ ਜਦੋਂ ਬੱਚਾ 15-16 ਸਾਲ ਦਾ ਹੁੰਦਾ ਉਹਨੂੰ ਪ੍ਰੈਕਟੀਕਲ ਵਰਕ ਦਿਖਾਉਂਦਾ। ਆਪਣਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਪ੍ਰੈਕਟੀਕਲ ਸਿਖਾਉਂਦਾ ਹੀ ਨਹੀਂ। ਜਦ ਪ੍ਰੈਕਟੀਕੈਲਿਟੀ 'ਚ ਪਤਾ ਲੱਗਦਾ ਉਦੋਂ ਬੱਚਾ ਬਹੁਤ ਜ਼ਿਆਦਾ ਪਿੱਛੇ ਹੋ ਜਾਂਦਾ। ਅਤੇ ਮੈਂ ਇੱਕ ਗੱਲ ਹੋਰ ਤੁਸੀਂ ਕਿਹਾ ਸੀਗਾ ਪਿੱਛੇ ਜੇ ਭਾਜੀ ਹੁਣਾਂ ਦੇ ਵਿੱਚ ਜਿਹੜੇ ਆਸਟ੍ਰੇਲੀਆ ਬੈਠੇ ਨੇ, ਇੱਕ ਗੱਲ ਕਹੀ ਸੀਗੀ ਕਿ ਉਹ 2-2, 3-3 ਜੌਬਾਂ ਕਰਦੇ ਨੇ। ਦੇਖੋ, ਇਹ ਇਕੱਲਾ ਪੰਜਾਬ ਦੀ ਪ੍ਰੋਬਲਮ ਨਹੀਂ ਹੈ, ਪੰਜਾਬ ਦੀ ਪ੍ਰੋਬਲਮ ਬਣਾਈ ਜਾ ਰਹੀ ਹੈ। ਬਹੁਤ ਵੱਡਾ ਇਹ ਵਿਸ਼ਾ ਆ ਜਿੱਥੇ ਸੋਚਣ ਵਾਲੀ ਗੱਲ ਹੈ। ਪੰਜਾਬ ਦੀ ਪ੍ਰੋਬਲਮ ਬਣਾਈ ਜਾ ਰਹੀ ਹੈ। ਕਰਨਾਟਕਾ, ਕੇਰਲਾ, ਇਹ ਇੱਕ ਹੋਰ ਸਟੇਟ ਆ ਜਿੱਥੇ ਸਰਕਾਰ ਬੱਚਿਆਂ ਨੂੰ ਆਫਰ ਦਿੰਦੀ ਹੈ ਬਾਹਰ ਜਾਣ ਦਾ। ਜੇ ਤੁਹਾਡੇ 12ਵੀਂ ਤੋਂ ਬਾਅਦ ਸਕਾਲਰਸ਼ਿਪ ਤੁਹਾਡੇ ਕੋਲ ਵਧੀਆ, ਤੁਹਾਡੇ ਇੰਗਲਿਸ਼ 'ਚ ਮਾਰਕਸ ਨੇ ਵਧੀਆ, ਜੇ ਤੁਸੀਂ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਹੋ, ਨੋ ਪ੍ਰੋਬਲਮ, ਕੋਈ ਪ੍ਰੋਬਲਮ ਹੀ ਨਹੀਂ ਹੈਗੀ। 3 ਸਾਲ ਬਾਅਦ ਜੇ ਕਨਵੀਨੀਐਂਟਲੀ ਬਾਹਰ ਜਾਓਗੇ। ਇੱਕ ਮੇਰੀ ਗੱਲ ਸੁਣੋ ਜੀ, 25 ਲੱਖ ਰੁਪਏ ਇੱਕ ਪਾਸੇ, ਅਤੇ ਜਿੱਦਾਂ ਦਾਊ ਸਾਹਿਬ ਨੇ ਕਿਹਾ ਸੀ 7-8 ਲੱਖ ਰੁਪਏ ਜੇ ਬੱਚੇ ਨੂੰ ਪਤਾ ਹੋਵੇ, 7-8 ਲੱਖ ਰੁਪਏ ਇੱਕ ਪਾਸੇ, 7-8 ਲੱਖ 6 ਮਹੀਨੇ 'ਚ ਬੱਚਾ ਕਮਾ ਕੇ ਆਪਣੇ ਘਰੇ ਦੇ ਸਕਦਾ। ਇੰਨਾ ਕੇਪੇਬਲ ਆ ਬਾਹਰ ਵਾਸਤੇ। ਪਰ ਜਦੋਂ ਪਿਓ ਇੱਥੋਂ ਜ਼ਮੀਨ ਵੇਚਦਾ, ਮਾਂ ਦੇ ਗਹਿਣੇ ਧਰਦਾ, ਇਹ ਕਰਜ਼ਾ ਚੱਕਦਾ ਉਹਨਾਂ 'ਤੇ, ਜਦੋਂ ਪਹਿਲਾਂ ਤਾਂ ਬੱਚੇ ਦੀ ਇਹ ਟੈਨਸ਼ਨ ਹੁੰਦੀ ਆ, ਪਿਓ ਕੋਲ 3 ਕਿੱਲੇ ਹੁੰਦੀ, 1 ਕਿੱਲਾ ਵੇਚ ਕੇ ਬਾਹਰ ਜਾਂਦਾ, ਉੱਥੇ ਜਾ ਕੇ 3 ਕੀ ਮੈਂ ਕਹਿੰਦਾ 5-5 ਜੌਬਾਂ ਕਰੂਗਾ ਉਹ ਪਿੱਛੇ। ਉਹੀ ਤਾਂ ਮੇਰੀ ਗੱਲ ਦੱਸਣੀ ਚਾਹੁੰਦਾ, ਜੇ ਇਹਦੀ ਕੋਸਟ ਕਟਿੰਗ ਹੋ ਜਾਵੇ, ਜਿੱਦਾਂ ਕਰਨਾਟਕਾ, ਬੈਂਗਲੌਰ ਦੇ ਵਿੱਚ ਸਿਲੀਕਨ ਵੈਲੀ ਆ,
ਉਹ ਇੱਥੋਂ ਬੱਚਿਆਂ ਨੂੰ ਉਹ ਉੱਥੇ ਸਕਾਲਰਸ਼ਿਪ ਤੇ ਲੈ ਕੇ ਜਾਂਦੇ ਨੇ। ਇੱਕ ਇਹਨਾਂ ਦੇ ਪ੍ਰੋਗਰਾਮ ਬਣੇ ਹੋਏ ਨੇ ਕਿ ਜੌਬ ਤੁਸੀਂ ਦੁਬਈ ਕਰ ਸਕਦੇ ਹੋ, ਜੌਬ ਤੁਸੀਂ ਆਸਟ੍ਰੇਲੀਆ ਕਰ ਸਕਦੇ ਹੋ, ਆਪਣਾ ਅਮਰੀਕਾ ਕਰ ਸਕਦੇ ਹੋ। ਪਰ ਚੱਕਰ ਕੀ ਆਉਂਦਾ ਜਦ ਪੰਜਾਬ ਦੀ ਗੱਲ ਆਉਂਦੀ ਹੈ, ਪੰਜਾਬ ਦੀ ਨਾ ਤਾਂ ਸਰਕਾਰ ਇਹ 'ਚ ਮਦਦ ਕਰਦੀ ਹੈ। ਦੇਖੋ ਨਾ, ਸਰਕਾਰ ਤਾਂ ਇਹੀ ਕਹਿੰਦੀ ਅਸੀਂ ਭੇਜਣੇ ਨਹੀਂ ਬੱਚੇ ਬਾਹਰ। ਸੀਐਮ ਸਾਹਿਬ ਦੇ ਆਪਦੇ ਬੱਚੇ ਬਾਹਰ ਨੇ, ਭਗਵੰਤ ਮਾਨ ਜੀ ਦੇ ਆਪਦੇ, ਮੈਂ ਇਕੱਲਾ ਸੀਐਮ ਸਾਹਿਬ ਦੇ ਨਹੀਂ ਕਹਿੰਦਾ, ਸਾਡੇ ਕਾਂਗਰਸ ਦੇ ਵਿੱਚ ਕਈ ਰਾਜਨੇਤਾ ਦੇ ਬੱਚੇ ਬਾਹਰ ਨੇ, ਅਕਾਲੀ ਦਲ ਦੇ ਵਿੱਚ ਹੋਰ ਜਿੰਨੀਆਂ ਪਾਰਟੀਆਂ ਨੇ ਬੱਚੇ ਬਾਹਰ ਨੇ। ਇੱਥੇ ਬਚਦਾ ਕੌਣ ਆ? ਬਚਦਾ ਉਹ ਨੇ ਜਿਹੜਾ ਜਿਨ੍ਹਾਂ ਕੋਲ 25 ਲੱਖ ਰੁਪਏ ਇਕੱਠਾ ਨਹੀਂ ਹੁੰਦਾ। ਜੇ 25 ਲੱਖ ਰੁਪਏ ਇਕੱਠਾ ਨਾ ਹੋਵੇ, ਬੱਚਾ ਫਿਰ ਡਿਪਰੈਸ਼ਨ 'ਚ ਚਲ ਜਾਂਦਾ। ਡਿਪਰੈਸ਼ਨ ਤੋਂ ਬਾਅਦ ਫਿਰ ਨਸ਼ੇ ਸ਼ੁਰੂ ਹੁੰਦੇ ਆ, ਬੀਅਰ ਤੋਂ ਸ਼ੁਰੂ ਹੋ ਕੇ ਚਿੱਟੇ ਤੱਕ ਜਾਂਦਾ ਬੱਚਾ। ਜੇ ਫਿਰ ਨਾ એનર્ਜੀ ਚੈਨਲਾਈਜ਼ ਹੋਵੇ, ਫਿਰ ਗੈਂਗਸਟਰਿਜ਼ਮ ਵਾਲੇ ਪਾਸੇ ਜਾਂਦਾ, ਉਦਾਂ ਹੀ ਘਰੇ ਬੈਠਾ ਕਚਿੱਚੀਆਂ ਲਈ ਜਾਂਦਾ ਕਿ ਉਹਨੇ ਮੇਰੇ ਵੱਲ ਘੂਰਤਾ, ਉਹਨੇ। ਯਾਰ ਸਾਡੀ એનર્ਜੀ ਚੈਨਲਾਈਜ਼ ਹੀ ਨਹੀਂ ਹੋ ਰਹੀ। ਅੱਜ ਦਾ ਯੂਥ, ਕੱਲਾ ਮੈਂ ਪੰਜਾਬ ਦਾ ਕਹਿਣਾ ਜੀ, ਕਿਉਂਕਿ ਤੁਸੀਂ ਦੇਖੋ ਯੂਪੀ ਵਾਲੇ ਪਾਸੇ ਚੱਲ ਜਾਓ, ਆਪਾਂ ਯੂਪੀ ਨੂੰ ਬੜਾ ਦਿਖਾਉਂਦੇ ਸੀਗੇ ਨਾ, ਯੂਪੀ ਇੱਦਾਂ, ਯੂਪੀ ਵਾਲੇ ਪਾਸੇ ਚੱਲ ਜਾਓ ਜਾਂ ਥੋੜਾ ਜਿਹਾ ਹੋਰ ਥੱਲੇ ਚੱਲ ਜਾਓ, ਬੱਚੇ ਯੂਪੀਐਸਸੀ ਦੇ ਪੇਪਰ ਦੇ ਕੇ IAS IPS ਬਣ ਗਏ। ਅੱਜ ਪੰਜਾਬ ਦੇ ਵਿੱਚ ਕਿੰਨੇ IPS ਜਾਂ UPSC ਦੇ ਸੈਂਟਰ ਖੁੱਲੇ ਨੇ ਦੱਸੋ? ਆਈਲੈਟਸ ਦੇ ਸੈਂਟਰ, ਇੱਕ ਠੇਕਾ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਨੇ, ਇੱਕ ਆਈਲੈਟਸ ਦੇ ਸੈਂਟਰ ਨੇ, ਉਹਨਾਂ ਦੇ ਵੀ ਕੋਈ ਰਖੇਲ ਕਸਣ ਵਾਲਾ ਨਹੀਂ ਹੈਗਾ। ਉਹਨਾਂ ਦੇ ਦੇਖੋ, ਮੇਰੀ ਇੱਕ ਬਹੁਤ ਇਹ ਅਸੀਂ ਇਹ ਤੇ ਮੁਹਿੰਮ ਵੀ ਚਲਾ ਰਹੇ ਹਾਂ ਜੀ। ਅਸੀਂ ਪਿੰਡਾਂ ਜਾ ਕੇ ਇੱਕ ਤੇ ਮੁਹਿੰਮ ਚਲਾ ਰਹੇ ਹਾਂ। ਪਹਿਲੀ ਗੱਲ ਤਾਂ ਸ਼ੁਕਰ ਹੈ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਸਾਡੀ ਨੌਜਵਾਨਾਂ ਦੀ ਗੱਲ ਮੰਨੀ ਕਿ ਬਾਹਰ ਜਾਣਾ ਕੋਈ ਅਪਰਾਧ ਨਹੀਂ ਹੈਗਾ। ਹੁਣ ਆਪਾਂ ਜਿੰਨੇ ਕਮਰੇ 'ਚ ਬੈਠੇ ਹਾਂ, ਜਾਂ ਜਿੰਨੇ ਤੁਹਾਡੇ ਕੈਮਰੇ ਦੇ ਵੀ ਪਿੱਛੇ ਨੇ, ਜਾਂ ਫਿਰ ਉਹ ਮੀਡੀਆ ਵਾਲੇ ਵੀ ਜਿੰਨੇ ਤੁਹਾਡੇ ਆਫਿਸ 'ਚ ਨੇ, ਇੱਕ ਬੰਦਾ ਮੈਨੂੰ ਇਹ ਜਿਹਾ ਦੱਸ ਦਿਓ ਜਿਹੜਾ ਚੰਡੀਗੜ੍ਹ 'ਚ ਜੰਮਿਆ ਪਲਿਆ ਹੋਵੇ, ਜਾਂ ਚੰਡੀਗੜ੍ਹ 'ਚ ਜਿਹਦਾ ਬਰਥ ਹੋਵੇ। ਹੈਗਾ ਸਾਹਿਬ? ਮੈਂ ਤੁਹਾਡੇ ਤੋਂ ਸਵਾਲ ਪੁੱਛਦਾ, ਤੁਹਾਡਾ ਵੀ ਕੋਈ ਪਿੰਡ ਹੋਣਾ, ਮੇਰਾ ਵੀ ਕੋਈ ਪਿੰਡ ਹੋਣਾ, ਦਾਊ ਸਾਹਿਬ ਦਾ ਵੀ, ਮੇਰਾ ਵੀਰ ਇੱਥੇ ਬੈਠਾ ਇਹਦਾ ਵੀ ਕੋਈ ਪਿੰਡ ਹੋਣਾ, ਜਿਹੜਾ ਕੈਮਰੇ ਪਿੱਛੇ ਇਹਦਾ ਵੀ ਪਿੰਡ ਆ। ਪਰ ਅਸੀਂ ਜੇ ਕਿੱਤਾ ਕਰਨਾ, ਰੋਜੀ ਰੋਟੀ ਕਮਾਉਣ ਚੰਡੀਗੜ੍ਹ ਆ ਸਕਦੇ ਆ, ਤਾਂ ਯਾਰ ਜੇ ਪੰਜਾਬ ਦਾ ਬੱਚਾ ਕੈਨੇਡਾ ਚਲ ਜਾਂਦਾ, ਇਹ 'ਚ ਗਲਤੀ ਕੀ ਆ? ਗੁਨਾਹ ਕਿਹੜਾ? ਬਿਲਕੁਲ ਨਹੀਂ, ਗੁਨਾਹ ਪਤਾ ਕੀ ਆ ਭਾਈ ਜੀ? ਗੁਨਾਹ ਇਹਦੇ 'ਚ ਇਹ ਆ ਕਿ ਜੇ ਸਮਝੋ ਤੁਹਾਡਾ ਜਨਮ ਬਠਿੰਡੇ ਦਾ, ਬਠਿੰਡੇ ਤੋਂ ਚੰਡੀਗੜ੍ਹ ਆਉਣ ਦਾ ਟੋਲ ਟੈਕਸ ਲੱਗਦੇ ਰਸਤੇ 'ਚ 3-4 ਟੋਲ ਟੈਕਸ ਲੱਗਦੇ, ਤੇ ਖਰਚਾ ਆਪਣਾ ਗੱਡੀ ਦਾ ਤੇਲ ਦਾ, ਜੇ ਬੱਸ 'ਤੇ ਆਉਣਾ ਬੱਸ ਦਾ ਖਰਚਾ ਤੁਹਾਨੂੰ ਕਨਵੀਨੀਅੰਟ ਆ। ਬਠਿੰਡੇ ਤੋਂ ਚੰਡੀਗੜ੍ਹ ਆਉਣ ਦਾ ਜੇ ਤੁਹਾਨੂੰ 15 ਲੱਖ ਰੁਪਏ ਲੱਗਦਾ ਹੋਵੇ, ਲੈ ਮੈਂ ਵੀ ਇੱਥੇ ਬੈਠਾ, ਤੁਸੀਂ ਜੇ ਇੱਕ ਸਾਲ 'ਚ 2 ਵਾਰੀ ਆਉਂ ਕਿ ਯਾਰ ਨਹੀਂ ਉਹਦੇ ਰਿਸ਼ਤੇ, ਅਸੀਂ ਪੰਜਾਬ ਦੇ ਲੋਕ ਰਿਸ਼ਤੇਦਾਰੀ ਭੁੱਲ ਜਾਂਦੇ, ਰਸਤੇ 'ਚ 3 ਟੋਲ ਪੈਂਦੇ ਆ, ਛੱਡ ਯਾਰ ਬਾਅਦ 'ਚ ਅਗਲੇ ਸਾਲ ਰੱਖੜੀ ਭੇਜ ਦੇਵਾਂਗੇ। ਇੱਦਾਂ ਹੀ ਜੇ ਇਹਨੂੰ ਕਨਵੀਨੀਅੰਟ ਕਰ ਦੇਵਾਂਗੇ ਨਾ ਆਪਾਂ, ਜੇ ਸਭ ਇਹਨੂੰ ਕਨਵੀਨੀਅੰਟ ਕਰ ਦੇਵਾਂਗੇ ਬਾਹਰ ਜਾਣ ਨੂੰ, ਹਰ ਬੰਦਾ ਟਿਕਟ ਲੈ ਕੇ ਬਾਹਰ ਜਾ ਕੇ ਉੱਥੇ ਕਮਾਈ ਕਰਕੇ ਇੱਥੇ ਆਪਣੇ ਇੰਡੀਆ ਜਾਵੇ, ਪੰਜਾਬ 'ਚ ਤਰੱਕੀ ਦੇਵੇ। ਬਿਲਕੁਲ, ਥੈਂਕ ਯੂ। ਅਮਨ, ਜਿਸ ਮਾਮਲੇ ਤੇ ਗੱਲ ਕਰ ਰਹੇ ਹੋ ਤੁਸੀਂ, ਆਪਣੀ ਗੱਲ ਵੀ ਕਰਿਓ ਕਿਤੇ, ਜਿਸ ਮੁੱਦੇ ਤੇ ਮੈਂ ਗੱਲ ਕਰਨਾ ਚਾਹੁੰਦਾ, ਆਪਾਂ ਲੈ ਰਹੇ ਹਾਂ ਸਵਾਲ ਨੂੰ। ਸਕਿੱਲ ਦਾ ਇਸ਼ੂ ਹਾਈ ਹੈ। ਜਿਵੇਂ ਮੋਹਾਲੀ 'ਚ ਇੱਕ ਸਟਾਰਟਅਪ ਸੈਂਟਰ ਹੈ, ਉਹ ਅੱਜ ਕੱਲ੍ਹ ਜਿਹੜਾ ਹੈਗਾ ਕਾਲ ਸੈਂਟਰ ਬਣ ਗਿਆ, ਕਿਉਂਕਿ ਉਹ ਕਹਿੰਦੇ ਕਿ ਸਾਡੇ ਕੋਲੇ ਉਸ ਲੈਵਲ ਦੀਆਂ ਨਾ ਤਾਂ ਜਿਹੜਾ ਹੈਗਾ ਵਿਦਿਆਰਥੀ ਆਏ ਆ, ਨਾ ਉਹ ਸਕਿੱਲ ਹੈ ਉੱਦਾਂ ਦੀ, ਨਾ ਉੱਦਾਂ ਦਾ ਸਿਸਟਮ ਹੈ। ਜਾਣੀ ਜਿਹੜੇ ਵੱਡੇ ਕੋਈ ਅਦਾਰੇ ਆਏ ਵੀ ਹੈ, ਉਹ ਵੀ ਕਾਲ ਸੈਂਟਰਾਂ 'ਚ ਜਿਹੜੇ ਹੈਗੇ ਬਦਲ ਗਏ ਆ। ਇਹ ਸਥਿਤੀ ਬਣੀ ਹੋਈ ਹੈ ਪੰਜਾਬ ਦੀ। ਦੇਖੋ, ਇਹ ਨਾ ਸਕਿੱਲ ਦਾ ਮਸਲਾ ਨਹੀਂ ਹੈਗਾ। ਮੈਂ ਪਹਿਲਾਂ ਤਾਂ ਜਿਹੜੇ ਈਸ਼ਰ ਨੇ ਕਿਹਾ ਵੀ ਬਾਹਰ ਜਾਣ 'ਚ ਕੀ ਦਿੱਕਤ ਹੈ, ਆਪਾਂ ਪ੍ਰਵਾਸ ਦੇ ਕੋਈ ਵਿਰੋਧੀ ਨਹੀਂ ਹੈਗੇ। ਕੋਈ ਵੀ ਬੰਦਾ ਚੰਗੀ ਜ਼ਿੰਦਗੀ ਦੀ ਖੁਆਇਸ਼ ਵਿੱਚ ਅੱਡ-ਅੱਡ ਥਾਂ ਜਾਵੇ, ਅੱਡ-ਅੱਡ ਸੂਬਿਆਂ ਜਾਵੇ, ਅੱਡ-ਅੱਡ ਸ਼ਹਿਰਾਂ ਜਾਵੇ, ਅੱਡ-ਅੱਡ ਮੁਲਕਾਂ ਜਾਵੇ, ਲੋਕ ਡੋਮੈਨ, ਇਹ ਸਭ ਸਹੀ ਹੈ। ਪਰ ਕਿੰਨੇ ਕੁ ਲੋਕ ਬਾਹਰ ਜਾਣਗੇ? ਸਾਰਾ ਪੰਜਾਬ ਤਾਂ ਬਾਹਰ ਨਹੀਂ ਜਾ ਸਕਦਾ। ਜੇ ਸਾਰੇ ਬਾਹਰ ਚਲੇ ਗਏ, ਫਿਰ ਇੱਥੇ ਸਰਕਾਰਾਂ ਕਾਹਦੇ ਲਈ ਚਲਾਉਣੀਆਂ ਨੇ? ਫਿਰ ਇੱਥੇ ਅਸੈਂਬਲੀਆਂ ਕਾਹਦੇ ਲਈ? ਫਿਰ ਇੱਥੇ MLA ਕਾਹਦੇ ਲਈ ਚੁਣੇ ਨੇ? ਇੱਥੇ ਦੇ ਨੌਜਵਾਨਾਂ ਦਾ ਹੱਲ ਕਰਨਾ, ਉਹਨਾਂ ਨੂੰ ਚੰਗੀ ਜ਼ਿੰਦਗੀ ਦੇਣਾ। ਜਿਹੜੀ ਸਰਕਾਰ ਇੱਥੇ ਦੇ ਲੋਕਾਂ ਤੋਂ ਟੈਕਸ ਦਾ ਪੈਸਾ ਲੈ ਰਹੀ ਹੈ, ਉਹਦੀ ਜ਼ਿੰਮੇਵਾਰੀ ਹੈ। ਮੈਂ ਗੱਲ ਦੱਸਣੀ ਚਾਹੁੰਦਾ ਬਾਈ, ਚੰਗੀ ਜ਼ਿੰਦਗੀ ਤਾਂ ਮਿਲੂਗੀ ਜੇ ਲਾਅ ਐਂਡ ਆਰਡਰ ਸਹੀ ਹੋਊਗਾ। ਮੈਨੂੰ ਗੱਲ ਤਾਂ ਕਰ ਲੈਣ ਦਿਓ। ਸਾਡਾ ਨੌਜਵਾਨ ਸਿੱਧੂ ਮੂਸੇਵਾਲਾ ਆਪਣੇ ਮਾਂ-ਪਿਓ ਦੇ ਕੋਲ ਇੱਥੇ ਆਇਆ ਸੀਗਾ। ਮੈਂ ਤੁਹਾਡੀ ਪੂਰੀ ਗੱਲ, ਮਸਲਾ ਇਹ ਹੋਊਗਾ ਕਿ ਇੱਥੇ ਜੀਵਨ ਕਿਉਂ ਖਰਾਬ ਹੈ, ਇੱਥੋਂ ਦੀ ਸਰਕਾਰੀ ਪ੍ਰਬੰਧ ਕੀ ਕਰ ਰਿਹਾ ਵਾ, ਉਹਨਾਂ ਨੂੰ ਸਿਕਿਉਰਿਟੀ ਤੇ ਉਹਨਾਂ ਨੂੰ ਜਿਹੜਾ ਨੌਕਰੀ ਔਰ ਬਾਕੀ ਸਹੂਲਤਾਂ ਕਿਉਂ ਨਹੀਂ ਮਿਲ ਰਹੀਆਂ, ਕਿਉਂ ਉਹਨਾਂ ਨੂੰ ਕਿਤੇ ਹੋਰ ਜਾਣਾ ਪੈ ਰਿਹਾ ਵਾ। ਜਿਹੜਾ ਜਾਣਾ ਚਾਹੁੰਦਾ ਆਪਣੇ ਮਨ ਨਾਲ ਉਹ ਜੀ ਸੱਦ ਕੇ ਜਾਵੇ, ਪਰ ਇੱਥੇ ਤਾਂ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ। ਦੂਜੀ ਗੱਲ ਹੈ, ਕਿੰਨੇ ਕੁ ਲੋਕ ਬਾਹਰ ਜਾਣਗੇ? 80 ਕਰੋੜ ਜਨਤਾ ਤਾਂ ਇੱਥੇ 20 ਰੁਪਏ ਤੋਂ ਘੱਟ ਤੇ ਗੁਜ਼ਾਰਾ ਕਰਦੀ ਆ, ਉਹ ਕਿੱਥੋਂ 20 ਲੱਖ ਰੁਪਇਆ ਦੇਣਗੇ? ਅਮਨ, ਸੌਰੀ ਵਿੱਚ ਟੋਕਣ ਲੱਗਾ, ਜੋ ਤੁਸੀਂ ਇੱਥੋਂ ਦੇ ਸਿਸਟਮ ਦੀ ਗੱਲ ਕਰਦੇ ਹੋ, ਉਹਦੇ ਨਾਲ ਹੀ ਸਮੇਂ ਦੇ ਲਿਹਾਜ਼ ਨਾਲ ਮੈਂ ਛੋਟਾ ਜਿਹਾ ਸਵਾਲ ਵੀ ਲੈਣਾ ਚਾਹਾਂਗਾ। ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ, ਦੇਖੋ ਕਈ ਵਾਰੀ ਪ੍ਰੋਫੈਸਰਾਂ ਅਧਿਆਪਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਹੈ, ਉਹ ਕਹਿੰਦੀ ਜਿਹੜਾ 50 ਸਾਲ ਪੁਰਾਣਾ ਸਿਸਟਮ ਹੈ ਉਹੀ ਅਸੀਂ ਸਿਲੇਬਸ ਪੜ੍ਹਾਈ ਜਾਂਦੇ ਹਾਂ। ਸਮੇਂ ਦੇ ਲਿਹਾਜ਼ ਨਾਲ ਸਾਡਾ ਸਿਸਟਮ ਬਦਲਦਾ ਕਿਉਂ ਨਹੀਂ, ਜਿਹੜਾ ਰੁਜ਼ਗਾਰ ਮੁਖੀ ਹੋਵੇ? ਕਿਧਰੇ ਇਹ ਵੀ ਵੱਡਾ ਸਵਾਲ ਹੈ। ਜਿੱਦਾਂ ਆਪਾਂ ਬਾਹਰ ਜਾਣ ਦੀ ਗੱਲ ਕਰਦੇ ਹਾਂ, ਇੱਥੇ ਤਾਂ ਹੀ ਰਹਾਂਗੇ ਨਾ ਜੇ ਸਾਡੀ ਸਕਿੱਲ ਹੋਏਗੀ। ਨਹੀਂ, ਇਹ ਸਕਿੱਲ ਦਾ ਮਸਲਾ ਨਹੀਂ ਜੀ, ਇਹ ਨੀਤੀ ਦਾ ਮਸਲਾ ਹੈ। ਇਹ ਸਮੇਂ ਦੇ ਹਿਸਾਬ ਨਾਲ ਇਹ ਨਹੀਂ ਬਦਲਿਆ ਕੀ ਹੈ,
ਸਮੇਂ ਹਿਸਾਬ ਨਾਲ ਇਹ ਬਦਲਿਆ ਵੀ 30 ਸਾਲ ਪਹਿਲਾਂ ਇਹ ਨੀਤੀਆਂ ਆ ਗਈਆਂ ਵੀ ਪੱਕਾ ਰੁਜ਼ਗਾਰ ਨਹੀਂ ਰੱਖਣਾ। ਪਹਿਲਾਂ ਪੜ੍ਹ ਲਿਖ ਕੇ ਜਾਂ ਜਿਹੋ ਜਿਹਾ ਵੀ ਬੰਦਾ ਸੀ ਉਹਨੂੰ ਪੱਕੀ ਨੌਕਰੀ ਮਿਲਦੀ ਸੀ। ਅੱਜ ਉਹ ਬੰਦੇ ਰਿਟਾਇਰ ਹੋ ਰਹੇ ਆ। ਤੁਸੀਂ ਕਾਲਜਾਂ ਦੀ ਹਾਲਤ ਦੇਖ ਲਓ, ਕਾਲਜ ਬਿਨਾਂ ਪ੍ਰੋਫੈਸਰਾਂ ਤੋਂ ਕਿਵੇਂ ਚੱਲਣਗੇ। ਭਗਵੰਤ ਮਾਨ ਵੀਡੀਓ ਪਾ ਕੇ ਵਿਸ਼ੇਸ਼ ਤੌਰ ਤੇ ਚਿੰਤਾ ਜਤਾਉਂਦਾ ਹੈ ਕਿ ਲਵਲੀ ਜਿਹੜੀ ਯੂਨੀਵਰਸਿਟੀ ਆ ਉਹ 'ਚ ਪੰਜਾਬੀ ਘੱਟ ਰਹੇ ਨੇ, ਹੋਰ ਸੂਬਿਆਂ ਦੇ ਵਿਦਿਆਰਥੀ ਪੰਜਾਬੀ ਕਿਉਂ ਨਹੀਂ ਜਾ ਰਹੇ। ਪਰ ਉਹ ਇਹ ਚਿੰਤਾ ਕਿਉਂ ਨਹੀਂ ਜਤਾਉਂਦਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੀ ਹਾਲ ਹੈ, ਪੰਜਾਬ ਯੂਨੀਵਰਸਿਟੀ ਦਾ ਕੀ ਹਾਲ ਹੈ, GNDU ਦਾ ਕੀ ਹਾਲ ਹੈ, ਪੰਜਾਬ 'ਚ ਹੋਰ ਸਰਕਾਰੀ ਯੂਨੀਵਰਸਿਟੀਆਂ ਕਿਉਂ ਨਹੀਂ ਹੈ, ਪੰਜਾਬ ਦੇ ਕਾਲਜਾਂ ਦੇ ਵਿੱਚ 26 ਸਾਲਾਂ 'ਚ ਪ੍ਰੋਫੈਸਰ ਭਰਤੀ ਨਹੀਂ ਹੋਇਆ, ਰਿਟਾਇਰ ਹੋ ਰਹੇ ਨੇ ਹਰ ਸਾਲ। ਇਸ ਰਫ਼ਤਾਰ ਦੇ ਨਾਲ ਅਗਲੇ 3 ਸਾਲਾਂ 'ਚ ਕਾਲਜ ਬੰਦ ਹੋ ਜਾਣਗੇ ਤੇ ਜੇ ਕੀ ਇਹ 30 ਸਾਲਾਂ 'ਚ ਬੱਚੇ PhDਆਂ ਕਰਕੇ ਪੜ੍ਹਾਉਣ ਦੇ ਯੋਗ ਨਹੀਂ ਹੋਏ, ਉਹਨਾਂ ਦੇ ਸਿਰ ਤੇ ਚੱਲ ਰਿਹਾ ਜਿਹੜੇ 10-10 15-15 ਹਜ਼ਾਰ ਤੇ ਪੜ੍ਹਾ ਰਹੇ ਨੇ। ਹੁਣ ਉਹਨਾਂ ਹੀ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਮਿਲਣਾ ਚਾਹੀਦਾ ਸੀ ਤੇ ਉਹਨਾਂ ਦੇ ਸਿਰ ਤੇ ਕਾਲਜ ਚੰਗੇ ਢੰਗ ਨਾਲ ਚੱਲਦੇ, ਉਹਨਾਂ ਕਾਲਜਾਂ 'ਚ ਚੰਗੀ ਪੜ੍ਹਾਈ ਵੀ ਹੁੰਦੀ। ਇਹੀ ਹਾਲ ਹਸਪਤਾਲਾਂ ਦਾ। ਹੁਣ ਜਿਹੜਾ ਸਾਰਾ ਦੋਸ਼ ਲੋਕਾਂ ਤੇ ਸਿੱਟਦੇ ਨੇ ਨਾ, ਮੈਂ ਦਾਊ ਜੀ ਦੀ ਗੱਲ ਨਾਲ ਸਹਿਮਤ ਨਹੀਂ ਵੀ ਕੋਈ ਸਕਿਲਡ ਨਹੀਂ ਹੈਗੇ ਲੋਕ ਵੀ ਇੱਥੇ 10-20 ਲੱਖ ਨਾਲ ਰੁਜ਼ਗਾਰ ਸ਼ੁਰੂ ਕਰ ਲੈਣ। ਇੱਥੇ ਹਾਲਤ ਇਹ ਹੈ ਵੀ ਕਿਸੇ ਕੋਲ 20 ਲੱਖ ਰੁਪਇਆ ਵੀ ਪਿਆ। ਜਿਹੜੀ ਪੰਜਾਬ ਦੇ ਵਿੱਚ ਹਾਲਤ ਹੈ, ਕਿਤੇ ਪਾਣੀ ਗੰਦੇ, ਕਿਤੇ ਹਵਾ ਗੰਦੀ, ਕਿਤੇ ਧਰਤੀ ਗੰਦੀ, ਜਿਵੇਂ ਕੈਂਸਰ ਹੋ ਰਿਹਾ ਹੈ ਤੇ ਮਤਲਬ ਸਰਕਾਰੀ ਹਸਪਤਾਲਾਂ ਦਾ ਮਾੜਾ ਹਾਲ ਹੈ। ਜੇ ਤੁਸੀਂ ਮੈਕਸ ਫੋਰਟਿਸ ਵੜ ਜਾਓ ਇਹੋ ਜਿਹੀ ਬਿਮਾਰੀ ਲੈ ਕੇ, 20 ਲੱਖ ਤੋਂ ਥੱਲੇ ਬਿੱਲ ਨਹੀਂ ਤੁਹਾਡਾ ਕੱਟ ਕੇ ਦਿੰਦੇ, ਅਗਲਾ ਕਰਜ਼ਾ ਹੀ ਕਰ ਦਿੰਦੇ। ਇੱਕ ਮਿੰਟ ਬਿੰਦੋ ਜੀ, ਸੰਖੇਪ 2 ਲਾਈਨਾਂ ਦਾ ਇਹ ਜਿੱਦਾਂ ਮੇਰੇ ਭਰਾ ਨੇ ਕਿਹਾ ਕਿ ਐਜੂਕੇਸ਼ਨ ਸਿਸਟਮ ਪੁਰਾਣਾ ਆ, 60-70 ਸਾਲਾਂ ਤੋਂ ਉਹੀ ਪੜ੍ਹਾਈ ਜਾਂਦੇ, ਉਹੀ ਅੱਗੇ ਕਰੀ ਜਾਂਦੇ ਤੇ ਸਾਨੂੰ ਕਹਿੰਦੇ ਕਿ ਤੁਸੀਂ ਨਵਾਂ ਕਰੋ ਕੁਝ। ਇਹ ਵੀਰੇ ਬਹੁਤ ਸਹੀ ਗੱਲ ਹੈ, ਐਜੂਕੇਸ਼ਨ ਸਿਸਟਮ ਵੀ ਪੁਰਾਣਾ ਹੈ ਤੇ ਜਿਹੜੀ ਆਪਣਾ ਖੇਤੀਬਾੜੀ ਆ ਨਾ, 5 ਕਿੱਲੇ ਸ਼ੁਰੂ ਪਰਦਾਦੇ ਦੇ ਹੋਏ ਸੀ, ਦਾਦਾ ਵੀ ਉਹੀ ਜ਼ਮੀਨ ਤੇ ਵਾਹੁੰਦਾ ਸੀਗਾ, ਸਾਡਾ ਪਿਓ ਨੇ ਵੀ ਉਹੀ ਜ਼ਮੀਨ ਤੇ ਵਾਹੀ, ਮੁੜ ਕੇ ਸਾਡੀ ਜਨਰੇਸ਼ਨ ਨੂੰ ਵੀ ਕਹਿੰਦੇ ਉੱਤੇ ਵਾਹੋ। ਜਦ ਇੰਨੀ ਜ਼ਿਆਦਾ ਸਭ ਕੁਝ ਆ ਲਾਂਘਾ ਖੋਲ ਦੇਣ, ਇੱਥੋਂ ਟਰਾਲਾ ਚੱਕਾਂਗੇ, ਉੱਥੇ ਯੂਰਪ ਵਾਲੀ ਕੰਟਰੀ ਜਾ ਕੇ ਮਾਲ ਛੱਡਾਂਗੇ, ਫੇਰ ਮੁੜ ਕੇ ਆ ਕੇ ਪੰਜਾਬ ਆਵਾਂਗੇ। ਵੀ ਬਣਾ ਕੇ ਆਪਾਂ ਦਾਊ ਜੀ ਦੇ ਕਮੈਂਟ ਵੀ ਲੈਣੇ ਚਾਹਾਂਗੇ। ਦਾਊ ਜੀ, ਇੱਥੇ ਗੱਲ ਹੋਈ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੀ। ਗਲਫ ਕੰਟਰੀ ਕੌਣ ਜਾਂਦਾ ਜਿਹਦੇ ਘਰੇ 30,000 ਵੀ ਹੈ ਨਹੀਂ, ਉਹਦੇ ਨਾਲ 30,000 ਵਾਲੀ ਠੱਗੀ ਹੁੰਦੀ ਹੈ। ਉਹ ਡਰਾਈਵਰ ਲੱਗਣ ਵਾਸਤੇ ਜਾਂਦਾ, ਲੇਬਰ ਕਰਨ ਵਾਸਤੇ ਜਾਂਦਾ। ਉਹ ਇੱਕ ਬਹੁਤ ਵੱਡੀ ਗਿਣਤੀ ਜਿਹੜੀ ਤੁਹਾਡੇ ਚੈਨਲ ਤੇ ਕਦੇ ਗੱਲ ਨਹੀਂ ਹੋਈ, ਕਿਉਂਕਿ ਆਪਾਂ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਦੀ ਗੱਲਾਂ ਕਰਦੇ ਹਾਂ। ਤੇ ਇਹਦੇ ਵਿੱਚ ਜਿਹੜੀ ਹੁਣ ਤੁਸੀਂ ਗੱਲ ਕੀਤੀ ਆਸਟ੍ਰੇਲੀਆ ਦੀ ਕਿ ਕਾਲਜਾਂ ਦੇ ਵਿੱਚ ਫੇਕ ਡਾਕੂਮੈਂਟ ਨਿਕਲੇ, ਇਹ ਇੱਕ ਪੂਰਾ ਨੈਕਸਸ ਹੈ। ਜਿਹੜੇ ਕਾਲਜ ਹੈ ਆਸਟ੍ਰੇਲੀਆ ਦੇ, ਕੈਨੇਡਾ ਦੇ, ਤੇ ਜਿਹੜੇ ਇੱਥੇ ਦੇ ਟਰੈਵਲ ਏਜੰਟ ਹੈ ਤੇ ਉੱਥੇ ਦੀ ਯੂਨੀਵਰਸਿਟੀ ਦੇ ਕਾਲਜ ਹੈ, ਇਹਨਾਂ ਦੀ ਆਪਸ 'ਚ ਗੰਢ ਤੋਂ ਪੈ ਹਿੱਸਾ ਪੱਤੀ ਹੈ। ਇਹ ਫੇਕ ਡਾਕੂਮੈਂਟਾਂ ਨੂੰ ਪਤਾ ਹੁੰਦਾ ਕਾਲਜ ਵਾਲਿਆਂ ਨੂੰ ਕਿ ਫੇਕ ਡਾਕੂਮੈਂਟ ਆ ਰਹੇ ਆ, ਉਹਨੇ ਜਿਹੜੇ ਬੈਂਕਾਂ 'ਚ ਪੈਸੇ ਟ੍ਰਾਂਸਫਰ ਕਰਾਏ ਜਾਂਦੇ ਆ, ਉਹ ਵੀ ਜਾਲੀ ਖਾਤੇ ਹੁੰਦੇ ਆ। ਇਹ ਸਾਰਾ ਪੂਰਾ ਪਲੈਨਿੰਗ ਦੇ ਨਾਲ ਲੁੱਟਣ ਦਾ ਇੱਕ ਧੰਦਾ ਬਣਾਇਆ ਹੋਇਆ ਵਿਦੇਸ਼ੀ ਯੂਨੀਵਰਸਿਟੀਆਂ ਨੇ ਤੇ ਵਿਦੇਸ਼ੀ ਕਾਲਜਾਂ ਨੇ। ਤੇ ਇਹਦੇ ਵਿੱਚ ਜਿਹੜੇ ਗਰੀਬ ਤਬਕਾ ਹੈਗਾ ਉਹ ਤਾਂ ਗਲਫ ਕੰਟਰੀ ਦੇ ਵਿੱਚ ਜਾਣ ਵਾਲਾ, ਉਹਨਾਂ ਨਾਲ ਵੀ ਵੱਡੀ ਠੱਗੀ ਹੋ ਰਹੀ ਹੈ। ਇਹਦਾ ਇੱਕ ਇਲਾਜ ਹੈਗਾ ਜਿਹੜਾ ਅਸੀਂ ਸਰਕਾਰ ਨੂੰ, ਪਿਛਲੀ ਸਰਕਾਰਾਂ ਨੂੰ ਵੀ ਦੱਸਿਆ ਹੈ ਰਿਟਨ ਦੇ ਵਿੱਚ ਬਕਾਇਦਾ, ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ, ਕਿ ਟਰੈਵਲ ਏਜੰਟਾਂ ਦੀ ਠੱਗੀ ਨੂੰ ਰੋਕਿਆ ਜਾ ਸਕਦਾ, ਉਹ ਫੇਕ ਡਾਕੂਮੈਂਟ ਨਾ ਜਮ੍ਹਾਂ ਕਰਾਉਣਾ। ਉਹਦਾ ਇੱਕ ਢੰਗ ਤਰੀਕਾ ਹੈ ਕਿ ਉਹਨੂੰ ਸਲਾਹ ਦੇਣ ਦੀ ਲਾਇਸੈਂਸ ਮਿਲਦਾ, ਉਹ ਸਿਰਫ ਸਲਾਹ ਦੇਣ ਦੀ ਫੀਸ ਲੈ ਸਕਦੇ ਆ। ਜਿਹੜੇ ਉਹ 5 ਲੱਖ 10 ਲੱਖ 20 ਲੱਖ ਰੁਪਏ ਏਜੰਟ ਦੇ ਖਾਤੇ ਜਾਂਦੇ ਆ, ਉਹ ਨਹੀਂ ਜਾਣੇ ਚਾਹੀਦੇ। ਜੇ ਜਾਂਦੇ ਆ ਤਾਂ ਜੀ ਥੈਂਕ ਯੂ। ਆਪਣੇ ਕੋਲ ਸਮਾਂ ਜ਼ਿਆਦਾ ਨਹੀਂ ਦੇ ਰਿਹਾ। ਕਰਨੈਲ ਸਿੰਘ ਜੀ, 2 ਲਾਈਨਾਂ ਦਾ ਲਾਸਟ ਕਮੈਂਟ, ਤੁਸੀਂ ਆਸਟ੍ਰੇਲੀਆ ਤੋਂ ਆ, ਤੁਹਾਡੇ ਕਮੈਂਟ ਦੇ ਨਾਲ ਹੀ ਆਪਾਂ ਸਮਾਪਤੀ ਕਰਾਂਗੇ ਆਪਣੀ ਬਹਿਸ ਦੀ। ਜੇ ਸਿੱਧੂ ਸਾਹਿਬ ਨੌਜਵਾਨੀ ਦੀ ਗੱਲ ਕਰੀਏ, ਥੋੜਾ ਸਮਾਂ ਖੁੱਲਾ ਰੱਖਿਆ ਕਰੋ ਜੀ, ਕਿਉਂਕਿ ਇਹ ਵਿਸ਼ਾ ਬਹੁਤ ਜ਼ਿਆਦਾ ਗੰਭੀਰ ਹੈ। ਮੈਂ ਇਸ ਗੱਲ ਦਾ ਪ੍ਰੋਮਿਸ ਕਰਦਾ ਕਿ ਅਗਲੀ ਵਾਰੀ ਫਿਰ ਜਦੋਂ ਆਪਾਂ ਜੁੜਾਂਗੇ ਇਹਨਾਂ ਮੁੱਦਿਆਂ ਤੇ ਚਰਚਾ ਕਰਾਂਗੇ। ਕਰਨੈਲ ਜੀ, 2 ਲਾਈਨਾਂ ਦਾ ਕਮੈਂਟ, ਮਜਬੂਰੀ ਆ ਸਮੇਂ ਦੀ। ਦੇਖੋ ਸਾਡੇ ਨਾਲ ਜੀ ਇੰਟਰਨੈਸ਼ਨਲ ਯੂਨੀਵਰਸਿਟੀਜ਼ ਨੇ, ਟੇਫ ਕਾਲਜ ਆ ਜੀ, ਉਹਦੇ ਵਿੱਚ ਬਹੁਤ ਸਾਰੇ 300 ਤਰ੍ਹਾਂ ਦੇ ਛੋਟੇ ਕੋਰਸ ਆ। ਜਿੱਦਾਂ ਇਹ ਜਵਾਨ ਦੱਸ ਰਿਹਾ ਵੀ 10ਵੀਂ 11ਵੀਂ ਤੋਂ ਬਾਅਦ ਉਹ ਆਪਣੀ ਸਕਿੱਲ ਚੱਲ ਜਾਂਦੇ। ਕੋਈ ਪਲੰਬਿੰਗ ਆ, ਕੋਈ ਕਾਰਪੈਂਟਰ ਆ, ਕੋਈ ਕੰਸਟਰਕਸ਼ਨ ਆ, ਕੋਈ ਬਿਲਡਰ ਬਣਨਾ, ਘਰ ਬਣਾਉਣੇ ਆ, ਕਿਸੇ ਨੇ ਫਾਰਮਿੰਗ ਕਰਨੀ ਆ, ਕਿਸੇ ਨੇ ਡੈਰੀ ਕਰਨੀ। ਆਪਣੇ ਅਲੱਗ-ਅਲੱਗ ਕੀਤੇ ਦੇ ਵਿੱਚ ਮਾਹਰ ਹੋ ਕੇ ਉਹ 'ਚੋਂ ਆਪਣੇ ਫਾਰਮਿੰਗ ਮੈਨੇਜਰ ਕਰਦਾ ਹੈ ਜਾਂ ਫਾਰਮ ਲੈ ਸਕਦਾ, ਗਵਰਨਮੈਂਟ ਲੋਨ ਪ੍ਰੋਵਾਈਡ ਕਰਾਉਂਦੀ, ਸੈੱਟ ਕਰਾਉਂਦੀ ਆ। ਇੱਕ ਤਾਂ ਗੱਲ ਇਹ ਸਕਿੱਲ ਐਕਸਚੇਂਜ ਹੁੰਦੀ ਹੈ ਇੰਟਰਨੈਸ਼ਨਲ। ਹੁਣ ਕੱਲੀ ਪੰਜਾਬ ਦੀ ਗੱਲ ਨਹੀਂ, ਇੱਥੇ ਤੇ ਗ੍ਰੀਸ ਤੋਂ, ਇਟਲੀ ਤੋਂ, ਇੰਗਲੈਂਡ ਤੋਂ, ਸਾਰੀ ਜਗ੍ਹਾ ਤੋਂ 30-35 ਕੰਟਰੀਜ਼ ਤੋਂ ਆਉਂਦੇ। ਸੋ ਇਸ ਕਰਕੇ ਬੇਨਤੀ ਕਰਦੇ ਆ, ਇਦਾਂ ਦੀ ਐਕਸਚੇਂਜ ਗਵਰਨਮੈਂਟ ਥਰੂ ਹੋਣੀ ਚਾਹੀਦੀ ਆ। ਇਹ ਬੱਚੇ ਚਾਹੁੰਦੇ ਵੀ ਆ, ਜਿਹੜੇ ਸਕੂਲ ਜਿਹੜੇ ਕਿਤੇ ਸੈੱਟ ਹੋਣਾ, ਰਸਤੇ ਵੀ ਖੁੱਲਣੇ ਚਾਹੀਦੇ ਇੰਟਰਨੈਸ਼ਨਲ, ਉਹ ਉੱਥੇ ਸੈੱਟ ਹੋ ਸਕਦਾ ਕਿਤੇ। ਥੈਂਕ ਯੂ ਕਰਨੈਲ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਵੱਡੇ ਮੁੱਦੇ ਤੇ ਸਾਡੇ ਮਹਿਮਾਨ ਆਏ ਹੈ। ਜਿੱਦਾਂ ਕਿਹਾ ਗਿਆ ਕਿ ਵਿਦੇਸ਼ਾਂ 'ਚ ਜਾਣਾ ਕੋਈ ਗੁਨਾਹ ਨਹੀਂ ਹੈ, ਪਰ ਆਪਣੇ ਘਰ ਨੂੰ ਰਹਿਣ ਜੋ ਕਿਉਂ ਨਾ ਬਣਾਇਆ ਜਾਵੇ, ਇਹ ਸਵਾਲ ਸਾਡੇ ਸਿਸਟਮ ਸਮੇਂ ਦੀਆਂ ਸਰਕਾਰਾਂ ਤੇ ਉੱਠਣਗੇ। ਤਦ ਤੱਕ ਉੱਠਦੇ ਰਹਿਣਗੇ ਜਦ ਤੱਕ ਅਸੀਂ ਆਪਣਾ ਘਰ ਰਹਿਣ ਦੇ ਯੋਗ ਨਹੀਂ ਬਣਾਉਂਦੇ। ਕਿਉਂ ਸਾਡੇ ਜਿੱਦਾਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਮੱਖਣਾਂ ਨਾਲ ਪਾਲੇ ਬੱਚੇ ਵਿਦੇਸ਼ਾਂ 'ਚ ਜਾ ਕੇ ਜਿਹੜਾ ਹੈਗਾ ਵੱਡੇ ਸਵਾਲੀਆ ਨਿਸ਼ਾਨ ਉਹਨਾਂ ਦੇ ਭਵਿੱਖ ਤੇ ਲੱਗਦੇ ਆ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਆਪਣੇ ਸਾਰੇ ਮਹਿਮਾਨਾਂ ਦਾ ਤਹਿ ਦਿਲ ਤੋਂ ਮੁੜ ਧੰਨਵਾਦੀ ਹਾਂ। ਤੇ ਇਸ ਦੇ ਨਾਲ ਹੀ ਆਪਾਂ ਤੁਹਾਡੇ ਵੱਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।